Sat Sri Akal dosto, thank you so much for joining us again. Those who are going to join us newly, I must tell them that we are with Dr. Gurtan Singh Sidhu Saab. So far, we have done multiple episodes of Amrit. Precisely, they are 13. So today, we are going to do the 14th episode of this streak of Amrit. Babaji is going to throw more light on the dissection of this subject matter. Without doing any delay in this, I would like to invite Dr. Saab to start today's episode. Dr. Saab, बहुत धन्यवाद जी. वाहिगुरु जी का खालसा, वाहिगुरु जी की फतेह. ਸਾਰੇ ਪੰਜਾਬ, ਭਾਰਤ ਅਤੇ ਵਿਸ਼ਵ ਦੀ ਰਲੀ ਮਿਲੀ ਸੰਗਤ ਨੂੰ ਮੈਂ ਫਤਿਹ ਬੁਲਾਉਣਾ. ਆਪਣਾ ਕੰਮ ਜਿਹੜਾ ਕਿ ਅਸੀਂ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਅੰਮ੍ਰਿਤ ਦੇ ਉੱਤੇ ਆਪਣੀਆਂ ਯੂਟਿਊਬਾਂ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਇਹ ਅੰਮ੍ਰਿਤ ਦੇ ਕੁੱਲ 13 ਭਾਗ ਨੇ. ਇਹਦੇ ਵਿੱਚ ਅਸੀਂ ਪਹਿਲਾਂ ਵੀ ਦੱਸਦੇ ਰਹੇ ਹਾਂ. ਹਰਿੰਦਰ ਸਿੰਘ ਮਹਿਬੂਬ ਦਾ ਜੋ ਦੂਸਰਾ ਮਹਾਂਕਾਵ ਆ, ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ, ਜੋ ਕਿ ਗੁਰੂ ਗੋਬਿੰਦ ਸਿੰਘ ਦੇ ਉੱਤੇ ਆ, ਜਿਨ੍ਹਾਂ ਨੇ ਖਾਲਸੇ ਨੂੰ ਸੋੜ ਦੇ ਵਿੱਚੋਂ, ਗੁਰਬਾਣੀ ਦੇ ਨਾਮ ਦੇ ਵਿੱਚੋਂ ਸਾਜਿਆ. ਸਾਜਣ ਤੋਂ ਬਾਅਦ ਅੰਮ੍ਰਿਤ ਦੀ ਰਸਮ ਦੇ ਨਾਲ ਉਸ ਨੂੰ ਇੱਕ ਦੁਨੀਆ ਦੀ ਨਵੀਂ ਕੌਮ ਦੇ ਤੌਰ ਤੇ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਕੀਤਾ. ਮੈਂ ਤੁਹਾਨੂੰ ਪਹਿਲਾਂ ਬਹੁਤ ਵਾਰੀ ਦੱਸ ਚੁੱਕਿਆ ਕਿ ਦੁਨੀਆ ਦੇ ਵਿੱਚ ਐਪਿਕ ਬਹੁਤ ਥੋੜੇ ਲਿਖੇ ਗਏ ਨੇ. 4,500 ਸਾਲ ਦੀ ਹਿਸਟਰੀ ਦੇ ਵਿੱਚ ਹਰ ਪੋਇਟ ਦੀ ਭਾਵਨਾ ਹੁੰਦੀ ਹੈ ਕਿ ਮੈਂ ਐਪਿਕ ਲਿਖਾਂ. ਰੋਮਾਂਟਿਕ ਪੋਇਟਸ ਨੇ ਵੀ ਆਪਣੀ ਆਪਣੀ ਤਰ੍ਹਾਂ ਦੇ ਯਤਨ ਕੀਤੇ. ਉਹ ਲਘੂ ਮਹਾਕਾਵਿਤਾ ਸੀ ਉਹਨਾਂ ਨੂੰ ਕਹਿ ਸਕਦੇ ਆ, ਪਰ ਉਹ ਕੰਪਲੀਟ ਮਹਾਕਾਵਿ ਨਹੀਂ ਹੈਗੇ. ਜਿਵੇਂ ਕੀਟਸ ਦੀ ਐਂਡੀਮੀਅਨ ਆ, ਜਾਂ ਸ਼ੈਲੇ ਦੀ ਆ ਪ੍ਰੋਮੀਥੀਅਸ ਅਨਬਾਊਂਡ ਵਗੈਰਾ, ਜਾਂ ਵਰਡਸਵਰਥ ਦੀ ਪ੍ਰੈਲੂਡ ਆ. ਪਰ ਜਿਹੜੇ ਮਹਾਕਾਵਿ ਨੇ, ਜਿਵੇਂ ਟੈਗੋਰ ਆ, ਐਡਾ ਪੋਇਟ ਆ, ਪਰ ਉਹ ਤੋਂ ਐਪਿਕ ਨਹੀਂ ਲਿਖਿਆ ਗਿਆ. ਕਿਉਂਕਿ ਐਪਿਕ ਲਿਖਣ ਦੇ ਲਈ ਇੱਕ ਤਾਂ ਪੋਇਟ ਦੇ ਕੋਲੇ ਜੀਨੀਅਸ ਬਹੁਤ ਵੱਡੀ ਚਾਹੀਦੀ ਆ. ਪਿੱਛੇ ਐਪਿਕ ਨੂੰ ਸਪੋਰਟ ਕਰਨ ਦੇ ਲਈ ਕੋਈ ਪ੍ਰੋਫਿਟ ਵਰਗੀ ਪਾਵਰ ਚਾਹੀਦੀ ਆ. ਜੇ ਪਿੱਛੇ ਪ੍ਰੋਫਿਟ ਨਹੀਂ ਹੈਗਾ ਤਾਂ ਐਪਿਕ ਪੈਦਾ ਨਹੀਂ ਹੋ ਸਕਦਾ. ਇਹ ਗੱਲ ਦੁਨੀਆ ਨੂੰ ਸਮਝ ਲੈਣੀ ਚਾਹੀਦੀ ਆ. ਐਪਿਕ ਨਾ ਪੈਦਾ ਹੋਣਾ ਹੀ ਦੱਸਦਾ ਕਿ ਕੌਮ ਦੇ ਵਿੱਚ ਕੋਈ ਸੰਪੂਰਨਤਾ ਦੀ ਕਮੀ ਆ, ਜਾਂ ਤਾਂ ਉਹਦਾ ਪੋਇਟਰੀ 'ਚ ਭਰੋਸਾ ਹੀ ਨਾ ਹੋਵੇ. ਜੇ ਉਹਦੇ ਕੋਲੇ ਪੋਇਟਰੀ ਹੈਗੀ ਆ, ਫਿਰ ਉਹ ਐਪਿਕ ਦੇ ਮੁਕਾਬਲੇ ਦੇ ਵਿੱਚ ਜੇ ਨਹੀਂ ਆਉਂਦੀ ਤਾਂ ਉਹ ਕੌਮ ਦੀ ਕਿਤੇ ਨਾ ਕਿਤੇ ਪੈਗੰਬਰਾਂ ਦੇ ਮੁਕਾਬਲੇ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਸਖਣਾਪਣ ਪਾਲ ਰਹੀ ਆ. ਕਿਸੇ ਨਾ ਕਿਸੇ ਲੈਵਲ ਦੇ ਉੱਤੇ ਹਰਿੰਦਰ ਮਹਿਬੂਬ ਨੇ ਆਪਣੀ ਪੋਲਿਟਿਕਸ ਦੇ ਵਿੱਚ ਇਹ ਦੱਸਿਆ ਵੀ ਆ. ਬਹੁਤ ਜ਼ਿਆਦਾ ਕਮਾਲ ਦੁਨੀਆ ਦੇ ਕੁੱਲ ਲਿਟਰੇਚਰ, ਜਿਹਦੇ ਵਿੱਚ ਸਾਰੀਆਂ ਕਿਸਮਾਂ ਆਉਂਦੀਆਂ ਨੇ, ਫਾਰਮਸ ਆਉਂਦੀਆਂ ਨੇ ਕਿ ਦੁਨੀਆ ਦੇ ਵਿੱਚ ਕਿਹੜੀਆਂ ਕੌਮਾਂ ਨੇ ਐਪਿਕ ਰਚੇ ਨੇ. ਜੇ ਉਹਨਾਂ ਕੋਲੇ ਪੈਗੰਬਰ ਨਹੀਂ ਤਾਂ ਉਹਨਾਂ 'ਚ ਕਮੀ ਆ. ਉਹ ਕਿਵੇਂ ਆ ਕਮੀ? ਉਹ ਕਮੀ ਵੀ ਉਹਨੇ ਸਮਝਾਈ ਆ, ਬਹੁਤ ਕਮਾਲ ਦੀ. ਜਿਵੇਂ ਬਹੁਤ ਗ੍ਰੇਟ ਮੰਨਿਆ ਤੌਬਾਦ ਨੂੰ, ਪਰ ਗੁਰੂ ਨਾਨਕ ਦੇਵ ਸਭ ਤੋਂ ਵੱਧ ਨੇੜੇ ਆ. ਉਹਦੇ ਵਿੱਚ ਟਾਈਮ ਦਾ ਕਨਸੈਪਟ ਬਹੁਤ ਵੱਡਾ. ਸੇਂਟ ਬਹੁਤ ਵੱਡੇ ਨੇ ਚਾਈਨਾ ਦੇ, ਜਿਹੜੇ 4,500 ਸਾਲ ਦੇ ਸਮੇਂ ਦੇ ਨੇੜੇ ਤੇੜੇ ਦੇ ਨੇ, ਜਿਨ੍ਹਾਂ 'ਚ ਜਵਾਂਗ ਤਸੀ ਵਗੈਰਾ ਨਹੀਂ. ਪਰ ਉਹਨੇ ਦੱਸਿਆ ਕਿ ਚਾਈਨਾ ਕੋਲੇ ਪ੍ਰੋਫਿਟ ਨਹੀਂ ਹੈਗਾ, ਇਸ ਕਰਕੇ
ਇਹ ਉਹ ਸੰਪੂਰਨਤਾ ਦੇ ਵਿੱਚ ਇਹਦੇ ਕੋਲੇ ਪ੍ਰੋਫਿਟ ਵਾਲੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਹੋਮਰ ਨੇ 2 ਮਹਾਕਾਵਿ ਲਿਖੇ ਨੇ, ਇੱਕ ਓਡੀਸੀ ਲਿਖਿਆ, ਇੱਕ ਇਲੀਅਡ ਲਿਖਿਆ। ਪਹਿਲਾ ਇਲੀਅਡ ਆ ਜਿਹੜਾ ਜੰਗ ਹੁੰਦੀ ਆ ਟਰਾਜਨ ਤੇ ਗ੍ਰੀਕ ਦੇ ਵਿੱਚ, ਫਿਰ ਓਡੀਸੀ ਆ ਜਿਹੜਾ ਆਪਣੇ ਵਿਛੜੇ ਹੋਏ ਦੇਵਤਿਆਂ ਨੂੰ ਮਿਲਦਾ। ਇਹ ਦੋਨੇ ਉਹਦੇ ਐਪਿਕ ਨੇ। ਤੁਸੀਂ ਕਹੋਗੇ ਉਹਨਾਂ ਕੋਲੇ ਤਾਂ ਫਿਰ ਪੈਗੰਬਰ ਹੈ ਨਹੀਂ, ਪਰ ਜਿਹੜਾ ਉਹ ਸਮਾਂ ਸੀਗਾ ਉਦੋਂ ਆਦਮੀ ਦਾ ਭਰੋਸਾ ਐਡਾ ਵੱਡਾ ਸੀ, ਉਹਦੇ ਕੋਲੇ ਵਿਜ਼ਨ ਐਡਾ ਵੱਡਾ ਸੀ। ਉਹਨੇ ਘੱਟ ਤੋਂ ਘੱਟ ਇਹਨਾਂ ਮਹਾਕਾਵ ਦੇ ਮੁਕਾਬਲੇ ਦੇ ਵਿੱਚ ਹੋਮਰ ਦੇ, ਜਿਵੇਂ ਡਾਂਟੇ ਦੇ ਕੋਲੇ ਪ੍ਰੋਫਿਟ ਆ, ਪਰ ਹੋਮਰ ਦੇ ਐਪ ਕੋਡੇ ਨਹੀਂ ਹੈਗੇ, ਕਿਉਂਕਿ ਫਿਰ ਵੀ ਉਹਦੇ ਚ ਕਮੀ ਆ। ਪਰ ਹੋਮਰ ਦੇ ਵੇਲੇ ਉਹ ਟਾਈਮ ਇੰਨਾ ਤਾਕਤਵਰ ਸੀ, ਪ੍ਰਾਈਮੋਰਡੀਅਲ ਵਿਜ਼ਨ ਆਦਮੀ ਕੋਲੇ ਐਡਾ ਵੱਡਾ ਸੀ, ਉਹਨੇ ਉਹ ਐਪਿਕ ਲਿਖੇ ਨੇ। ਉਦੋਂ ਬਾਅਦ ਡਾਂਟੇ ਦਾ ਤੇ ਉਹਦੇ ਨਾਲ ਹੀ ਮੌਲਾਨਾ ਰੂਮੀ ਆ, ਇਹ ਲਗਭਗ ਇੱਕੋ ਜਿਹੇ ਸਮੇਂ ਦੇ ਵਿੱਚ 12ਵੀਂ 13ਵੀਂ ਸਦੀ ਦੇ ਵਿੱਚ ਦੋਏ ਪੋਇਟ ਹੋਏ ਨੇ। ਉਦੋਂ ਬਾਅਦ ਮਿਲਟਨ ਆ, ਜਾਂ ਮਿਲਟਨ ਤੋਂ ਬਾਅਦ ਹਰਿੰਦਰ ਮਹਿਬੂਬ ਨੇ ਇਹ 2 ਮਹਾਕਾਵਿ ਲਿਖੇ ਨੇ, ਜਿਹੜੇ ਵਰਲਡ ਦੇ ਬਹੁਤ ਵੱਡੇ ਚੋਟੀ ਦੇ ਮਹਾਕਾਵਿ ਨੇ। ਅਸੀਂ ਜਿਹੜੀਆਂ ਯੂਟਿਊਬਾਂ ਦੇ ਵਿੱਚ ਆਪਣੇ ਖਿਆਲ ਦੇ ਰਹੇ ਹਾਂ, ਉਹ ਖਿਆਲ ਕੋਈ ਅਸੀਂ ਕਿਸੇ ਰਹਿਤ ਦਰੈਤ ਤੋਂ ਨਹੀਂ ਦੇ ਰਹੇ, ਕਿਸੇ ਦਾ ਦਿਲ ਦਿਖਾਉਣ ਦੇ ਲਈ ਨਹੀਂ ਦੇ ਰਹੇ। ਅਸੀਂ ਸਿਰਫ ਧਾਰਮਿਕ ਦ੍ਰਿਸ਼ਟੀ ਹੈ ਜਿਹੜੀ ਗੁਰੂ ਨੇ ਸਾਨੂੰ ਦਿੱਤੀ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਆਪਣੇ ਅਮਲ ਦੇ ਵਿੱਚੋਂ, ਆਪਣੇ ਜੀਵਨ ਦੇ ਵਿੱਚੋਂ, ਉਸ ਦ੍ਰਿਸ਼ਟੀ ਦੇ ਵਿੱਚੋਂ ਹੀ ਅਸੀਂ ਦੱਸਣ ਦਾ ਯਤਨ ਕਰਦੇ ਹਾਂ। ਜਿਹੜੀਆਂ ਪੈਰਲਲ ਘਟਨਾਵਾਂ ਚੱਲ ਰਹੀਆਂ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਆ, ਸਿੱਖ ਕੌਮ ਦਾ ਇਹਦੇ ਨਾਲ ਬਹੁਤ ਵੱਡਾ ਲਗਾਅ, ਇਹ ਬਹੁਤ ਵੱਡੀਆਂ ਕੁਰਬਾਨੀਆਂ ਦੇ ਵਿੱਚ ਦੁਨੀਆ ਚ ਆਇਆ। ਬੰਦਾ ਉਹੀ ਮੌਜ ਨਾਲ ਹੀ ਵਿੱਚ ਬੰਦੇ ਬਾੜ ਕੇ ਪਰੇਸ਼ਾਨ ਕਰਨਾ, ਇਸ ਧਰਮ ਦੀ ਬੇਇੱਜ਼ਤੀ ਕਰਾਉਂਦਾ। ਜੋ ਨਿਹੰਗਾਂ ਨੇ ਜਵਾਬ ਦਿੱਤਾ, ਫਿਰ ਵੀ ਉਹ ਗੁਰੂ ਦੇ ਬਾਣੇ ਦੇ ਵਿੱਚ ਨੇ, ਉਦੋਂ ਤੋਂ ਲੈ ਕੇ ਚੱਲਦੇ ਆ ਰਹੇ ਨੇ। ਭਾਵੇਂ ਉਹਨਾਂ ਨੂੰ ਗਿਆਨ ਦੇ ਪੱਖ ਤੋਂ ਕਈ ਚੀਜ਼ਾਂ ਉਹਨਾਂ ਤੱਕ ਨਹੀਂ ਪਹੁੰਚਾਈਆਂ ਗਈਆਂ, ਉਹ ਸਾਡੇ ਵਿਦਵਾਨਾਂ ਦਾ ਕਸੂਰ ਆ, ਸਾਡੀ ਸ਼੍ਰੋਮਣੀ ਕਮੇਟੀ ਦਾ ਕਸੂਰ ਆ, ਸਾਡੇ ਅਕਾਲੀ ਦਲ ਦਾ ਕਸੂਰ ਆ, ਕਿ ਜਿਹੜੇ ਅਸੀਂ ਮਤਲਬ ਜੋ ਜੀਨੀਅਸ ਬੰਦਿਆਂ ਦੇ ਵਿਚਾਰ ਨੇ ਉਹ ਸਾਰੀ ਕੌਮ ਦੇ ਵਿੱਚ ਸਾਂਝੇ ਨਹੀਂ ਹੋ ਸਕੇ। ਪਰ ਸਾਰੀ ਕੌਮ ਆ ਜਿਹੜੀ, ਉਹਨਾਂ ਨਿਹੰਗਾਂ ਦੀ ਜੋ ਪਵਿੱਤਰਤਾ ਹੈ, ਜੋ ਗੁਰੂ ਨਾਲ ਲਗਾ ਹੈ, ਜੋ ਬਾਣੀ ਨਾਲ ਲਗਾ ਹੈ, ਉਹਦੇ ਨਾਲ ਉਹ ਖੜਨ। ਕੁਝ ਵੀ ਹੋਵੇ, ਇਸ ਚੀਜ਼ ਦੇ ਉੱਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ਼ ਬਣਦਾ। ਪੰਜਾਬ ਦਾ, ਹਿੰਦੁਸਤਾਨ ਦਾ ਤੇ ਦੁਨੀਆ ਦਾ, ਹਰ ਲੈਵਲ ਦੇ ਉੱਤੇ ਉਹਨਾਂ ਦੀ ਸਪੋਰਟ ਕਰਨ। ਜੋ ਮਾਫੀ ਵੀ ਮੰਗਦੇ ਨੇ, ਉਹ ਕਿਸੇ ਗਲਤੀ 'ਚ ਮਾਫੀ ਮੰਗ ਸਕਦੇ ਨੇ। ਇਹਦਾ ਮਤਲਬ ਨਹੀਂ ਕਿ ਉਹਨਾਂ ਨੇ ਜੋ ਇਹ ਕਾਰਨਾਮਾ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਸਾਹਮਣੇ ਬੇਇੱਜ਼ਤੀ ਹੋਈ ਆ, ਉਹਦਾ ਜੋ ਵੀ ਜਵਾਬ ਦਿੱਤਾ, ਉਹ ਜਵਾਬ ਉਹਨਾਂ ਦਾ ਬਿਲਕੁਲ ਸਹੀ ਹੈ। ਇਹੀ ਦੇਣਾ ਬਣਦਾ, ਹੋਰ ਥਾਵਾਂ ਦੇ ਉੱਤੇ ਵੀ ਇਹੀ ਦਿੱਤਾ ਜਾਵੇ। ਤੇ ਬਾਕੀ ਮੇਰੀ ਇਹ ਵੀ ਬੇਨਤੀ ਆ ਕਿ ਜਿਹੜੇ ਉਹ ਨਿਹੰਗ ਭਰਾ ਨੇ, ਉਹਨਾਂ ਨੂੰ ਹਰਿੰਦਰ ਮਹਿਬੂਬ ਦੀ 6ਵੀਂ ਕਿਤਾਬ ਆ ਸਹਿਜ ਰਚੋ ਖਾਲਸਾ ਦੇ ਵਿੱਚ, ਜੋ ਵਿਪਰ ਸੰਸਕਾਰ ਵਾਲੀ ਕਿਤਾਬ ਆ, ਉਹ ਜ਼ਰੂਰ ਉਹਨਾਂ ਨੂੰ ਪੜ੍ਹ ਲੈਣੀ ਚਾਹੀਦੀ ਆ। ਜਦੋਂ ਧਿਆਨ ਨਾਲ ਸੰਗਤ ਦੇ ਵਿੱਚ ਬੈਠ ਕੇ ਅੰਤਰ ਧਿਆਨ ਹੋ ਕੇ ਪੜ੍ਹਨਗੇ, ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ। ਉਹ ਇੰਨੀ ਕਲੀਅਰ ਆ, ਉਹਦੇ ਜੀਨੀਅਸ ਦਾ ਸਾਡਾ ਪਤਾ ਵੀ ਲੱਗਦਾ, ਇੰਨੀ ਜ਼ਿਆਦਾ ਸਪਸ਼ਟ ਆ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗੁਰੂ ਦੀ ਬਾਣੀ ਕਿਹੜੀ ਆ ਤੇ ਕਿਹੜੀ ਗੁਰੂ ਦੀ ਨਹੀਂ। ਕਈ ਬੰਦਿਆਂ ਨੇ ਇਤਰਾਜ਼ ਕੀਤੇ ਕਿ ਇਹ ਜੀ ਸਰਬਲੋ ਗ੍ਰੰਥ ਆ, ਭਾਵੇਂ ਉਹ ਸਰਬਲੋ ਗ੍ਰੰਥ ਨੂੰ ਪੂਜਦੇ ਨੇ, ਪਰ ਉਹ ਗੁਰੂ ਦਾ ਮੰਨ ਕੇ ਪੂਜਦੇ ਨੇ। ਉਹਨਾਂ ਲਈ ਉਹ ਗੁਰੂ ਦਾ, ਤੇ ਉਹ ਆਮ ਸਧਾਰਨ ਬੁੱਧੀ ਦੇ ਬੰਦੇ ਨੇ, ਕਿਉਂਕਿ ਜੀਨੀਅਸ ਬੰਦਾ ਹੋਰ ਹੁੰਦਾ,
ਉਹ ਐਵਰੇਜ ਸਾਡੇ ਨਾਲ ਚੰਗੇ ਨੇ ਕਿਉਂਕਿ ਗੁਰੂ ਨਾਲ ਜੁੜੇ ਹੋਏ ਨੇ। ਪਰ ਮੈਂ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰਦਾ ਕਿ ਉਹ ਪੂਰਨ ਸਿੰਘ ਨੂੰ ਤੇ ਜਿਹੜੀ ਹਰਿੰਦਰ ਮਹਿਬੂਬ ਦੀ 6ਵੀਂ ਕਿਤਾਬ ਆ ਬਿਪਰ ਸੰਸਕਾਰ ਦੇ ਉੱਤੇ ਖਾਸ ਕਰਕੇ ਉਹਦੇ ਵਿੱਚ ਜਿਹੜਾ ਵਿਚਿੱਤਰ ਨਾਟਕ ਦੇ ਉੱਤੇ ਉਹਨੇ 8 ਭਾਗਾਂ ਦੇ ਵਿੱਚ ਲਿਖਿਆ, ਮੇਰਾ ਖਿਆਲ ਲਗਭਗ 48-49 ਸਫ਼ਿਆਂ ਦੇ ਵਿੱਚ ਹੈ। ਜਦੋਂ ਵੀ ਤੁਸੀਂ ਉਹਨੂੰ ਪੜੋਗੇ ਤੁਸੀਂ ਕਲੀਅਰ ਹੋ ਜਾਓਗੇ, ਕਿਉਂਕਿ ਅੰਮ੍ਰਿਤ ਨਹੀਂ ਸੀ ਛਕ ਰਿਹਾ। ਇਹ ਕਹਿੰਦਾ ਵੀ ਜਿਹੜੀ ਗੁਰੂ ਦੀ ਬਾਣੀ ਨਹੀਂ, ਉਹ ਜੇ ਗੁਰੂ ਦੀ ਮੰਨੀ ਜਾਂਦੀ ਹੈ ਫਿਰ ਅੰਮ੍ਰਿਤ ਦਾ ਕੀ ਮਤਲਬ? ਜੇ ਅੰਮ੍ਰਿਤ ਸਾਡੇ ਅੰਦਰ ਉਹ ਦਿਵ ਦ੍ਰਿਸ਼ਟੀ ਨਹੀਂ ਪੈਦਾ ਕਰਦਾ ਜਿਹਦੇ ਚੋਂ ਸਾਨੂੰ ਪਤਾ ਲੱਗੇ ਕਿ ਆਹ ਕੱਚੀ ਬਾਣੀ ਹੈ, ਇਹ ਗੁਰੂ ਦੀ ਬਾਣੀ ਹੈ। ਜੇ ਕੱਚੀ ਬਾਣੀ ਨੂੰ ਵੀ ਅਸੀਂ ਗੁਰੂ ਦੀ ਬਾਣੀ ਮੰਨ ਕੇ ਤੁਰੇ ਹੋਏ ਆ, ਫਿਰ ਕੱਚੀ ਤਾਂ ਕੱਚੀ ਹੋਈ ਆ। ਉਹਨੇ ਸਾਡੇ 'ਚ ਕੱਚੇਪਣ ਨੂੰ ਜਿਉਂਦਾ ਰੱਖਣਾ। ਸਾਡੇ 'ਚ ਕੱਚਾਪਣ ਕਿਵੇਂ ਖਤਮ ਹੋਊਗਾ? ਉਹ ਜੀਨੀਅਸ ਬੰਦੇ ਹੀ ਇਹ ਕੰਮ ਕਰਦੇ ਹੁੰਦੇ ਨੇ। ਜੀਨੀਅਸ ਬੰਦਿਆਂ ਦੀ ਦ੍ਰਿਸ਼ਟੀ, ਜਿਵੇਂ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਆ, ਭਾਈ ਨੰਦ ਲਾਲ ਜੀ ਦੀ ਦ੍ਰਿਸ਼ਟੀ ਆ, ਭਾਈ ਵੀਰ ਸਿੰਘ ਜੀ ਦੀ ਦ੍ਰਿਸ਼ਟੀ ਆ, ਹਰਿੰਦਰ ਮਹਿਬੂਬ ਦੀ ਦ੍ਰਿਸ਼ਟੀ ਆ, ਜਾਂ ਪੂਰਨ ਸਿੰਘ ਦੀ ਦ੍ਰਿਸ਼ਟੀ ਆ। ਇਹ ਚੀਜ਼ਾਂ ਉਹਨਾਂ ਦੇ ਵਿਚਾਰ ਪੜ੍ਹੇ ਜਾਣ। ਪੜ੍ਹ ਕੇ ਇਹ ਵੀ ਨਹੀਂ ਕਿ ਤੁਸੀਂ ਮੇਰੇ ਮਗਰ ਲੱਗਣਾ ਜਾਂ ਉਹਨਾਂ ਦੇ ਮਗਰ ਲੱਗਣਾ। ਜਦੋਂ ਤੁਸੀਂ ਪੜੋਗੇ, ਜਦੋਂ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਕਿ ਵਾਕਈ ਇਹ ਗੁਰੂ ਦੀ ਨਹੀਂ, ਆਹ ਬਾਣੀ ਗੁਰੂ ਦੀ ਆ, ਫਿਰ ਉਹਦੇ ਵਿੱਚ ਸਾਡੇ ਅੰਦਰ ਆਪਣੇ ਆਪ ਕਲੈਰਿਟੀ ਆ ਜਾਊਗੀ। ਪਰ ਉਹ ਨਿਗਾਹ ਦੀ ਜਿਹੜੀ ਧਿਆਨਤਦਾਰੀ ਆ, ਗੁਰੂ ਘਰ ਨਾਲ ਜਿਹੜਾ ਉਹਦਾ ਲਗਾ, ਉਹਦੀ ਬਹੁਤ ਮੈਂ ਸ਼ਲਾਘਾ ਕਰਦਾ। ਉਹਨਾਂ ਦੀ ਬਹੁਤ ਇਹਦੇ ਪਿੱਛੇ ਕੁਰਬਾਨੀ ਆ। ਜਦੋਂ ਕਿ ਸਾਰੇ ਹੀ ਸਿੱਖ ਸਿਆਸਤ ਆ ਜਿਹੜੀ ਉਹ ਇੰਨੀ ਹਲਕੀ ਹੋਈ ਆ ਕੁਰਸੀ ਲਈ, ਉਹ ਇੰਨੀ ਗਿਰ ਚੁੱਕੀ ਆ, ਸਿੱਖੀ ਨੂੰ ਇੰਨਾ ਵੇਚਿਆ ਜਾ ਰਿਹਾ, ਇੰਨੇ ਖੁਦੋਂ ਗਿਰੇ ਹੋਏ ਨੇ, ਉਹਨਾਂ ਨੂੰ ਆਪਣੀਆਂ ਦਾੜੀਆਂ ਪਹਿਰਾਦਿਆਂ ਤੋਂ ਵੀ ਸ਼ਰਮ ਨਹੀਂ ਆ ਰਹੀ। ਇਸ ਗਿਰਾਵਟ ਦੇ ਵਿੱਚ ਉਹਨਾਂ ਨੇ ਜੋ ਗੁਰੂ ਦੀ ਰਾਖੀ ਦੇ ਉੱਤੇ ਪਹਿਰਾ ਦਿੱਤਾ, ਸਾਰੀ ਵਰਲਡ ਨੂੰ ਇਹਦੇ ਨਾਲ ਖੜਨਾ ਚਾਹੀਦਾ। ਜਿੱਥੇ ਜਿਸ ਤਰ੍ਹਾਂ ਦੀ ਵੀ ਉਹਨਾਂ ਦੀ ਮਦਦ ਦੀ ਲੋੜ ਆ, ਉਹਨਾਂ ਨੂੰ ਮਦਦ ਕਰਨੀ ਚਾਹੀਦੀ ਆ। ਨਹੀਂ ਅੰਮ੍ਰਿਤ ਦਾ ਕੀ ਮਤਲਬ ਆ? ਬਾਕੀ ਮੈਂ ਸਾਰੀ ਕੌਮ ਨੂੰ ਇਹ ਵੀ ਬੇਨਤੀ ਕਰਦਾ ਕਿ ਇਹ ਕਿੰਨੀਆਂ ਹੋ ਗਈਆਂ ਜੀ ਆਪਣੀਆਂ ਹੁਣ ਤੱਕ ਅੰਮ੍ਰਿਤ ਦੇ ਉੱਤੇ? 13 ਹੋ ਗਏ ਚੁੱਕਿਆ ਜੀ, 14 ਹੈ ਅੱਜ ਆਪਣਾ ਜਿਹੜਾ ਚੱਲ ਰਿਹਾ। ਇਹ ਪਹਿਲਾਂ 13 ਹੋ ਗਈਆਂ। ਕੁੱਲ ਅੰਮ੍ਰਿਤ ਦੇ ਟੋਟਲ 13 ਭਾਗ ਨੇ। ਕਈ ਭਾਗਾਂ ਦੀਆਂ 2-2 ਬਣੀਆਂ ਨੇ, ਉਹ ਲੰਮੇ ਜ਼ਿਆਦਾ ਸੀਗੇ। ਕਈ ਭਾਗਾਂ ਦੀ ਇੱਕ ਵੀ ਬਣੀ ਹੈ। ਹੁਣ ਸਿਰਫ 3 ਭਾਗ ਰਹਿੰਦੇ ਨੇ, ਇੱਕ 8ਵਾਂ, ਇੱਕ 9ਵਾਂ ਤੇ ਇੱਕ 10ਵਾਂ। ਉਹਦੇ ਨਾਲ ਅੰਮ੍ਰਿਤ ਦੇ 13 ਹਿੱਸੇ ਨੇ ਜਿਹੜੇ ਪੂਰੇ ਹੋ ਜਾਣਗੇ। ਮੇਰੀ ਦੁਨੀਆ ਦੇ ਟੋਟਲ ਸਿੱਖਾਂ ਨੂੰ, ਗੁਰਦੁਆਰਿਆਂ ਦੇ ਵਿੱਚ ਜਿਹੜੇ ਅੰਮ੍ਰਿਤ ਛਕਾਉਂਦੇ ਨੇ, ਉਹਨਾਂ ਨੂੰ ਇਹ ਬੇਨਤੀ ਆ ਕਿ ਇੱਕ ਤਾਂ ਅੰਮ੍ਰਿਤ ਇਹ ਮਤਾ ਪਾਸ ਕੀਤਾ ਜਾਵੇ ਕਿ ਇਹ ਟ੍ਰੈਡੀਸ਼ਨਲ ਗੁਰਦੁਆਰੇ ਦੇ ਵਿੱਚ ਹੀ ਛਕਾਇਆ ਜਾਵੇ। ਇਹ ਕੋਈ ਡੇਰੇਦਾਰ ਨਾ ਛਕਾਵੇ, ਨਾ ਉਹਨੂੰ ਇਹ ਅਧਿਕਾਰ ਹੋਵੇ। ਕਿਉਂਕਿ ਡੇਰੇਦਾਰ ਆਪਦੀ ਮਨਮਤ ਦੇ ਮੁਤਾਬਕ ਕਈ ਵਾਰੀ ਅੰਮ੍ਰਿਤ ਛਕਾ ਕੇ ਗਿਣਤੀਆਂ ਵਧਾ ਲੈਣੀਆਂ, ਗੁਣ ਉਹਨਾਂ 'ਚ ਹੋਵੇ ਨਾ, ਤੇ ਦੱਸਣਾ ਮੈਂ ਇੰਨੇ ਬੰਦਿਆਂ ਨੂੰ ਅੰਮ੍ਰਿਤ ਛਕਾਇਆ, ਇੰਨੇ ਬੰਦੇ ਨੇ। ਗੁਰਬਾਣੀ ਇਹਨਾਂ ਚੀਜ਼ਾਂ 'ਚ ਭਰੋਸਾ ਨਹੀਂ ਰੱਖਦੀ, ਉਹ ਅਮਲ ਵਿੱਚ ਰੱਖਦੀ ਆ। ਸੋ ਇਹ YouTube, ਕਿਉਂਕਿ ਇਹਨਾਂ ਦੇ ਵਿੱਚ ਜੇ ਕੋਈ ਕਮੀ ਰਹਿ ਗਈ ਉਹ ਮੇਰੇ ਤੋਂ ਰਹਿ ਗਈ ਹੋਊਗੀ। ਤੁਸੀਂ ਉਹ ਕਮੀ ਆਪ ਪੂਰੀ ਕਰਕੇ ਤੁਸੀਂ ਇਹ ਸਮਝ ਸਕੋਗੇ ਕਿ ਅੰਮ੍ਰਿਤ ਕੀ ਚੀਜ਼ ਆ, ਸਾਨੂੰ ਕਿਵੇਂ ਸਾਜਿਆ ਗਿਆ, ਦੁਨੀਆ ਦੇ ਧਰਮਾਂ ਦੀ ਸਾਡੇ ਨਾਲ ਕੀ ਸਾਂਝ ਆ, ਉਹ ਘੜੀ ਕਿਸ ਤਰ੍ਹਾਂ ਦੀ ਆ ਜਦੋਂ ਅੰਮ੍ਰਿਤ ਪੈਦਾ ਹੋਇਆ, ਜਦੋਂ ਖਾਲਸਾ ਸਾਜਿਆ ਗਿਆ, ਉਹ ਸ਼ੁਭ ਦਿਹਾੜਾ ਕਿਹੋ ਜਿਹਾ ਸੀ, ਉਹ ਕਿਵੇਂ ਆਇਆ। ਹਰਿੰਦਰ ਮਹਿਬੂਬ ਨੇ ਇਹਨੂੰ 13 ਭਾਗਾਂ 'ਚ ਦੱਸਿਆ, ਕਿਉਂਕਿ ਗੱਲ ਆ ਜਿਹੜੀ ਸਾਨੂੰ ਸਾਜ ਦਿੱਤਾ, ਪਰ ਸਾਜਣ ਦੇ ਪਿੱਛੇ ਖਿਆਲ ਬਹੁਤ ਵੱਡਾ, ਅਮਲ ਬਹੁਤ ਵੱਡਾ। 10 ਗੁਰੂ ਆਏ, ਉਹ 13 ਹਿੱਸਿਆਂ ਦੇ ਵਿੱਚ ਉਹਨੇ ਦੱਸਿਆ। ਜਦੋਂ ਤੁਸੀਂ ਇਹਨੂੰ ਸੁਣੋਗੇ, ਤੁਸੀਂ ਆਪ ਮਹਾਕਾਵਿ ਪੜੋਗੇ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ। ਤੁਸੀਂ ਅੰਮ੍ਰਿਤ ਛਕਣ ਵੇਲੇ ਆਪਣੇ ਆਪ ਨੂੰ ਮਹਿਸੂਸ ਕਰੋਗੇ ਵੀ ਹਾਂ,
मैं धरती दी उस चीज का रस चखिया जिहड़ी इह धरती दे उत्ते अमुल है ते जिहड़ी पहली बार गुरुआं दे नाल ही आई है, जिहड़ी सानू खालसा साजण तो बाद सानू गुरु घर दे विच दृढ़ कराउण दे लई, संगत दे रूप दे विच आपस विच जुड़न दे लई, गुरु दे नाल जोड़न दे लई जिहड़ा अमृत आया। इस अमृत नूं ਇਹ ਸਾਰੀਆਂ ਯੂਟਿਊਬਾਂ ਤੁਸੀਂ ਸੁਣਨੀਆਂ ਨੇ। ਹੁਣ ਮੈਂ ਤੁਹਾਨੂੰ ਦੱਸਦਾ ਕਿ ਉਹਨੇ ਜਿਹੜਾ ਇਹ ਮਹਾਕਾਵ ਲਿਖਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ, ਉਹ ਮੈਨੂੰ ਬਿਲਕੁਲ ਆਪਦੇ ਹੱਥ ਨਾਲ ਲਿਖ ਕੇ ਜਿਲਦਾਂ ਬਣ ਕੇ ਇਹਦੀਆਂ ਆਪਦੀ ਲਿਖਤ ਦੇ ਵਿੱਚ ਇਹਦੀਆਂ 2 ਕਾਪੀਆਂ ਮੇਰੇ ਪਿੰਡ ਝੁੰਦਾ ਮੈਨੂੰ ਆਪ ਦੇ ਕੇ ਗਿਆ ਸੀਗਾ। ਇਹ ਗੜ੍ਹਦੀਵਾਲ ਤੋਂ ਝੁੰਦਾ ਪਿੰਡ ਲਗਭਗ 225 ਮੀਲ ਆ, ਉੱਥੇ ਆਪ ਚੱਲ ਕੇ ਆਇਆ। ਉਹਦਾ ਇਹ ਮਹਾਕਾਵ ਆ। ਥੋੜੇ ਜਿਹੇ ਮੈਂ ਤੁਹਾਨੂੰ ਇਹਦੇ ਦਰਸ਼ਨ ਕਰਾਉਣਾ। ਅਸੀਂ ਇਹਨੂੰ ਇੱਥੇ ਫੋਟੋਆਂ 'ਚ ਵੀ ਪਾਵਾਂਗੇ, ਵਿੱਚੋਂ ਵੀ ਬਾਹਰੋਂ ਵੀ। ਇਹ ਉਹਦੀ ਲਿਖਤ ਆ, ਤੁਹਾਨੂੰ ਮੈਂ ਵਿੱਚੋਂ ਵੀ ਦਿਖਾਉਣਾ। ਉਹਦੀ ਲਿਖਤ ਆ, ਉਹਦਾ ਰਾਈਟਿੰਗ ਆ। ਉਹ ਮੈਨੂੰ ਕਿਉਂ ਦੇ ਕੇ ਗਿਆ? ਉਹਨੂੰ ਪਤਾ ਸੀ ਕਿ ਮੇਰੀ ਲਿਖਤ ਦਾ ਇਹ ਮੁੱਲ ਕਿਸੇ ਦਿਨ ਪਾਵੇਗਾ। ਮੈਂ ਕਿੰਨਾ ਕੁ ਮੁੱਲ ਪਾ ਸਕਿਆ? ਮੇਰੀ ਸਮਰੱਥਾ ਵੱਧ ਘੱਟ ਹੋ ਸਕਦੀ ਹੈ, ਪਰ ਅਜੇ ਤੱਕ ਇਹਦਾ ਮੁੱਲ ਗੁਰੂ ਨੇ ਮੇਤੋਂ ਹੀ ਪਵਾਇਆ। ਤੇ ਮੇਰੀ ਵਿਰੋਧਤਾ ਸਭ ਤੋਂ ਵੱਧ ਮੇਰੇ ਪਿੰਡ ਦੇ ਵਿੱਚੋਂ ਹੋਈ। ਉਹ ਐਡੇ ਦੁਸ਼ਮਣ ਸੀਗੇ, ਇੰਨਾ ਕੁਝ ਦੱਸਦੇ ਵੀ ਮੈਨੂੰ ਸ਼ਰਮ ਆਉਂਦੀ ਆ। ਉਹਨਾਂ ਦਾ ਜ਼ੋਰ ਹੀ ਇਹ ਲੱਗਿਆ ਸੀ ਕਿ ਕੰਮ ਕਿਤੇ ਇਹਦੇ ਰਾਹੀਂ ਹੋ ਨਾ ਜਾਵੇ। ਆਪਦੇ ਪੱਲੇ ਉਹਨਾਂ ਦੇ ਕੱਖ ਹੈ ਨਹੀਂ ਸੀ, ਸਿਰਫ ਜਰਿਆ ਨਹੀਂ ਸੀ ਜਾਂਦਾ। ਜੇ ਪੱਲੇ ਹੁੰਦਾ ਤਾਂ ਸਾਹਮਣੇ ਆ ਜਾਊਗਾ। ਅਜੇ ਵੀ ਸਮਾਂ ਹੈਗਾ, ਪਰ ਮੈਨੂੰ ਬਹੁਤ ਵੱਡਾ ਵਿਰੋਧ ਚੱਲਣਾ ਪਿਆ। 8 ਸਾਲ ਝੂਠਾ ਮੁਕੱਦਮਾ। ਮੇਰਾ ਆਪਦਾ ਪਰਿਵਾਰ ਵੀ ਮੇਰੇ ਬਹੁਤ ਖਿਲਾਫ ਸੀ। ਮੈਂ ਇਹ ਵੀ ਮੰਨਦਾ ਇਹਦੇ ਵਿੱਚ ਮੈਨੂੰ ਕਿਸੇ ਦੀ ਵੀ ਦੇਣ ਨਹੀਂ ਹੈਗੀ, ਆਪਦੇ ਖੁਦ ਆਪਦੀ ਵਾਈਫ ਤੇ ਪਰਿਵਾਰ ਤੋਂ ਬਿਨਾਂ। ਬਾਕੀਆਂ ਨੇ ਬਹੁਤ ਜ਼ਿਆਦਾ ਮੇਰੀ ਵਿਰੋਧਤਾ ਕੀਤੀ ਹੈ। ਜੇ ਕੰਮ ਸਿਰੇ ਚੜ ਗਿਆ, ਸੰਗਤ ਨੂੰ ਪ੍ਰਵਾਨ ਹੁੰਦਾ, ਸੰਗਤ ਨੂੰ ਇਹ ਠੀਕ ਲੱਗਦਾ, ਫਿਰ ਇਹ ਵੀ ਸਮਝ ਲਿਓ ਕਿ ਮੇਰੇ ਨਾਲ ਵਿਰੋਧ ਆ ਜਿਹੜਾ ਇਸ ਪਿੰਡ 'ਚ ਸਭ ਤੋਂ ਵੱਧ ਹੋਇਆ। ਗਿਰਾਵਟ ਦੀ ਹੱਦ ਤੱਕ ਹੋਇਆ, ਗਿਰਨ ਦੀ ਹੱਦ ਤੱਕ, ਜਿਹੜਾ ਕਿ ਗਿਰਾਵਟ ਤੋਂ ਵੀ ਕੋਈ ਗਿਰਾਵਟ ਆ। ਜੇ ਕੰਮ ਕੌਮ ਪ੍ਰਵਾਨ ਕਰਦੀ ਆ ਤਾਂ ਮੇਰੀ ਇਹ ਗੱਲ ਨੂੰ ਇਸ ਕਰਕੇ ਪ੍ਰਵਾਨ ਕਰੇ ਤਾਂ ਕਿ ਅਮਲ ਦੇ ਮੁਤਾਬਕ ਹੀ ਬੰਦਾ ਹਾਜ਼ਰੀ ਲਵਾਵੇ। ਜਿਹਦਾ ਅਮਲ ਨਾਲ ਨਹੀਂ, ਸਿਆਸੀ ਬੰਦਿਆਂ ਵਾਂਗੂ ਆ ਕੇ ਵਿੱਚ ਬੈਠ ਜਵੇ, ਘੱਟ ਤੋਂ ਘੱਟ ਬੰਦੇ ਦਾ ਪਤਾ ਜ਼ਰੂਰ ਹੋਵੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸੱਚ ਬੋਲਿਆ, ਉਸੇ ਤਰ੍ਹਾਂ ਹੀ ਮੈਂ ਤਾਂ ਦੱਸਦਾ, ਕਿਉਂਕਿ ਖਰੇ ਬੰਦੇ ਨੇ ਜਿਹੜੇ, ਉਹਨਾਂ ਦੀ ਪਹਿਚਾਣ ਸਦਾ ਹੀ ਹੋਣੀ ਚਾਹੀਦੀ ਆ। ਸੰਗਤ ਦੇ ਵਿੱਚ ਸਭ ਪ੍ਰਵਾਨ ਨੇ, ਪਰ ਜਿੱਥੇ ਵਿਰੋਧ ਆ ਕੋਈ, ਉਹ ਵਿਰੋਧ ਸਾਹਮਣੇ ਆਉਣਾ ਚਾਹੀਦਾ, ਤੇ ਜਿੱਥੇ ਕੋਈ ਵਫਾ, ਉਹ ਸਾਹਮਣੇ ਆਉਣੀ ਚਾਹੀਦੀ ਆ। ਮੇਰੇ ਨਾਲ ਆਸਟ੍ਰੇਲੀਆ ਤੋਂ ਵਿਜੇਪਾਲ ਸਿੰਘ ਨੇ, ਉਹਨਾਂ ਦਾ ਬਹੁਤ ਵੱਡਾ ਸਾਥ ਆ। ਇਸ ਵੇਲੇ ਪਿੱਛੋਂ ਮੇਰੇ ਨਾਲ ਕਾਫੀ ਸਮੇਂ ਤੋਂ ਗੁਰਦੀਪ ਸਿੰਘ ਜੀ ਜੁੜੇ ਨੇ, ਇਹਨਾਂ ਦੀ ਬਹੁਤ ਵੱਡੀ ਅਮੁੱਲ ਸਰਵਿਸ ਆ। ਜਾਂ ਮੇਰੇ ਟਰਸਟ ਦੇ ਬੰਦੇ ਨੇ, ਹਰਿੰਦਰ ਮਹਿਬੂਬ ਦੀ ਬੇਟੀ ਆ, ਜਾਂ ਇੱਥੋਂ ਕੈਨੇਡਾ ਦੇ ਵਿੱਚ ਨੇ ਸੁਚੇਤ ਸਿੰਘ ਜੀ ਨੇ, ਉਹਨਾਂ ਦੀ ਬੇਟੀ ਆ। ਇਹ ਉਹਦੀ ਲਿਖਤਾਂ, ਇਹ ਤੁਸੀਂ ਸਾਰੇ ਦੇਖ ਸਕਦੇ ਹੋ। ਇਹ ਉਹਦਾ ਆਪਣਾ ਲਿਖਿਆ ਹੱਥ ਦਾ। ਇਹ 2 ਜਿਲਦਾਂ ਦੇ ਵਿੱਚ ਆ। ਇੱਕ ਤੇ ਆ ਜਿਲਦ ਆ, ਹਾਂਜੀ, ਦੂਜੀ ਇਹ ਜਿਲਦ ਆ। ਇਹ ਜਿੰਨੇ ਸਫੇ ਕਿਤਾਬ ਦੇ ਨੇ, ਉਹਨੇ ਹੀ ਇਹਦੇ ਨੇ। ਉਹ ਮੈਨੂੰ ਸਪੈਸ਼ਲੀ ਦੇ ਕੇ ਗਿਆ ਸੀ। ਇੰਨੀ ਮਿਹਨਤ ਦੇ ਵਿੱਚ ਇਸ ਤਰ੍ਹਾਂ ਰੂਪ ਦੇ ਵਿੱਚ ਕਿਤਾਬ ਕਿਸੇ ਨੂੰ ਦੇਣੀ, ਆਪ ਹੀ ਸੋਚ ਲਓ
ਇਹਦੇ ਤੇ ਕਿੰਨੀ ਕੁ ਮਿਹਨਤ ਆ, ਫਿਰ ਉਹ ਆਪ ਦੇ ਕੇ ਗਿਆ। ਪਰ ਮੈਂ ਜਿੰਨੀ ਕੁ ਮੇਰੇ ਚ ਜਾਨ ਆ, ਮੈਂ ਇਹਦਾ ਮੁੱਲ ਪਾਉਣ ਦੀ ਕੋਸ਼ਿਸ਼ ਕੀਤੀ ਆ। ਬਾਬਾ ਜੀ ਇਹ ਜਿਹੜੇ ਦੋਨੇ ਵੋਲਿਊਮ ਤੁਹਾਡੇ ਕੋਲ ਨੇ, ਇਹ ਮਹਿਬੂਬ ਸਾਹਿਬ ਦੀ ਹੱਥ ਲਿਖਤ ਹੈ ਜੀ? ਇਹ ਉਹਨਾਂ ਦੇ ਆਪਦੇ ਹੱਥ ਲਿਖਦਾ, ਉਹਦਾ ਹੈਂਡਰਾਈਟਿੰਗ ਆ। ਵਾਹ। ਉਹ ਜਦੋਂ ਨੇ ਛਪਾਉਣ ਤੋਂ ਪਹਿਲਾਂ ਇਹਦੀਆਂ ਕਾਪੀਆਂ ਕੁਝ ਤਿਆਰ ਕੀਤੀਆਂ। ਹੋ ਸਕਦਾ ਕਿ ਹੋਰ ਵੀ ਨੇੜੇ ਦੇ ਬੰਦੇ ਨੂੰ ਕਦੀ ਕਾਪੀ ਦਿੱਤੀ ਹੋਵੇ, ਮੈਨੂੰ ਨਹੀਂ ਪਤਾ। ਪਰ ਮੈਨੂੰ ਉਹ ਇਹਦੀ ਕਾਪੀ ਸਪੈਸ਼ਲ ਦੇ ਕੇ ਗਿਆ। ਉਹਨੂੰ ਪਤਾ ਸੀ ਕਿ ਇਹਦਾ ਮੁੱਲ ਪਾਊਗਾ। ਪਹਿਲਾਂ ਵੀ ਮੈਂ ਦਾ ਜਿਹੜਾ ਮਹਾਕਾਵਿ ਗੁਰੂ ਨਾਨਕ ਸਾਹਿਬ ਵਾਲਾ, ਉਹ ਮੇਰੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਸਾਰਾ ਆੜੂ ਸੀ, ਸੋਚ ਵੀ ਨਹੀਂ ਸਕਦਾ ਬੰਦਾ ਐਡਾ ਵੱਡਾ ਸੀ ਉਹ। ਤੇ ਉਹ ਮੇਰੇ ਕੋਠੇ ਦੇ ਉੱਤੇ ਬਹਿ ਕੇ ਮੈਂ ਬਹਾਰ ਦੀ ਰੁੱਤ ਦੇ ਵਿੱਚ, ਮਾਰਚ ਅਪ੍ਰੈਲ ਦੀ ਰੁੱਤ ਦੇ ਵਿੱਚ ਉਹਦੀ ਸ਼ਾਮੇ ਬਹਿ ਕੇ ਪੜ੍ਹਿਆ ਸੀ। ਉਦੋਂ ਆਪ ਵੀ ਝੁੰਦਾ ਪਿੰਡ ਚ ਆਇਆ ਹੋਇਆ ਸੀ। ਇਹਨੇ ਦੇਖਿਆ ਵੀ, ਇਹਨੇ ਬਹੁਤ ਲੋਕਾਂ ਨੂੰ ਦੱਸਿਆ ਵੀ ਉਹ ਇਕੱਲਾ ਬੰਦਾ ਜਿਹਨੇ ਮੇਰੇ ਸਾਹਿਤਕ ਨੂੰ ਇੰਨਾ ਇੰਜੋਏ ਕਰਕੇ ਸਾਰੇ ਦੇ ਸਾਰੇ ਨੂੰ ਪੜ੍ਹਿਆ। ਬਾਕੀ ਉਹ ਕਹਿੰਦਾ ਸੀ ਵੀ ਮੈਂ ਕੋਈ ਬੰਦਾ ਨਹੀਂ ਦੇਖਿਆ ਜਿਹਨੇ ਸਾਰਾ ਪੜ੍ਹਿਆ ਹੋਵੇ ਤੇ ਮੇਰੇ ਨਾਲ ਕੋਈ ਗੱਲ ਕੀਤੀ ਹੋਵੇ। ਸੋ ਅਸੀਂ ਹੁਣ ਉਹਨਾਂ ਦਾ ਜਿਹੜਾ ਅੰਮ੍ਰਿਤ ਵਾਲਾ ਇਹ 8ਵਾਂ ਹਿੱਸਾ, 8ਵੇਂ ਹਿੱਸੇ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਸੇ ਇੱਕੋ ਹੀ ਸ਼ਬਦ ਦੇ ਵਿੱਚ ਇਹਨੂੰ ਪੂਰਾ ਕਰ ਦਈਏ। ਥੋੜਾ ਜਿਹਾ ਲੰਮਾ ਤੇ ਹੈ, ਕੋਸ਼ਿਸ਼ ਕਰਾਂਗੇ ਕਿਉਂਕਿ ਥੋੜੇ ਜ਼ਿਆਦਾ ਯੂਟਿਊਬਾਂ ਵੱਧ ਰਹੀਆਂ ਨੇ। ਮੈਂ ਚਾਹੁੰਦਾ ਵੀ ਹੁਣ ਇਹ ਜਿਹੜੇ 3 ਹਿੱਸੇ ਨੇ ਕਿ 3 ਵਿੱਚ ਹੀ ਆ ਜਾਣ। ਇਹ ਹੈਗਾ 8ਵਾਂ ਭਾਗ, ਖੰਡ ਬ੍ਰਹਿਮੰਡ ਵਿੱਚ ਕਲਗੀਧਰ ਦੇ ਅੰਮ੍ਰਿਤ ਦੇ ਅਗੰਮ ਰਿਸ਼ਤੇ। ਖੰਡਾਂ ਜਿਹੜੇ ਪਲੈਨਟਸ ਨੇ, ਸਾਰਾ ਬ੍ਰਹਿਮੰਡ, ਇਹਦੇ ਵਿੱਚ ਅੰਮ੍ਰਿਤ ਦੇ ਜਿਹੜੇ ਦੱਸੇ ਹੀ ਨਹੀਂ ਜਾ ਸਕਦੇ, ਇਨਐਕਸਪ੍ਰੈਸਿਬਲ ਨੇ, ਜਿਹੜੇ ਕਿ ਬਿਯੋਂਡ ਅਪਰੋਚ ਨੇ। ਉਹ ਅਗੰਮ ਰਿਸ਼ਤੇ ਕੀ ਨੇ ਅੰਮ੍ਰਿਤ ਦੇ, ਉਹ ਇਹ ਦੱਸੂਗਾ ਕਿ ਇਹ ਅਗੰਮ ਕਿਵੇਂ ਨੇ। ਦੂਜੇ ਧਰਮਾਂ ਦੀਆਂ ਵੀ ਮਿਸਾਲਾਂ ਆਉਣਗੀਆਂ, ਕੁਦਰਤ ਦਾ ਵਿਜ਼ਨ ਆਊਗਾ, ਗੁਰਬਾਣੀ ਦਾ ਵਿਜ਼ਨ ਆਊਗਾ, ਰੈਵੀਲੇਸ਼ਨ ਦਾ, ਇਹਦੇ ਵਿੱਚ ਟ੍ਰੈਡੀਸ਼ਨ ਬੜਾ ਕੁਝ ਆਵੇਗਾ। ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਕੁ ਕੁਝ ਦੱਸ ਸਕਦੇ ਹਾਂ। ਬਾਕੀ ਕਵੀ ਦੇ ਅੰਦਰ ਬਹੁਤ ਜ਼ਿਆਦਾ ਕੁਝ ਹੁੰਦਾ, ਸਾਰਾ ਨਹੀਂ ਦੱਸਿਆ ਜਾ ਸਕਦਾ। ਖੰਡ ਬ੍ਰਹਿਮੰਡ ਵਿੱਚ ਕਲਗੀਧਰ ਦੇ ਅੰਮ੍ਰਿਤ ਦੇ ਅਗੰਮ ਰਿਸ਼ਤੇ ਅਥਵਾ ਅੰਮ੍ਰਿਤ ਦਾਤ ਦਾ ਸੁੱਚਾ ਤਰਕ। ਇਹ ਤਰਕ ਦਾ ਕੀ ਮਤਲਬ? ਤਰਕ ਤੇ ਆ ਜਿਹੜੇ ਤਰਕਸ਼ੀਲ ਇਹਨਾਂ ਕੋਲੇ ਵੀ ਆ, ਪਰ ਜਿਹੜਾ ਗੁਰਬਾਣੀ ਦਾ ਤਰਕ ਆ, ਮੈਂ ਪਹਿਲਾਂ ਵੀ ਦੱਸਿਆ, ਫਿਲਾਸਫੀ ਦਾ ਤਰਕ ਨਹੀਂ ਹੈਗਾ, ਇਹ ਸਾਈਕੋਲੋਜੀ ਦਾ ਤਰਕ ਨਹੀਂ ਹੈਗਾ, ਇਹ ਲਿਟਰੇਚਰ ਦਾ ਤਰਕ ਨਹੀਂ, ਇਹ ਰੈਵੀਲੇਸ਼ਨ ਦਾ ਤਰਕ ਆ, ਜਿਹਨੂੰ ਸੂਫੀਜ਼ਮ ਦੇ ਵਿੱਚ ਤਸੱਵੁਫ ਕਿਹਾ। ਅਸੀਂ ਇਹਨੂੰ ਅਧਿਆਤਮਵਾਦ ਦੇ ਵਿੱਚ ਲਿਆਉਂਦੇ ਹਾਂ, ਪਰ ਅਧਿਆਤਮਵਾਦ ਵੀ ਸਟੇਜਸ ਦੇ ਮੁਤਾਬਕ ਆ। ਜਿੱਡੀ ਇੱਕ ਪੈਗੰਬਰਾਂ ਦੀ ਫਲਾਈਟ ਆ, ਸੁੱਚਾ ਤਰਕ ਉਸੇ ਤਰ੍ਹਾਂ ਬਦਲਦਾ ਰਹਿੰਦਾ। ਜਿਵੇਂ ਇਹਦੀ ਖਾਲਸ ਕੁਦਰਤ ਆ, ਖਾਲਸ ਕੁਦਰਤ ਦੇ ਵਿੱਚ ਇਹਨੇ ਜਿਹੜੇ 6 ਭਾਗ ਲਏ ਨੇ, ਉਹਦੇ ਵਿੱਚ ਪਹਿਲਾ ਉੱਚੀ ਸੁਰਤ ਉਹ ਕੰਸ਼ੀਅਸਨੈਸ ਗੁਰਬਾਣੀ ਦੀ, ਜਿਹੜੀ ਪਹਿਲਾਂ ਕਿਤੇ ਨਹੀਂ ਹੈਗੀ, ਜਿਹੜੀ ਗੁਰੂ ਨਾਨਕ ਤੋਂ ਬਿਨਾਂ ਪਹਿਲਾਂ ਨਹੀਂ ਹੈਗੀ, ਹਰ ਚੀਜ਼ ਨੂੰ ਉਚਾਈ ਤੋਂ ਦੇਖਦੀ ਹੈ, ਜਿਹਦੇ ਵਿੱਚ ਵਿਜਈ ਤਰਕ ਆ। ਵਿਜਈ ਤਰਕ ਕੀ? ਜੋ ਗੁਰੂ ਨਾਨਕ ਨੇ ਕਹਿਤਾ ਉਹਦੇ ਨਾਲ ਹੀ ਸਚਾਈ ਜੁੜੀ ਹੋਈ ਆ। ਜਿੱਤ ਦਾ ਤਰਕ, ਸੁੱਚਾ ਤਰਕ ਨਾਲ ਜੁੜਿਆ ਹੋਇਆ, ਤੁਹਾਨੂੰ ਵਕਾਲਤ ਕਰਨ ਦੀ ਲੋੜ ਨਹੀਂ ਹੈਗੀ, ਬਣਾਉਣ ਦੀ ਲੋੜ ਨਹੀਂ ਹੈਗੀ। ਜੋ ਗੁਰੂ ਨੇ ਕਿਹਾ ਉਹ ਮੰਨਿਆ ਗਿਆ, ਉਹਦੇ ਨਾਲ ਹੀ ਤਰਕ ਜੁੜਿਆ ਹੋਇਆ। ਫਿਰ ਉਹਦੇ ਚ ਅਗਲਾ ਕੀ ਆ? ਬੇਮਿਸਾਲ ਸਾਦਗੀ। ਬੇਮਿਸਾਲ ਸਾਦਗੀ ਕੀ? ਬੰਦੇ ਦਾ
ਉਹ ਰੂਪ ਜਿਹਦੇ ਨਾਲ ਉਹਦੇ ਸ਼ੁੱਧ ਰੂਪ ਤੋਂ ਬਿਨਾ ਕੋਈ ਬੇਲੋੜੀ ਚੀਜ਼ ਨਹੀਂ ਲੱਗੀ ਹੋਈ। ਜਿਵੇਂ ਦਰਖਤ ਹੁੰਦਾ ਹਰਾ ਭਰਾ, ਉਹਦੇ ਅਸੀਂ ਪੱਤੇ ਪਾਲਿਸ਼ ਨਹੀਂ ਕਰ ਸਕਦੇ। ਜਿਹੜੀ ਸ਼ੁੱਧ ਰੂਪ ਆ ਬੰਦੇ ਦਾ, ਉਹ ਇੰਨਾ ਬੇਮਿਸਾਲ ਤੇ ਖੂਬਸੂਰਤ ਆ, ਉਹ ਪੋਇਟ ਨੇ ਦਿਖਾਇਆ। ਉਹਦੇ ਨਾਲ ਬੇਲੋੜਾ ਸ਼ਿੰਗਾਰ ਵੀ ਉਹਦੀ ਸ਼ਾਨ ਵਿਗਾੜਦਾ। ਕੋਈ ਵੀ ਚੀਜ਼ ਉਹਦੇ ਨਾਲ ਖਿਆਲ ਵੀ ਨਹੀਂ ਵਾਧੂ ਲਾ ਸਕਦੇ, ਉਹ ਵਿਪਰ ਬਣ ਜਾਂਦਾ, ਵਿਪਰ ਸੰਸਕਾਰ। ਸ਼ਿੰਗਾਰ ਵੀ ਵਿਪਰ ਸੰਸਕਾਰ ਬਣ ਜਾਂਦਾ, ਉਹ ਬਾਹਰਲਾ ਬਣ ਜਾਂਦਾ, ਉਹ ਅੰਦਰਲਾ ਬਣ ਜਾਂਦਾ। ਇਹਨਾਂ ਚੀਜ਼ਾਂ ਨੂੰ ਸਜਾਉਣਾ, ਇਹਨਾਂ ਦੀ ਖੂਬਸੂਰਤੀ ਦੱਸਣੀ ਗ੍ਰੇਟ ਪੋਇਟ ਦਾ ਕੰਮ ਹੈ, ਜਿਹਦੇ ਕੋਲੇ ਸੁੱਚਾ ਤਰਕ ਨਹੀਂ। ਅਸੀਂ ਬਹੁਤ ਕੁਝ ਵਿੱਚ ਆਪਣਾ ਰਲਾ ਦਿੰਦੇ। ਹੌਲੀ ਹੌਲੀ ਜਦੋਂ ਗਾਹਾਂ ਦੀ ਗਾਹਾਂ ਪੜ੍ਹੀ ਜਾਂਦੇ ਆ, ਸ਼ੁੱਧ ਚੀਜ਼ ਅਸ਼ੁੱਧ ਹੋ ਜਾਂਦੀ। ਜਿਨੀ ਅਸੀਂ ਸਾਨੂੰ ਸ਼ੁੱਧ ਰੂਪ ਦੇ ਵਿੱਚ ਚੀਜ਼ ਦਿੰਦਾ। ਪਾਕ ਥੜੇ ਤੋਂ ਕਲਗੀ ਧਰਨੇ, ਨਿਗਾਹ ਅਕਾਲ ਚ ਮਾਰੀ। ਜਦੋਂ ਜਿੱਥੋਂ ਖਾਲਸਾ ਸਾਜਿਆ, ਉਹ ਪਵਿੱਤਰ ਉੱਚੀ ਥਾਂ ਸੀ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਆਪਣਾ ਕੇਸ਼ਗੜ੍ਹ ਸਾਹਿਬ ਕਿਲਾ, ਉੱਥੇ ਉਹਨਾਂ ਨੇ ਟਾਈਮਲੈਸਨੈਸ ਦੇ ਵਿੱਚ, ਜਦੋਂ ਸਮਾਂ ਵੀ ਨਹੀਂ ਸੀ ਸ਼ੁਰੂ ਹੋਇਆ, ਜਦੋਂ ਅਰਦਾਸ ਅੱਡ ਪਈ ਸੀ, ਹੁਕਮ ਲਹਿਦਾ ਪਿਆ ਸੀ। ਅਰਦਾਸ ਤੇ ਹੁਕਮ ਕਦੋਂ ਇਕੱਠੇ ਹੋਏ? ਗੁਰੂ ਨਾਨਕ ਦੇ ਵਿੱਚ ਆ ਕੇ। ਭਾਵੇਂ ਧਰਮਾਂ 'ਚ ਆਪਣੀ ਤਰ੍ਹਾਂ ਪਹਿਲਾਂ ਸੀਗੇ ਉਹਨਾਂ ਕੋਲੇ, ਪਰ ਅਰਦਾਸ ਦਾ ਨੇਮ ਤੇ ਹੁਕਮ ਦਾ ਨੇਮ ਜਿਵੇਂ ਗੁਰੂ ਨਾਨਕ ਦੇ ਵਿੱਚ ਆਇਆ, ਇਹ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ ਕਿਤੇ ਵੀ। ਇਸ ਕਰਕੇ ਇਹਨੂੰ ਅਮਲ 'ਚ ਲਿਆਉਣ ਦੇ ਲਈ 10 ਗੁਰੂਆਂ ਨੂੰ ਆਉਣਾ ਪਿਆ। ਇਹਦੀ ਸ਼ਾਨ ਖਾਲਸੇ ਨੇ ਹਰ ਕੀਮਤ ਅਦਾ ਕਰਕੇ ਕਾਇਮ ਰੱਖਣੀ ਹੈ, ਕੁਝ ਵੀ ਹੋ ਜਾਵੇ। ਇਹ ਨਹੀਂ ਕਿ ਉੱਠ ਕੇ ਇੱਕ ਬੰਦਾ ਇਹਦੀ ਬੇਇੱਜ਼ਤੀ ਕਰ ਦਵੇ, ਦੁਖੀ ਦਾ ਆਦਮੀ, ਇਹਦਾ ਦਿਮਾਗ ਨਹੀਂ ਜੀ ਠੀਕ, ਜਾਂ ਇਹਦਾ ਫਲਾਣਾ ਦਿਮਾਗ ਠੀਕ ਹੋਵੇ ਨਾ ਹੋਵੇ, ਉੱਥੇ ਕੋਈ ਵੀ ਸੁੱਕਾ ਨਾ ਜਾਵੇ। ਇਹ ਜਿਹਾ ਬੰਦਾ ਕੋਈ ਫਰਕ ਨਹੀਂ ਪੈਂਦਾ। ਜਿਹਦਾ ਦਿਮਾਗ ਨਹੀਂ ਠੀਕ, ਉਹ ਵੀ ਕਿੰਨਾ ਕੁ ਵਧੀਆ ਕਿ ਐਡੀ ਪਵਿੱਤਰ ਥਾਂ ਦੀ ਉਹ ਬੇਇੱਜ਼ਤੀ ਕਰਦਾ। ਇਹ ਤਾਂ ਐਡਾ ਸੂਫੀ ਆ, ਕਹਿੰਦਾ ਤੁਹਾਡੇ ਬੱਚਿਆਂ ਦੀ ਵੀ ਜ਼ਰੂਰਤ ਨਾ ਪਵੇ ਇਹਦੀ ਬੇਇੱਜ਼ਤੀ ਕਰਦੇ, ਉਹਦਾ ਹੌਸਲਾ ਨਾ ਪਵੇ। ਉਹਨਾਂ ਨੂੰ ਇਹੋ ਜਿਹੀ ਸਿੱਖਿਆ ਦਿਓ, ਉਹਨਾਂ ਦੇ ਅੰਦਰ ਇਸ ਪਵਿੱਤਰ ਚੀਜ਼ ਦਾ ਬਚਪਨ 'ਚ ਵੀ ਪਿਆ ਹੋਵੇ। ਜੇ ਉਹਦੀ ਕੋਈ ਵਗਿਆ ਕਰਦੇ ਨੇ, ਉਹ ਪਾਪ ਦੇ ਭਾਗੀ ਹੁੰਦੇ ਨੇ, ਤੁਹਾਡੇ ਰਾਹੀਂ ਤੁਸੀਂ ਵੀ ਹੁੰਦੇ। ਤੇ ਇਸ ਕਰਕੇ ਇਹਦੀ ਪਵਿੱਤਰਤਾ ਜਿਹੜੀ ਉਹ ਕਾਇਮ ਰੱਖਣੀ ਹੈ। ਇਹ ਸ਼੍ਰੋਮਣੀ ਕਮੇਟੀ ਤੋਂ ਨਾ ਭਾਲੋ, ਦੁਖੀ ਦੇ ਜਿਹੜੇ ਆ ਭੁੱਖ ਦੇ ਮਾਰੇ ਹੋਏ ਹਲਕਿਆਂ ਵਾਂਗੂ ਸਿਆਸੀ ਬੰਦੇ ਤੁਰੇ ਫਿਰਦੇ ਨੇ, ਇਹਨਾਂ ਤੋਂ ਕੀ ਭਾਲਦੇ ਹੋ ਤੁਸੀਂ? ਤਾਂ ਦੁਖੀ ਦੀ ਅਕਲ ਵੀ ਨਾ, ਇਹਨਾਂ 'ਚ ਕੋਈ ਅਣਖਾ ਨਾ ਸ਼ਰਮ। ਅਜੇ ਵੀ ਕੁਰਸੀਆਂ ਨੂੰ ਜਾ ਰਹੇ ਨੇ, ਜਿਵੇਂ ਬੰਦੇ ਦੀ ਮੁਰਦੇ ਦੀ ਖੱਲ ਲੋੜ ਕੇ ਵੇਚਣੀ ਹੁੰਦੀ ਹੈ। ਇਹੋ ਜਿਹੀ ਪੋਜੀਸ਼ਨ ਕਰਕੇ ਕਿਵੇਂ ਹਲਕਾ ਉੱਠਿਆ ਸਿਆਸਤ ਨੂੰ, ਸ਼ਰਮ ਆਉਂਦੀ ਆਦਮੀ ਨੂੰ ਕਿ ਕਿਵੇਂ ਫਿਰਦੇ ਨੇ ਚਾਰ ਚੁਫੇਰੇ ਭੱਜੇ। ਜਿਹਦੇ ਕੋਲ ਚਲੀ ਗਈ ਕੁਰਸੀ, ਉਹ ਕਿਵੇਂ ਤਾਲੇ ਮਾਰਦਾ ਜਿਵੇਂ ਧਰਤੀ ਦੇ ਉੱਤੇ ਉਹਨੂੰ ਕੋਈ ਹੋਰ ਕੰਮ ਹੀ ਨਹੀਂ, ਕਿਉਂਕਿ ਇਹਨਾਂ ਨੂੰ ਐਡਾ ਸਵਾਦ ਪੈ ਗਿਆ ਦੁਖੀ ਦੇ ਬੰਦਿਆਂ ਨੂੰ। ਇਹ ਤੁਹਾਨੂੰ ਕੀਮਤ ਉਤਾਰਨੀ ਪਊ ਇਹਨਾਂ ਨੂੰ ਭਜਾਉਣ ਦੇ ਲਈ। ਤੇ ਅੰਮ੍ਰਿਤ ਆ ਜਿਹੜਾ, ਇਹਨੂੰ ਸਹੀ ਰੂਪ ਦੇ ਵਿੱਚ ਛਕਾਇਆ ਜਾਵੇ, ਇਹਦੀ ਸਹੀ ਪਹਿਚਾਣ ਕੀਤੀ ਜਾਵੇ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਦੱਸਣ ਦੀ। ਬਾਗ ਥੜੇ ਤੋਂ ਕਲਗੀ ਧਰਨੇ, ਨਿਗਾਹ ਅਕਾਲ ਚ ਮਾਰੀ, ਤਦੋਂ ਬਸੰਤ ਖਿੜੀ ਮਨ ਸੰਗਤ, ਗੁਰ ਬਾਟਾਂ ਤੋਂ ਪਾਰੀ। ਉਸ ਵੇਲੇ ਕਿਉਂਕਿ ਗੁਰੂ ਦਾ ਝੁਕਾਅ ਸੰਗਤ ਵਾਲਾ, ਸਾਰੀ ਸੰਗਤ ਬਹਾਰ ਰੂਪ ਦੇ ਵਿੱਚ ਉਹ ਖਿੜੀ ਹੋਈ ਆ, ਬਲਾਸਮ ਹੋਈ ਆ। ਬਹਾਰ ਕਿਹੜੀ? ਰੂਹਾਨੀਅਤ ਦੀ, ਰੈਵੀਲੇਸ਼ਨ ਦੀ, ਗੁਰੂ ਦੇ ਸ਼ਬਦ ਤੇ ਨਾਮ ਦੇ ਰੰਗ ਵਿੱਚ ਰੰਗੀ ਹੋਈ ਬਹਾਰ। ਗੁਰ ਬਾਟਾਂ ਤੋਂ ਬਾਰੀ, ਕਿ ਉਹ ਗੁਰੂ ਦੇ ਜਿਹੜੇ ਰਸਤੇ ਸੀ, ਜਿੱਥੋਂ ਦੀ ਗੁਰੂ ਲੰਘ ਕੇ ਆਏ, ਤਤੀ ਤੋਂ ਦੀ ਸਿਰ ਦੇ ਕੇ ਲੰਘ ਕੇ ਆਏ, ਜੰਗਾਂ ਵਿੱਚੋਂ
ਉਦਾਸੀਆਂ ਚੋਂ ਇੰਨੇ ਰੂਪ ਦੇ ਵਿੱਚ ਗੁਰੂ ਨੇ ਸਫ਼ਰ ਕੀਤੇ। ਸੰਗਤ ਉਹਦੀ ਸ਼ੁਕਰਗੁਜ਼ਾਰੀ ਵੀ ਕਰ ਰਹੀ ਹੈ। ਉਹਦੇ ਉੱਤੇ ਸ਼ਬਦੀ ਨਾਮ ਦੀ ਬਹਾਰ ਹੈ, ਨਾਮ ਦੀ ਰੁੱਤ ਆਈ ਹੋਈ ਹੈ। ਨਭ ਗੁੰਬਦ ਤੱਕ ਸਦ ਪਤਾਲੋਂ ਸਹਿਜ ਮਨਾਂ ਤੇ ਛਾਈ। ਧਰਤੀ ਦੀ ਹੇਠਲੀ ਤਹਿ ਤੋਂ ਲੈ ਕੇ ਅਸਮਾਨ ਦੀ ਉੱਚੀ ਤੋਂ ਉੱਚੀ ਚੋਟੀ ਤੱਕ ਨਭ ਗੁੰਬਦ ਤੱਕ ਸਦ ਕੀ ਆਵਾਜ਼, ਹੇਕ ਜਿਹੜੀ ਨਾਮ ਦੀ ਹੇਕ ਆ, ਖਾਲਸੇ ਨੂੰ ਸਾਜਣ ਦੀ ਆਵਾਜ਼ ਆ, ਜਿਹੜੀ ਚਤੰਨ ਕਰ ਦਈ ਆ ਸਭ ਨੂੰ, ਸੱਦ ਦੇਣੀ ਆਵਾਜ਼, ਰੱਬੀ ਸੁਨੇਹਾ। ਨਭ ਗੁੰਬਦ ਤੱਕ ਸਦ ਪਤਾਲੋਂ ਸਹਿਜ ਮਨਾਂ ਤੇ ਛਾਈ। ਹਜ਼ਾਰਾਂ ਜਿਹੜੇ ਮਨ ਚ ਗਏ ਉੱਥੇ ਦੂਰ ਨੇੜੇ ਸਾਰਿਆਂ ਦੇ ਉੱਤੇ ਹੀ ਉਹ ਰੁੱਤ ਹੈ ਜਿਹੜੀ ਸ਼ਬਦ ਦੀ, ਨਾਮ ਦੀ ਬਹਾਰ ਦੀ ਰੁੱਤ ਹੈ, ਜੋ ਗੁਰਬਾਣੀ ਦਾ ਸ਼ਬਦ ਦੀ ਬਹਾਰ ਆ, ਜੋ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਧਰਤੀ ਧਰਮਸਾਲ ਦੇ ਰੂਪ ਦੇ ਵਿੱਚ ਬਹਾਰ ਆਈ ਹੋਈ ਹੈ। ਹਰ ਚੀਜ਼ ਖਾਲਸੇ ਦੇ ਨਾਲ ਘੜੀ ਗਈ ਆ। 10 ਗੁਰਾਂ ਦੀਆਂ ਪੈੜਾਂ ਤੋਂ ਸੀ ਧੁਨ ਬਸਮਾਦੀ ਆਈ। ਜਿੱਥੋਂ ਜਿੱਥੋਂ ਦੀ ਗੁਰੂ ਲੰਘ ਕੇ ਆਏ ਉਹਨਾਂ ਦੇ ਵਿੱਚੋਂ ਬਸਮਾਦ ਦੀ ਇੱਕ ਸੰਗੀਤਕ ਧੁਨ ਆਈ। ਬਸਮਾਦ ਕੀ ਆ? ਜਿਹੜਾ ਸੁਰਤ ਤੋਂ ਵੀ ਉੱਪਰਲੀ ਅਵਸਥਾ, ਜਿਹੜਾ ਖੇੜਾ ਹੀ ਖੇੜਾ, ਜਿਹੜਾ ਦੁਨੀਆ ਦਾ ਕੋਈ ਵੀ ਖੇੜਾ ਉੱਥੇ ਤੱਕ ਨਹੀਂ ਜਾ ਸਕਦਾ, ਜਿਹਦਾ ਨੇਮ ਪ੍ਰਬੰਧ ਵੀ ਆਪਣਾ ਹੀ ਆ, ਜਿਹੜਾ ਗੁਰੂ ਰਾਹੀਂ ਇਹ ਇੱਕ ਮੁਕੰਮਲ ਸਪਿਰਿਚੁਅਲ ਵਿਧਾਨ ਦੇ ਵਿੱਚ ਆਇਆ। ਸਮਾਧੀਆਂ ਪੋਰਸ਼ਨਸ ਤੇ ਮਿਲਦੇ ਨੇ, ਵਿਆਖਿਆਵਾਂ ਮਿਲਦੀਆਂ ਨੇ, ਕਵੀਆਂ ਵਿੱਚ ਵੀ ਨੇ, ਕੀਟਸ ਵਿੱਚ ਵੀ ਹੈ, ਸ਼ੇਕਸਪੀਅਰ ਵੀ ਹੈ, ਸ਼ੈਲੇ ਵਿੱਚ ਵੀ ਹੈ, ਵਰਲਡ ਦੇ ਹੋਰ ਪੋਇਟਸ ਵਿੱਚ ਵੀ ਨੇ, ਧਰਮਾਂ ਵਿੱਚ ਵੀ ਨੇ। ਪਰ ਬਸਮਾਦ ਦਾ ਕੰਸਟੀਟਿਊਸ਼ਨ ਹੋਵੇ, ਇੱਕ ਸਪਿਰਿਚੁਅਲ ਇੱਕ ਸਿਸਟਮ ਹੋਵੇ, ਇਹ ਗੁਰਬਾਣੀ ਦੇ ਵਿੱਚ ਹੀ ਆ ਕਿ ਇਹਦਾ ਆਪਣਾ ਹੀ ਨੇਮ ਪ੍ਰਬੰਧ ਆ। ਸਮੇਂ ਤੇ ਸਥਾਨ ਤੋਂ ਅਗਲੇ ਨੇ ਨਿਸ਼ਾਨ ਬਿੰਦੂ ਛੋਏ ਹੋਏ। ਜਿਹੜਾ ਪੂਰਨ ਸਿੰਘ ਦਾ ਮਿਊਜ਼ਿਕ ਆਫ ਦੀ ਸੋਲ ਆ, ਉਹ ਸਿੱਖ ਸੰਗਤ ਬਸਮਾਦ ਰੂਪ ਆ। ਪੜ੍ਹ ਕੇ ਦੇਖੋ ਸਾਰੇ ਕਿ ਸੰਗਤ ਦਾ ਕੀ ਰੂਪ ਆ, ਉਹਦੇ ਚ ਕੁਦਰਤ ਕੀ ਆ, ਜੀਵ ਜੰਤੂ ਕੀ ਨੇ, ਧਰਤੀ ਕੀ ਆ, ਗ੍ਰਸਤ ਕੀ ਆ, ਮਿਹਨਤ ਕੀ ਆ, ਸਭ ਕੁਛ ਆਉਂਦਾ। ਕੋਈ ਚੀਜ਼ ਨਹੀਂ ਜਿਹੜੀ ਨਹੀਂ ਹੁੰਦੀ। ਨਾਮ ਕੀ ਆ? ਨਾਮ ਚੋਂ ਘੜਿਆ ਕਿਵੇਂ ਗਈ ਸੰਗਤ, ਉਹਦੇ ਕੀ ਰੂਪ ਨੇ? ਸੰਗਤ ਦੇ ਤਨ ਮਨ ਨੂੰ ਛੋਹੇ ਦੈਵੀ ਧਮਕ ਪੁਰਾਣੀ। ਪੁਰਾਣੇ ਸਮਿਆਂ ਤੋਂ ਜਿਹੜਾ ਰੂਹਾਨੀਅਤ ਦਾ ਇੱਕ ਦੈਵੀ ਨੇਮ ਪ੍ਰਬੰਧ ਚੱਲ ਰਿਹਾ ਸਾਰੇ ਧਰਮਾਂ ਦੇ ਵਿੱਚ ਸਾਂਝਾ, ਉਹ ਸਾਰੀਆਂ ਕਨਸੂਆਂ ਨੇ ਜਿਹੜੀਆਂ ਇੱਕ ਧਮਕ, ਇੱਕ ਥ੍ਰਿਲ ਬਣ ਕੇ ਆ ਰਹੀਆਂ ਨੇ। ਜਿਵੇਂ ਉਹਦੇ ਚਨਾਹ ਦੀ ਰਾਤ ਜਿਹੜੀ ਪਿਆਰੇ ਦਾ ਦੇਸ ਆ, ਉਹਦੇ ਵਿੱਚੋਂ ਟੱਪੇ ਨੇ ਮਾਈਏ ਦੇ। ਗੱਲ ਆਖੀ ਪੁਰਾਣੀ ਨੇ, ਪੁਰਾਣੀ ਕੀ? ਪੁਰਾਣਾ ਟਾਈਮ। ਲੰਮੀਆਂ ਖਜੂਰਾਂ ਨੂੰ ਡੂੰਘੇ ਉਮਰਾਂ ਦੇ ਪਾਣੀ ਨੇ। ਇਹ ਆ ਇਹ ਪੁਰਾਣੀ ਧਮਕ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿਹਦੇ ਵਿੱਚ ਜਦੋਂ ਨਹੀਂ ਸਨ ਕਹਿਕਸ਼ਾਂ ਉੱਤੇ ਖਿਆਲਾਂ ਦੀਆਂ ਲਕੀਰਾਂ, ਇਲਮ ਸ਼ਰਾਂ ਨੂੰ ਜਿਨ੍ਹਾਂ ਹਾਲੇ ਸਾਧ ਨਹੀਂ ਸੀ ਦਿੱਤੀ, 10 ਸਮਿਆਂ ਉਹ ਕਿੱਥੇ ਗਈਆਂ ਕਰ ਪਰਵਾਜ਼ ਜ਼ਮੀਰਾਂ। ਉਹ ਪਵਿੱਤਰ ਬੰਦੇ ਜਿਨ੍ਹਾਂ ਨੂੰ ਧਰਮ ਦੀ ਲੋੜ ਵੀ ਨਹੀਂ ਸੀ, ਆਪ ਹੀ ਧਰਮ ਸੀਗੇ। ਧਰਮ ਦੀ ਲੋੜ ਉਦੋਂ ਪਈ ਜਦੋਂ ਬੰਦਾ ਗਿਰ ਗਿਆ, ਉਹਨੂੰ ਉੱਥੇ ਹੀ ਲਿਆਉਣ ਦੇ ਲਈ ਪਈ। ਐਡੀਆਂ ਕੁਰਬਾਨੀਆਂ ਤੋਂ ਬਾਅਦ ਫੇਰ ਟੁਕੀ ਦੇ ਬੰਦੇ ਨੂੰ ਵੇਚਣ ਵਾਲੀ ਕਸਰ ਨਹੀਂ ਛੱਡਦੇ। ਨਾ ਉਹ ਡਰਦੇ ਨੇ ਐਡੀਆਂ ਕੁਰਬਾਨੀਆਂ ਤੋਂ, ਡਰ ਵੀ ਨਹੀਂ ਰਹਿੰਦਾ। ਆਦਮੀ ਇੰਨਾ ਡਲ ਹੋ ਜਾਂਦਾ, ਇੰਨਾ ਗਿਰ ਜਾਂਦਾ।
ਸੰਗਤ ਦੇ ਤਨ ਮਨ ਨੂੰ ਛੋਹੇ, ਦੇਵੀ ਧਮਕ ਪੁਰਾਣੀ, ਹੂੰ ਜਪਜੀ ਦੀ ਦਰਗਾਹ ਤੇ ਛਲਕਣ, ਚੜ ਬਹਿੰਦੇ ਪਾਣੀ। ਹਰਿੰਦਰ ਮਹਿਬੂਬ ਨੇ ਜੋ ਆਪਣਾ ਜਪਜੀ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੱਸਿਆ, 7 ਤਰ੍ਹਾਂ ਨਾਲ ਉਹਦੇ ਚ ਰੱਬ ਦਾ ਪ੍ਰਕਾਸ਼ ਹੋਇਆ। ਉਹ ਇੱਕ ਦਰਗਾਹ ਹੁੰਦੀ ਹੈ, ਜਦੋਂ ਬੁੱਧੀ ਆਪਣੇ ਟਕਸਾਲੀ ਰੂਪ ਨੂੰ ਪਹੁੰਚਦੀ ਹੈ, ਇਹ ਦਰਗਾਹ ਦੀ ਅਵਸਥਾ। ਵਾਹ। ਪੜ੍ਹ ਕੇ ਦੇਖੋ ਸੱਤੇ ਰੂਪ ਕੀ ਨੇ, ਕਿ ਜਪਜੀ ਕੀ ਹੈ। ਉਹਦੇ ਚ ਕਾਲ ਪੁਰਖ ਦਾ ਪ੍ਰਕਾਸ਼ ਕਿਹੜੀਆਂ ਕਿਹੜੀਆਂ ਸ਼ਕਲਾਂ ਚ ਹੋਇਆ, ਵਿਗਾਸ ਚ ਕਿਵੇਂ ਹੋਇਆ, ਇੱਕ ਓਮਕਾਰ ਚ ਕਿਵੇਂ ਹੋਇਆ, ਇਹ ਜਿਹੜਾ ਨੇ ਨਿਆਂ ਚ ਕਿਵੇਂ ਹੋਇਆ, ਇਹ ਸਾਰਾ ਕੁਝ ਕਰਮ ਚ ਕਿਵੇਂ ਹੋਇਆ, ਕਰਮ ਬਲੈਸਿੰਗ ਆ ਫਜ਼ਲ। ਇਹ 7 ਸਟੇਜਾਂ ਦੇ ਵਿੱਚ ਦਰਗਾਹ ਉਹ ਸਟੇਜ ਹੈ ਜਦੋਂ ਬੁੱਧੀ ਧਰਤੀ ਤੋਂ ਨਿਰਲੇਪ ਹੋ ਕੇ ਸ਼ਬਦ ਰੂਪ ਦੇ ਵਿੱਚ ਆ ਜਾਂਦੀ ਹੈ, ਟਕਸਾਲੀ ਰੂਪ ਦੇ ਵਿੱਚ ਸ਼ਬਦ ਦੇ ਵਿੱਚ। ਅਕਲ ਆ ਜਦੋਂ ਸੁੱਚੇ ਤਰਕ ਚ ਪਹੁੰਚ ਜਾਂਦੀ ਹੈ। ਇਹ ਉਹ ਚੜ ਬਹਿੰਦੇ ਪਾਣੀ, ਬਹੀ ਨਦੀ ਕੀ, ਜਿੱਥੇ ਉਹਨਾਂ ਨੂੰ ਰੱਬੀ ਇਲਹਾਮ ਹੋਇਆ ਸੀ ਅਗਲੇ ਧਰਮ ਚਲਾਉਣ ਦਾ। ਬਹੀ ਚ ਪਾਏ, ਉਹ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ, ਕਿਉਂਕਿ ਉਹਨਾਂ ਕੋਲੇ ਇਦੋਂ ਅਗਲਾ ਇਹਨਾਂ ਲੋਕਾਂ ਦੇ ਲਈ ਇੱਕ ਵੱਡਾ ਦੀਨ ਸੀਗਾ, ਜਿਹਦੇ ਵਿੱਚ ਦੋਨੇ ਦੀਨ ਆਪਣੀ ਆਪਣੀ ਤਾਂ ਪੂਰੇ ਨੇ, ਆਪਣੀ ਆਪਣੀ ਤਾਂ ਸੁਤੰਤਰ ਨੇ। ਉਹ ਤਾਂ ਹੀ ਕਹਿੰਦੇ ਨੇ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਇਸ ਮੇਰ ਕਿਉਂ ਵੀ ਕੱਢ ਲੈਂਦੇ ਨੇ। ਅਗਲੇ 9 ਰੂਪ ਉਹਨਾਂ ਦੇ ਰਾਹੀਂ ਆਏ, ਉਹ ਸਾਰੀ ਦੁਨੀਆ ਚ ਗਏ, ਕਿਉਂਕਿ ਇਹ ਸੁਨੇਹਾ ਦੁਨੀਆ ਨੂੰ ਚਾਹੀਦਾ। ਇਹ ਸਾਰੀ ਦੁਨੀਆ ਲਈ ਆ, ਭਾਵੇਂ ਪੰਜਾਬ ਚੋਂ ਪੈਦਾ ਹੋਇਆ, ਕੋਈ ਪਤਾ ਨਹੀਂ ਕਿਹੜੇ ਪਾਸਿਓਂ ਤੋਂ ਇਹਨੇ ਵੱਧ ਕੇ ਕਿਵੇਂ ਵਧਣਾ ਕਿਵੇਂ ਜਾਣਾ। ਜਿਵੇਂ ਕੰਬਾਈਨ ਦੇ ਖੇਤ ਨੂੰ ਜਦੋਂ ਅੱਗ ਲਾਉਂਦੇ ਆ ਨਾ, ਜਿੱਥੋਂ ਸ਼ੁਰੂ ਕਰਦੇ ਉੱਥੋਂ ਇੰਨੀ ਤੇਜ਼ ਨਹੀਂ ਹੁੰਦੀ, ਮਗਰ ਜਾ ਕੇ ਸਭ ਤੋਂ ਤੇਜ਼ ਹੁੰਦੀ। ਪਤਾ ਨਹੀਂ ਕਿਹੜੇ ਕੰਟਰੀ ਚੋਂ ਇਹ ਲਹਿਰ ਹੋਰ ਜ਼ੋਰ ਨਾਲ ਉੱਠਣੀ, ਸਾਰੀ ਵਰਲਡ ਚ ਆਊਗਾ, ਕਿਉਂਕਿ ਇਹ ਤਾਂ ਦੁਨੀਆ ਚ ਚਲਿਆ ਗਿਆ ਕਿ ਦੁਨੀਆ ਚ ਐਡਾ ਕੋਈ ਦੀਨ ਨਹੀਂ ਹੈਗਾ। ਇਹ ਤਾਂ ਇੰਟੈਲੈਕਚੁਅਲ ਬੰਦੇ ਮੰਨ ਚੁੱਕੇ ਨੇ। ਇਹ ਹਰਿੰਦਰ ਮਹਿਬੂਬ ਤੇ ਪੂਰਨ ਸਿੰਘ ਨੇ ਗੱਲ ਮਨਾ ਲਈ ਹੋਈ ਹੈ। ਅੱਗੇ ਅਮਲ ਚ ਕਿਵੇਂ ਕਿਵੇਂ ਆਉਂਦੀ ਆ, ਉਹ ਖਾਤੇ ਤੇ ਨਿਰਭਰ ਕਰਦਾ, ਜਿੱਥੇ ਜਿੱਥੇ ਬੈਠਾ ਉਹ ਕਿੰਨਾ ਕੁ ਲਿਆਉਂਦਾ। ਉਹਨੇ ਬਾਹਰਲੇ ਰੂਪ ਚ ਤਾਂ ਬਹੁਤ ਲਿਆਂਦਾ, ਸ਼ਬਦ ਤੇ ਨਾਮ ਦਾ ਜਿਹੜਾ ਪ੍ਰਕਾਸ਼ ਆ ਉਸ ਪਾਸੇ ਵੀ ਲਿਆਉਣ ਦੀ ਲੋੜ ਆ ਬਹੁਤ ਜ਼ਿਆਦਾ। ਉਹ ਲਾਈਫ ਚੋਂ ਵੀ ਜ਼ਾਹਰ ਹੋਵੇ, ਉਹ ਸਾਡੇ ਦੱਸਣ ਦੇ ਵਿੱਚੋਂ ਵਿਆਖਿਆ ਚੋਂ ਵੀ ਜ਼ਾਹਰ ਹੋਵੇ, ਉਹ ਬਹੁਤ ਜ਼ਿਆਦਾ ਜੇ ਉਹਦੀ ਹੋਰ ਲੋੜ ਆ। ਗੁਰਦੁਆਰਿਆਂ ਚ ਵੀ ਸੁਧਾਰ ਦੀ ਬਹੁਤ ਜ਼ਿਆਦਾ ਲੋੜ ਆ। ਇਹ ਵੀ ਅਜੇ ਮੇਰਾਂ ਚ ਖੜੇ ਨੇ ਜ਼ਿਆਦਾ, ਜਿਵੇਂ ਫੈਕਟਰੀਆਂ ਲੱਗੀਆਂ ਹੁੰਦੀਆਂ ਨੇ, ਬੰਦਾ ਜਿਹੜਾ ਇਹਨੂੰ ਆਪਦਾ ਵਪਾਰ ਹੀ ਬਣਾ ਲੈਂਦਾ। ਨਾਨਕ ਦੀ ਛੋਹ ਦੇ ਦਰਿਆਵਾਂ, ਸਾਗਰ ਥਲਾ ਪਹਾੜਾਂ, ਅਨਹਦ ਨਾਦ ਦੇ ਖੰਭ ਛਹਾਏ, ਜਾਂ ਸੁਰਤਾਂ ਦੇ ਪਾਰਾਂ। ਨਾਨਕ ਦੀ ਛੋਹ ਦੇ ਦਰਿਆਵਾਂ, ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ, 200 ਦਰਿਆ ਹੁੰਦੇ, 200 ਦਰਿਆਵਾਂ ਦੀ ਗੁਰਮੁਖਾਂ ਦੇ ਰੂਪ ਦੇ ਵਿੱਚ ਹੀ ਵਿਆਖਿਆ ਕੀਤੀ ਹੋਈ ਆ। ਪੜ੍ਹ ਕੇ ਦੇਖੋ ਗੁਰੂ ਨਾਨਕ ਵਾਲਾ ਮਹਾਕਾਵਿ। ਕਿਸੇ ਵੀ ਦੁਨੀਆ ਦੇ ਪੋਇਟ ਨੇ ਇੰਨੀ ਦਰਿਆਵਾਂ ਦੀ ਖੂਬਸੂਰਤੀ ਨਹੀਂ ਦੱਸੀ, ਇੰਨੀ ਗਿਣਤੀ ਦੇ ਵਿੱਚ ਹਰਿੰਦਰ ਮਹਿਬੂਬ ਨੇ ਦੱਸੀ ਆ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਦੱਸਣ ਵਾਲੇ ਗੁਰਮੁਖ ਨੇ। ਇਹ ਗੁਰਮੁਖ ਇਕੱਲਾ ਸਰੀਰ ਚ ਨਹੀਂ ਹੈਗਾ, ਕੁਦਰਤ ਰੂਪ ਚ ਵੀ ਆ। ਜਿਵੇਂ ਪੂਰਨ ਸਿੰਘ ਨੇ ਸਪਿਰਿਟ ਬੋਰਨ ਪੀਪਲ ਦੇ ਵਿੱਚ ਲਿਖਿਆ, ਜਪਜੀ ਵਾਲੇ ਹਿੱਸੇ ਚ
ਕਹਿੰਦਾ ਮੈਨੂੰ ਹਿਮਾਲਾ ਪਰਬਤ ਇੱਕ ਗੁਰਮੁਖ ਲੱਗਦਾ, ਵਾਹ। ਚਿੱਟੀ ਨੀਲੀ ਦਸਤਾਰ ਵਾਲਾ, ਕਿਉਂਕਿ ਗੁਰਬਾਣੀ ਦੇ ਗੁਰਮੁਖ ਦਾ ਇੱਕ ਸਰੀਰ ਬੋਝ ਨਹੀਂ ਚੁੱਕ ਸਕਦਾ। ਜਿਵੇਂ ਬੱਦਲ ਨੇ, ਉਹਨਾਂ ਦਾ ਕੱਲੀ ਕੱਲੀ ਕਣੀ ਬੋਝ ਚੁੱਕਦੀ ਆ, ਹਜ਼ਾਰਾਂ ਹੀ ਗੁਰਮੁਖ ਪੈਦਾ ਹੋਣਗੇ। ਇਹਦੇ ਚ ਇੰਨੀ ਤਾਕਤ ਆ ਕਿ ਗੁਰਮੁਖ ਵੀ ਅਨੇਕ ਤਰ੍ਹਾਂ ਦੇ ਹੋਣਗੇ, ਅੱਗੇ ਤੋਂ ਅੱਗੇ ਦੱਸੀ ਜਾਣਗੇ ਵੈਰਾਈਟੀ ਦੇ ਵਿੱਚ। ਤੇ ਇਹ ਗੱਲਾਂ ਕੋਈ ਸਧਾਰਨ ਨਹੀਂ ਹੈਗੀਆਂ। ਤੇ ਜਿਹੜਾ ਦੂਜਾ ਗੁਰੂ ਨੇ ਇਹ ਨਹੀਂ ਕਿ ਉਹਨੇ ਪੋਇਟਰੀ ਚ ਬਾਣੀ ਚ ਗੱਲ ਕਹਿਤੀ। ਗੁਰਮੁਖਾਂ ਦੀ ਦਰਿਆਵਾਂ ਨਾਲ ਦੋਸਤੀ ਆ, ਇਹ ਅਮਲ ਵਿੱਚ ਸੱਚੀ ਮੁੱਚੀ ਅਮਲ ਦੇ ਵਿੱਚ ਪੂਰੇ ਵੀ ਉਤਰੇ। ਨਾਨਕ ਦੀ ਛੋਹ ਦੇ ਦਰਿਆਵਾਂ, ਸਾਗਰ ਥਲਾਂ ਪਹਾੜਾਂ, ਜਿੱਥੋਂ ਜਿੱਥੋਂ ਦੀ ਵੀ ਉਹ ਗਏ, ਜਿੱਥੇ ਜਿੱਥੇ ਉਹਦੀ ਛੋਹ ਲੱਗੀ, ਉਹ ਸਿੱਖ ਸੰਗਤ ਦੇ ਵਿੱਚ ਆ ਗਏ। ਉਹ ਧਰਮਸਾਲ ਦੇ ਰੂਪ ਦੇ ਵਿੱਚ ਸਭ ਚੀਜ਼ਾਂ ਨਵਾਜੀਆਂ ਗਈਆਂ, ਸਾਜੀਆਂ ਗਈਆਂ। ਇੱਕ ਸੰਗਤ ਰੂਪ ਵਿੱਚ ਹਰ ਚੀਜ਼ ਨੂੰ ਰੱਬੀ ਘਰ ਦਾ ਸੋਝ ਮਿਲਿਆ, ਰੱਬੀ ਘਰ ਦੀ ਬਰਕਤ ਮਿਲੀ, ਰੱਬੀ ਘਰ ਦਾ ਰਹਿਣੀ ਬਹਿਣੀ ਮਿਲੀ। ਹਰ ਚੀਜ਼ ਨੂੰ ਸਾਰੀ ਧਰਤੀ ਹੋਈ ਸਾਜੀ ਗਈ। ਅਨਹਦ ਨਾਦ ਦੇ ਖੰਭ ਛੁਹਾਏ, ਜਾਂ ਸੁਰਤਾਂ ਦੇ ਪਾਰਨ। ਜਿਹੜਾ ਅਨਹਦ ਨਾਦ ਆ, ਪ੍ਰਾਈਮੋਰਡੀਅਲ ਸਾਊਂਡ ਨੂੰ ਵੀ ਕਹਿੰਦੇ, ਜੋਗੀਆਂ ਚ ਵੀ ਆਉਂਦੀ ਆ ਸਾਊਂਡ ਆ ਜਿਹੜੀ। ਪਰ ਜਿਹੜਾ ਗੁਰਬਾਣੀ ਦੇ ਵਿੱਚ ਅਨਹਦ ਨਾਦ ਆ, ਜਿਹੜਾ ਭੂਪ ਸਿੰਘ ਨੇ ਲਿਖਿਆ ਗੁਰੂ ਨਾਨਕ ਦੀ ਰਬਾਬ ਦੇ ਉੱਤੇ, ਉਹ ਕਹਿੰਦਾ ਇਹ ਮਿਊਜ਼ਿਕ ਤਾਂ ਗੁਰਬਾਣੀ ਦੇ ਰਾਗ ਦੇ ਮੂਹਰੇ ਦੁਨੀਆ ਦੇ ਰੌਲੇ ਨਾਲੋਂ ਹੀ ਚੰਗਾ। ਪਰ ਉਹ ਰਾਗ ਤੇ ਉੱਥੇ ਸੰਗੀਤ ਪਹੁੰਚਦਾ ਹੀ ਨਹੀਂ ਹੈਗਾ। ਇਹ ਅਨਹਦ ਜਿਹੜਾ ਨਾਦ ਆ, ਇਹ ਵੀ ਗੁਰਬਾਣੀ ਦਾ ਹੀ ਆ। ਉਹ ਤੋਂ ਖਾਲਸਾ ਸਾਜਿਆ ਗਿਆ, ਸਾਜੇ ਹੋਏ ਰਾਗ ਦੀਆਂ ਧੁਨੀਆਂ, ਜਿਹੜਾ ਬਾਣੀ ਕੱਢਿਆ ਗਿਆ, ਜਿਹਦੇ ਵਿੱਚ ਰਾਗ ਵੀ ਆਪਣਾ ਆਪ ਸਵਾਰ ਕੇ ਸਾਜਣਾ ਪਿਆ ਗੁਰਬਾਣੀ ਨੂੰ ਦੱਸਣ ਦੇ ਲਈ, ਕੀਰਤਨ ਵਿੱਚ ਆਉਣ ਦੇ ਲਈ। ਇਹ ਗੱਲ ਬਹੁਤ ਬਹੁਤ ਸਮਝ ਵਾਲੀ ਆ। ਅਸੀਂ ਬਾਹਮਣਪੁਰ ਰਾਗ ਸਿੱਖਣ ਚਲੇ ਜਾਂਦੇ, ਉੱਥੇ ਘਮੇਰੀਆਂ ਖਾਈ ਜਾਂਦੇ। ਇਹ ਤੇ ਮੰਜ਼ਿਲ ਹੀ ਹੋਰ ਆ। ਤੁਸੀਂ ਸਾਦਗੀ ਚ ਕਰ ਲਓ, ਕੋਈ ਫਰਕ ਨਹੀਂ, ਪਰ ਉਹ ਨਾ ਸਿੱਖੋ ਜਿਹੜਾ ਆਪ ਹੀ ਅਕਲ ਚ ਘਿਰਿਆ ਹੋਇਆ। ਉਹ ਤੁਹਾਨੂੰ ਕੀ ਕਰੂਗਾ? ਉਹ ਤਾਂ ਤੁਹਾਨੂੰ ਨਿੱਕੇ ਘੇਰੇ ਚ ਪਾ ਦੂਗਾ। ਜੇ ਤੁਸੀਂ ਉਹਦੀ ਸ਼ੈਲੀ ਵੱਲ ਤੁਰੋਗੇ ਤਾਂ ਹੀ ਆਊਗੀ। ਘੱਟ ਤੋਂ ਘੱਟ ਜਿਹੜੀ ਚੀਜ਼ ਸਾਡੇ ਤੇ ਪੂਰੀ ਹੋਈ ਨਹੀਂ ਉਤਰਦੀ, ਜਿਹੜੀ ਪਹਿਲੇ ਹੀ ਰਿਜੈਕਟ ਹੋਊਗੀ, ਉਹ ਲਾਗੂ ਕਰਕੇ ਫਿਰ ਉਹ ਅਧੂਰੀ ਹੋਈ ਆਜੂਗੀ ਚੀਜ਼। ਫਿਰ ਦੀ ਗੱਲ ਆ। ਮੈਂ ਪਹਿਲਾਂ ਵੀ ਦੱਸਿਆ ਕਿ ਗੁਰਬਾਣੀ ਦੇ ਗੁਰਦੁਆਰੇ ਬਣਾਓ, ਗੁਰਬਾਣੀ ਦੇ ਜਿਨ੍ਹਾਂ ਦੇ ਵਿੱਚ ਕੀਰਤਨ ਹੋਵੇ, ਸਾਜ਼ ਸਿਖਾਏ ਜਾਣ, ਸੋਹਣੀ ਆਵਾਜ਼ ਵਾਲੇ ਬੱਚੇ ਰੱਖੇ ਜਾਣ, ਉਹਨਾਂ ਦਾ ਧਿਆਨ ਰੱਖਿਆ ਜਾਵੇ, ਕੀਰਤਨ ਦੀ ਸ਼ੈਲੀ ਬਣੇ ਕਿ ਉਹ ਬੱਚੇ ਜਿੱਥੇ ਬੈਠ ਕੇ ਕੀਰਤਨ ਕਰਨ ਕਿ ਦੁਨੀਆ ਮੁਗਧ ਹੋ ਜਾਵੇ, ਕਿ ਉਹਨੂੰ ਸੁਣਨ ਵਾਲਾ ਹੈਰਾਨ ਹੋਵੇ। ਭਾਵੇਂ ਅੱਜ ਜਿਹੜੇ ਆਪਣੇ ਹੈਗੇ ਨੇ ਬੜੂ ਸਾਹਿਬ ਵਾਲੇ, ਉਹਨਾਂ ਨੇ ਵੀ ਬੱਚਿਆਂ ਨੂੰ ਕੀਰਤਨ ਸਿਖਾਇਆ। ਇੱਕ ਵਾਰੀ ਸਰਾਗ ਦੇ ਵਿੱਚ ਮੈਂ ਉਹਨਾਂ ਦਾ ਸ਼ਬਦ ਸੁਣਿਆ ਸੀ, ਉਹ ਬੱਚੇ ਇਕੱਠੇ ਕੀਰਤਨ ਕਰਦੇ ਨੇ, ਬਹੁਤ ਜ਼ਿਆਦਾ ਸੋਹਣਾ ਸੀ, ਬਹੁਤ ਜ਼ਿਆਦਾ ਸ਼ਬਦ ਸੀ ਉਹ। ਪਰ ਇਹਨੂੰ ਬਹੁਤ ਅਗਲੀ ਸਟੇਜ ਤੇ ਪਹੁੰਚਣ ਦੀ ਲੋੜ ਆ। ਇਹ ਤੇ ਇੱਕ ਰੱਬ ਦੀ ਬਲੈਸਿੰਗ ਆ ਸਿੱਧੀ, ਜਿਹਦੇ ਵਿੱਚ ਉਹ ਸਭ ਕੁਝ ਪੈਦਾ ਹੁੰਦਾ, ਸਭ ਕਲੇਸ਼ ਖਤਮ ਹੁੰਦੇ ਨੇ। ਇੱਕ ਰੂਹਾਨੀਅਤ ਆ ਜਿਹੜੀ, ਉਹਦੇ ਵਿੱਚ ਆਤਮਾ ਸੰਗਤ ਬਲਸਮ ਹੁੰਦੀ ਹੈ, ਕੁਦਰਤ ਬਲਸਮ ਹੁੰਦੀ ਹੈ। ਇਹ ਐਡਾ ਰਾਗ, ਇਹ ਉਹ ਅਨਹਦ ਨਾਦ ਆ ਜਿੱਥੇ ਦੁਨੀਆ ਦਾ ਸੰਗੀਤ ਰੌਲੇ ਨਾਲੋਂ ਚੰਗਾ। ਵੱਡੇ ਵੱਡੇ
ਸੰਗੀਤਕਾਰਾਂ ਕੋਲੇ ਵਿਸ਼ਨੂੰ ਦਿਗੰਬਰ ਸੀਗਾ ਬਹੁਤ ਵੱਡਾ ਗਵਈਆ, ਲਾਹੌਰ ਦੇ ਵਿੱਚ ਮਾਇਆ ਦੇਵੀ ਨੂੰ ਛੱਡ ਕੇ ਆਉਂਦੇ ਰਹੇ ਨੇ ਵੀ ਤੂੰ ਰਾਗ ਸਿੱਖ ਲਾ। ਉਹ ਜਾਂਦੀ ਵੀ ਰਹੀ ਆ, ਪਰ ਇਹਨੂੰ ਉਹ ਰੌਲਾ ਹੀ ਮੰਨਦਾ ਇਹਨਾਂ ਵੱਡੇ ਵੱਡੇ ਗਵਈਆਂ ਨੂੰ ਵੀ ਇਹ ਰੌਲੇ ਉਹਦੇ ਨਾਲੋਂ ਚੰਗਾ ਹੈ ਦੁਨੀਆ ਦੇ ਰੌਲੇ ਨਾਲ, ਪਰ ਗੁਰਬਾਣੀ ਦੇ ਕੀਰਤਨ ਨਾਲ, ਗੁਰਬਾਣੀ ਦੇ ਰਾਗ ਨਾਲ ਦਾ ਮੇਲ ਕੋਈ ਨਹੀਂ। ਇਹ ਗੱਲ ਮੰਨ ਕੇ ਚੱਲਣ, ਖਾਸ ਕਰਕੇ ਕੀਰਤਨ ਵਾਲੇ ਜਿਹੜੇ ਜਥੇ ਨੇ ਇਹ ਗੱਲ ਮੰਨ ਕੇ ਚੱਲਣ। ਬਾਕੀ ਉਹ ਕੀਰਤਨ ਕਰਨ ਆਉਂਦੇ ਨੇ, ਉਹ ਕੀਰਤਨ ਹੀ ਕਰਨ। ਇੱਕ ਸ਼ਬਦ ਪੜ੍ਹ ਕੇ ਕਥਾ ਦੀ ਗਾਲੀ ਪੜ ਲੈਂਦੇ ਸੀ ਆ ਪਿੱਛੇ ਜੇ। ਕਥਾ ਦਾ ਉਹਦੇ ਨਾਲ ਕੀ ਮੇਲ ਹੈ? ਤੁਹਾਨੂੰ ਕਿਸੇ ਨੇ ਕਥਾ ਕਰ ਲਈ ਤਾਂ ਸੱਦਿਆ ਹੀ ਨਹੀਂ। ਕਥਾ ਵਾਲੇ ਹੋਰ ਬੰਦੇ ਹੁੰਦੇ ਨੇ, ਹੋ ਸਕਦੇ ਨੇ, ਉਹਨਾਂ ਦੀ ਆਪਣੀ ਤਿਆਰੀ ਹੁੰਦੀ ਆ। ਇਹ ਕੀਰਤਨ ਵਾਲਾ ਬੰਦਾ ਜਿਹੜਾ ਉਹ ਕੀਰਤਨ ਚ ਹੀ ਮਾਹਰ ਹੋਵੇ, ਉਹ ਕੀਰਤਨ ਹੀ ਕਰੇ। ਨਾਨਕ ਦੀ ਛੋਹ ਦੇ ਦਰਿਆਵਾਂ, ਸਾਗਰ ਥਲਾ ਪਹਾੜਾਂ, ਅਨਹਦ ਨਾਦ ਦੇ ਖੰਭ ਛੁਹਾਏ, ਜਾ ਸੁਰਤਾਂ ਲੈ ਪਰ। ਸੁਰਤਾਂ ਵੀ ਧਰਮਾਂ ਦੀਆਂ ਉਦੋਂ ਵੀ ਅਗਲੀ ਮੰਜ਼ਿਲ ਜਿਹੜੀ ਗੁਰੂ ਨਾਨਕ ਦੀ ਉੱਚੀ ਸੁਰਤ ਆ। ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ। ਇਹ ਲੋਕ ਗੀਤਾਂ ਚ ਜਦੋਂ ਆਇਆ, ਸਮੂਹਿਕ ਸਾਈਕ ਨੇ ਹੁੰਗਾਰੇ ਦਿੱਤੇ ਕਿ ਬਾਬਾ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਪੈਗੰਬਰ ਆ। ਸੁਰਤਾਂ ਵੀ ਉਹਦੇ ਮੂਰੇ, ਉਹਦੇ ਸ਼ੌਕ ਦਾ, ਉਹਦੇ ਸ਼ਬਦ ਦੀਆਂ ਸੁਰਾਂ ਨੇ, ਕੈਡੈਂਸਸ ਨੇ, ਉਹਦੇ ਸ਼ਬਦ ਦਾ ਘਰ ਇਹਦੂ ਅੱਗੇ ਆ। ਜਾਂ ਸੁਰਤਾਂ ਦੇ ਪਾਰ, ਸੁਰਤ ਤੋਂ ਵੀ ਅਗਲਾ ਟ੍ਰਾਂਸੈਂਡ ਕਰਨਾ, ਉਹਨੂੰ ਸੰਗੀਤ ਚ ਹੀ ਉਸ ਤੋਂ ਅਗਲਾ ਸੰਗੀਤ ਪੈਦਾ ਕਰ। ਬੇਸ਼ੁਮਾਰ ਤਾਰੀਖਾਂ ਬੱਲੇ, ਦਰ ਨਾਨਕ ਦੇ ਖੁੱਲੇ। ਜੇ ਰਚੋ ਖਾਲਸਾ ਪੜੋ, ਉਹ ਬਲਵਿੰਦਰ ਸਿੰਘ ਆ ਇੱਕ, ਉਹ ਹਰਿੰਦਰ ਦੇ ਇਤਿਹਾਸ ਤੇ ਇਤਰਾਜ਼ ਕਰਦਾ ਸੀ। ਇਹਦੇ ਤਾਂ ਅੰਦਰ ਐਡਾ ਹਿਸਟਰੀ ਦਾ ਵਿਜ਼ਨ ਆ, ਵਰਲਡ ਦਾ ਸੋਚ ਵੀ ਨਹੀਂ ਸਕਦਾ ਬੰਦਾ, ਕਿ ਜਿਹੜੀ ਇਨਵਿਜ਼ੀਬਲ ਹਿਸਟਰੀ ਆ ਉਹ ਕੀ ਆ, ਉਹ ਕਦੋਂ ਤੋਂ ਚੱਲ ਰਹੀ ਆ। ਇਹਦੀ ਤਾਂ ਐਪਿਕ ਪੜ੍ਹ ਕੇ ਦੇਖੋ, ਜਿਵੇਂ ਹੋਮਰ ਉਡੀਸੀ ਦੇ ਵਿੱਚ ਮਰੇ ਹੋਏ ਦੇਵਤਿਆਂ ਨੂੰ ਮਿਲਦਾ, ਧਰਤੀ ਦੇ ਉਹ ਭੇਦ ਖੋਲਦੇ ਨੇ ਜਿਹੜੇ, ਉਹ ਦੇਵਤਿਆਂ ਤੋਂ ਪਤਾ ਲੱਗਦਾ ਮਰਿਆ ਹੋਇਆ ਤੋਂ ਵੀ ਮੇਰੇ ਨਾਲ ਆਇਆ ਹੋਇਆ, ਉਹ ਭੇਦ ਖੋਲਦੇ ਨੇ। ਇਸੇ ਤਰ੍ਹਾਂ ਇਹਦੇ ਐਪਿਕ ਪੜੋ, ਅਨੇਕਾਂ ਬੰਦੇ ਨੇ ਉੱਥੇ ਵਿੱਚ ਜੰਗਾਂ ਚ ਆਉਂਦੇ, ਜਿਹੜੇ ਲੜ ਕੇ ਸ਼ਹਾਦਤਾਂ ਪਾ ਕੇ ਚਲੇ ਗਏ, ਕਿਸੇ ਨੂੰ ਪਤਾ ਵੀ ਨਹੀਂ। ਦੇਖ ਲਓ ਪੜ੍ਹ ਕੇ। Time and space are annihilated in intense ਸਿਮਰਨ, in aching remembrance। ਸਮਾਂ ਤੇ ਬਿੱਥ ਮਿਟ ਜਾਂਦੇ ਨੇ ਜਦੋਂ ਤੁਸੀਂ ਸ਼ਬਦ ਦੇ ਅਮਲ ਦੇ ਵਿੱਚ ਰਿਸ਼ਤਿਆਂ ਚ ਇੱਕ ਮਿਕੋ। ਜਿਵੇਂ ਗੁਰੂ ਨਾਨਕ ਅੱਗੇ ਵੀ ਦੱਸਿਆ ਮੈਂ, ਮਰਦਾਨਿਆਂ ਭੈਣ ਨਾਨਕੀ ਯਾਦ ਕਰਦੀ। ਇਹ ਸ਼ਬਦ ਦੇ ਵਿੱਚ ਹਰ ਚੀਜ਼ ਨਾਲ ਬੰਦਾ ਜੁੜਿਆ, ਹਰ ਰਿਸ਼ਤੇ ਨਾਲ ਜੁੜਿਆ ਹੋਇਆ। ਇਹਦੇ ਤੇ ਮੌਤ ਵੀ ਨਹੀਂ ਟੁਕਦੀ, ਮਰੇ ਹੋਏ ਨੂੰ ਵੀ ਮਿਲ ਸਕਦੀ, ਕਿਉਂਕਿ ਉਹ ਆਪਦੀ ਮੰਜ਼ਿਲ ਪੂਰੀ ਕਰਕੇ ਜਿੱਥੇ ਵੀ ਹੈਗਾ ਉੱਥੇ ਉਹਨੂੰ ਮਿਲੋਗੇ। ਜਿਹੜਾ ਗੁਰੂ ਨਾਨਕ ਦਾ ਸ਼ਬਦ, ਬਈਰ ਨਾ ਸੱਚ ਸਵਾਰਨ ਹਾਰੋ, ਗਾਓ ਗੀਤ ਨੰਬੇ ਹਟਾ, ਨਾਨਕ ਬ੍ਰਹਮ ਮੀਨਿੰਗਸ ਤੱਕ ਸ਼ਬਦ ਦੇ ਰਹੱਸ ਦੇ ਰਾਹੀਂ ਉਸ ਅਮਲ ਤੱਕ ਚਲੇ ਜਾਓਗੇ। ਜਿਵੇਂ ਗੁਰੂ ਵੀ ਤਾਂ ਸਾਡੇ ਨਾਲ ਹੀ ਨੇ, ਅੱਜ ਵੀ ਨਾਲ ਨੇ। ਤੁਹਾਡੇ ਜਿਹੜੇ ਪਿਆਰੇ ਰਿਸ਼ਤਿਆਂ ਚ ਬੰਦੇ ਨੇ ਉਹ ਵੀ ਨਾਲ ਨੇ, ਉਹ ਤੁਹਾਡੇ ਲਈ ਤੁਹਾਡੇ ਨਾਲ, ਜਿੱਦਾਂ ਕਿਸੇ ਦਾ ਰਿਸ਼ਤਾ ਉਨਾ ਹੀ ਉਹਦੇ ਨਾਲ। ਜੇ ਉਹ ਸਰੀਰ ਚ ਭਾਵੇਂ ਕਾਇਆ ਖਾਕ ਸਮਾਨੀ, ਇਹਦਾ ਖਿੱਚੀ ਹੈ। ਕਾਇਆ ਨੇ ਤਾਂ ਮਿੱਟੀ ਚ ਮਿੱਟੀ ਹੋ ਜਾਣ ਜਾਂ ਅੱਗ ਦੇ ਭੇਟ ਹੋ ਜਾਣ,
ਸ਼ਬਦੇ ਰਹੇ ਟਿਕਾਣ, ਪਰ ਸ਼ਬਦ ਚ ਕਾਇਮ ਆ। ਜੇ ਸ਼ਬਦ ਚ ਕਾਇਮ ਹੈ, ਜਿਹੜੀ ਕਾਇਆ ਸ਼ਬਦ ਚ ਕਾਇਮ ਹੋਈ ਆ, ਸਰੀਰ ਨੂੰ ਲੈ ਕੇ ਸਰੀਰ ਵੀ ਨਾਲ। ਇਹ ਗੁਰਬਾਣੀ ਚ ਹੀ ਆ। ਜਿਵੇਂ ਕਈ ਉੱਥੇ ਉਹ ਹੈਗਾ ਆਪਣਾ, ਨਾਮ ਮੈਨੂੰ ਭੁੱਲ ਗਿਆ, ਭਟਨਾਗਰ ਹੈ ਸ਼ਾਇਦ, ਉਹ ਕਹਿੰਦੀ ਜਦੋਂ ਬੰਦਾ ਗੁਰੂ ਨੇ, ਉਹਨੂੰ ਇਹ ਨਹੀਂ ਪਤਾ ਵੀ ਨਾਮ ਦਾ ਮਤਲਬ ਕੀ ਹੈ, ਕਿ ਨਾਮ ਕੀ ਚੀਜ਼ ਹੈ, ਕਿ ਪ੍ਰੋਫਿਟ ਕੀ ਹੈ। ਪ੍ਰੋਫਿਟ ਜਿਹੜੀ ਚੀਜ਼ ਘਟਦਾ ਉਹਦੇ ਸਦਾ ਘਟਦਾ। ਇਹ ਥੋੜਾ ਵੀ ਸਰੀਰ ਕੰਮ ਕਰਕੇ ਚਲੇਗਾ, ਸਰੀਰ ਦੀ ਮਲ ਵੀ ਨਹੀਂ ਉਦੋਂ। ਪ੍ਰੋਫਿਟ ਸਰੀਰ ਪ੍ਰੇਰ ਚ, ਸ਼ਬਦ ਦੇ ਵਿੱਚ ਆ, ਨਾਮ ਦੇ ਵਿੱਚ ਹੈ, ਅੱਜ ਵੀ ਹੈ ਸਾਡੇ ਨਾਲ। ਹਾਂ, ਜਦੋਂ ਵੀ ਸਿੱਖ ਕੋਈ ਕੰਮ ਕਰਦਾ, ਗੁਰੂ ਉਹਦੇ ਨਾਲ ਹੈ, ਉਹਨੂੰ ਸੰਭਾਲਦਾ ਬਕਾਇਦਾ। ਖਬਰਾਂ ਨੂੰ ਪਤਾ ਹੈ ਤਾਂ ਇਸਲਾਮ, ਕ੍ਰਿਸਚੈਨਿਟੀ, ਜੂਦਾਇਜ਼ਮ ਕਿਤੇ ਵੀ ਪੜ੍ਹ ਲਓ। ਬੇਸ਼ੁਮਾਰ ਤਾਰੀਖਾਂ ਵੱਲੇ ਦਰ ਨਾਨਕ ਦਾ ਖੁੱਲੇ। ਦੁਨੀਆ ਦੇ ਇਤਿਹਾਸ ਨੰਗੇ ਹੁੰਦੇ ਜਾਂਦੇ ਨੇ, ਬੇਨਕਾਬ ਅਣਦਿਸਦੇ ਇਤਿਹਾਸ। ਵੀ ਤਾਂ ਅਣਦਿਸਦੇ ਹੀ ਸੀ, ਗੁਰੂ ਚ ਵੀ ਤਾਂ ਪਹਿਲਾਂ 9 ਰੂਪ ਅਣਦਿਸਦੇ ਹੀ ਸੀਗੇ, ਫਿਰ ਉਹ ਦਿਸਦੇ ਆਏ ਟਾਈਮ ਨਾਲ। ਖਾਲਸਾ ਆਇਆ, ਖਾਲਸਾ ਸਾਜਿਆ ਗਿਆ, ਅਣਦਿਸ ਸੀ, ਇਤਿਹਾਸ ਵੀ ਅਣਦਿਸਦਾ। ਇਹਦਾ ਬੰਦਾ ਹੀ ਚਿਤਰੂ, ਜਿਹੜਾ ਅਣਦਿਸਦੇ ਨੂੰ ਦਿਸਦੇ ਚ ਦਿਖਾਉਂਦਾ ਸਾਨੂੰ। ਅਸੀਂ ਦੱਸੂਗਾ ਇਹ ਚੀਜ਼ਾਂ, ਅਸੀਂ ਥੋੜਾ ਦੱਸਾਂਗੇ। ਅਸੀਂ ਤੇ ਨੇੜੇ ਤੇੜੇ। ਇਹਦੀ ਪੋਲਿਟਿਕਸ ਪੜ੍ਹ ਕੇ ਦੇਖੋ ਕਿ ਦੁਨੀਆ ਦੇ ਪੈਗੰਬਰਾਂ ਨੂੰ ਕਿਵੇਂ ਥਾਂ ਦਿੱਤੀ ਆ, ਕੀ ਦਿੱਤੀ ਆ। ਫਲਸਫਰਾਂ ਨੂੰ, ਹਿਸਟੋਰੀਅਨ ਨੂੰ ਕੀ ਥਾਵਾਂ ਦਿੱਤੀਆਂ ਨੇ, ਲਿਟਰੇਚਰ ਨੂੰ ਕੀ ਥਾਂ ਦਿੱਤੀ, ਸਾਈਕੋਲੋਜੀ ਨੂੰ ਕੀ ਥਾਂ ਦਿੱਤੀ ਆ, ਪੜ੍ਹ ਕੇ ਤੇ ਦੇਖੋ। ਮੈਥੋਲੋਜੀ ਨੂੰ ਕੀ ਥਾਂ ਦਿੱਤੀ ਆ, ਦੀ ਕੀ ਥਾਂ, ਪੋਇਟਰੀ ਦੀ ਕੀ ਥਾਂ, ਪੜ੍ਹ ਕੇ ਤੇ ਦੇਖੋ। ਗੁਰੂ ਨਾਨਕ ਸੱਚ ਦੇ ਵਿੱਚ ਨਿਆਂ ਮਿਲਿਆ ਹੋਇਆ, ਉਹਨਾਂ ਨੂੰ ਹਿਲਾ ਨਹੀਂ ਸਕਦੇ। ਇਹਨੇ ਕਮਾਲ ਦੱਸੇ ਨੇ, ਬਹੁਤ ਵੱਡੀ ਪੋਇਟਿਕਸ ਆਫ ਵਰਡ, ਗ੍ਰੇਟੈਸਟ। ਕੋਈ ਕੁਛ ਕਿਹਾ ਵੀ ਨਹੀਂ ਜਿਹਨੇ ਪੜ੍ਹੀ ਆ, ਹੁਣ ਵੀ ਪੜ੍ਹੀ ਜਾਂਦੇ। ਹੌਸਲਾ ਹੀ ਨਹੀਂ ਪਿਆ ਕਿਸੇ ਦਾ ਖਿਲਾਫ ਬੋਲਣ ਦਾ। ਦੂਰ ਦੇਸ਼ ਦੀ ਉਸ ਬਾਦੀ ਚੋਂ ਮੈਂ ਜਿਹੜਾ ਅਣਦਿਸਦੇ ਇਤਿਹਾਸ ਨੇ, ਜਿਹੜੇ ਦੇਸਾਂ ਤੱਕ ਤੁਸੀਂ ਕਦੇ ਗਏ ਹੀ ਨਹੀਂ ਹੈਗੇ, ਉਹਨਾਂ ਰਾਹਾਂ ਦੇ ਵੀ ਰਾਹ ਨਾਲ ਨੇ। ਕਿਉਂਕਿ ਗੁਰੂ ਸਾਰੀ ਧਰਤੀ ਧਰਮਸਾਲ ਦੇ ਮਨੁੱਖ ਲਈ ਆਇਆ, ਉਹ ਖਾਲਸਾ ਬਣਾਉਣ ਨਹੀਂ ਆਇਆ। ਖਾਲਸੇ ਦੇ ਰੂਪ ਦੇ ਵਿੱਚ ਉਹਦੀ ਸੇਵਾ ਚ ਆਇਆ। ਇਹ ਸਾਡੀ ਪ੍ਰੇਅਰ ਆ। ਇਹ ਜਿੰਨੀ ਕੁ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਪੜ੍ਹਾ ਲਓ। ਖਾਲਸਾ ਇਹ ਨਹੀਂ ਚਾਹੁੰਦਾ ਕਿ ਸਿੱਖ ਬਣ ਕੇ ਅੰਮ੍ਰਿਤ ਛਕ ਆਪਦਾ ਦੀਨ ਬਦਲ ਲਾ, ਜਾਂ ਕਈ ਹੋਰ ਧਰਮਾਂ ਦੇ ਬੰਦੇ। ਤੁਸੀਂ ਤਾਂ ਜੀ ਫਿਰ ਦੀਨ ਹੀ ਬਦਲ ਲਓ, ਕਨਵਰਟ ਹੋ ਜਾਓ। ਵੀ ਤੁਹਾਨੂੰ ਆਪਣੇ ਧਰਮ ਚ ਬੰਦਾ ਚੰਗਾ ਨਹੀਂ ਲੱਗਦਾ, ਤੁਸੀਂ ਉਹਨੂੰ ਕਨਵਰਟ ਕਿਉਂ ਕਰਨਾ ਚਾਹੁੰਦੇ ਹੋ? ਉਹਦੀ ਆਜ਼ਾਦੀ ਚੋਂ ਆਨੰਦ ਲਓ, ਉਹਦੇ ਧਰਮ ਚੋਂ ਆਨੰਦ ਲਓ। ਜੇ ਉਹ ਬੰਦਾ ਵਧੀਆ ਲੱਗਦਾ ਹੈ, ਸੋਚੋ ਕਿ ਇਹਦਾ ਧਰਮ ਕਿੰਨਾ ਵਧੀਆ, ਜਿਹਨੇ ਇਹ ਭੁੱਖ ਸਾਡੇ ਚ ਕਿਉਂ ਆ? ਅਸੀਂ ਐਡੇ ਬੰਦੇ ਹੁੰਦੇ ਕਿ ਅਸੀਂ ਦੂਜੇ ਨੂੰ ਬਦਲ ਨੂੰ ਫਿਰਦੇ। ਆਪ ਅਸੀਂ ਕਿੱਡਾ ਕਿ ਨਮੂਨਾ ਪੈਦਾ ਕੀਤਾ। ਅੰਮ੍ਰਿਤ ਛਕ ਕੇ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਤੂੰ ਅੰਮ੍ਰਿਤ ਛਕ, ਤੂੰ ਕਿਉਂ ਨਹੀਂ ਛਕਿਆ? ਆਪ ਦਾ ਹੀ ਪੂਰਾ ਕਰ ਲਈਏ ਬੜਾ। ਇਹ ਤੇ ਅਸੀਂ ਕਿਸੇ ਹੋਰ ਦ੍ਰਿਸ਼ਟੀ ਚੋਂ ਦੱਸ ਰਹੇ ਹਾਂ। ਤੁਹਾਡੇ ਤੇ ਇੰਨਾ ਬੋਝ ਕਿਵੇਂ ਪਾ ਸਕਦੇ ਆ? ਅਸੀਂ ਕਿੰਨਾ ਕੁ ਅੰਮ੍ਰਿਤ ਤੇ ਪੂਰੇ ਆ। ਇਹੀ ਸਾਡੇ ਤੇ ਤਾਂ ਵੱਡੀ ਜ਼ਿੰਮੇਵਾਰੀ ਕਿ ਅਸੀਂ ਕਿੰਨਾ ਕੁ ਨਿਭਾ ਰਹੇ ਹਾਂ।
ਜ਼ਿੰਮੇਵਾਰੀ ਵੱਡੀ ਆ ਸਾਡੇ ਤੇ, ਸਿੱਖਿਆ ਨਹੀਂ ਵੱਡੀ। ਸਿੱਖਿਆ ਮੇਰੀ ਨਹੀਂ ਹੈਗੀ, ਮੈਂ ਆਪਦੇ ਵੱਲੋਂ ਕੁਝ ਨਹੀਂ ਤੁਹਾਨੂੰ ਦੱਸ ਰਿਹਾ। ਮੈਂ ਤੁਹਾਡੇ ਵਰਗਾ ਤੁਹਾਤੋਂ ਵੀ ਨਿਮਾਣਾ ਬੰਦਾ ਜੀਨੀਅਸ ਬੰਦਿਆਂ ਦੀ ਗੱਲ ਕਰ ਰਿਹਾ, ਉਹਦੇ ਪਿੱਛੇ ਗੁਰੂਆਂ ਦੀ ਕਰ ਰਿਹਾ। ਦੂਰ ਦੇਸ ਦੀ ਉਸ ਬਾਦੀ ਚੋਂ ਮਹਿਕ ਮਨਾਂ ਤੱਕ ਹੁੱਲੇ, ਜਿਹੜੇ ਇਤਿਹਾਸ ਦੇ ਨਵੇਂ ਤੋਂ ਨਵੇਂ ਰਾਹ ਖੁੱਲੇ ਨੇ ਨਾ, ਉਹ ਦੂਰ ਦੇ ਦੇਸਾਂ ਦੀਆਂ ਥਾਵਾਂ, ਬਾਦੀਆਂ, ਘਾਟੀਆਂ ਦੇ ਵਿੱਚੋਂ ਮਹਿਕ ਮਨਾਂ ਤੱਕ ਹੁੱਲੇ। ਮਨਾਂ ਤੱਕ, ਸਾਡਿਆਂ ਤੱਕ ਹੁੱਲਣਾ ਕੀ, ਮਹਿਕ ਇੰਨੀ ਹੋਵੇ ਕਿ ਉਹ ਸੰਭਾਲੀ ਨਾ ਜਾਵੇ। ਮਹਿਕ ਤੋਂ ਆਪਣਾ ਆਪ ਨਾ ਸੰਭਾਲਿਆ ਜਾਵੇ, ਉਹ ਇੰਨੀ ਜ਼ਿਆਦਾ ਭਰਪੂਰਤਾ ਦੇ ਵਿੱਚ ਹੋਵੇ, ਛੱਲਾ ਮਾਰਦੇ ਹੋ। ਜਦੋਂ ਚੀਜ਼ ਆਪਣੇ ਆਪ ਤੋਂ ਬਾਹਰ ਵਰਤਾਉਣਾ ਸ਼ੁਰੂ ਕਰ ਦਿੰਦੀ ਹੈ, ਚੀਜ਼ ਦਾ ਘੇਰਾ ਛੋਟਾ ਹੁੰਦਾ, ਬਖਸ਼ਿਸ਼ ਵੱਡੀ ਹੁੰਦੀ ਹੈ। ਪਖੀ ਤਵੀ ਤਨਾਂ ਨੂੰ ਲੂਹੇ, ਇੱਕ ਪਾਸੇ ਗੁਰੂ ਦੀ ਤਤੀ ਤਵੀ ਦਿਸ ਰਹੀ ਆ, ਉਹਨੂੰ ਦੇਖ ਕੇ ਸਾਨੂੰ ਵੀ ਸੇਕ ਲੱਗ ਰਿਹਾ ਕਿਵੇਂ ਗੁਰੂ ਨੂੰ ਤਤੀ ਤਵੀ ਤੇ ਬਿਠਾਇਆ ਗਿਆ। ਸਾਨੂੰ ਵੀ ਐਕਸਪੀਰੀਅੰਸ ਹੁੰਦਾ ਤਨਾਂ ਤੱਕ, ਜਿਵੇਂ ਗੁਰੂ ਗੁਜ਼ਰਿਆ, ਅਸੀਂ ਉਹਨਾਂ ਵਿੱਚ ਦੀ ਲੰਘਦੇ ਹਾਂ, ਉਹਨਾਂ ਰਾਹਾਂ ਦੇ ਵਿੱਚ ਉਹ ਮਹਿਸੂਸ ਕਰਦੇ ਹਾਂ, ਗੁਰੂ ਵਰਗੇ ਹੋ ਕੇ ਉਹਦੇ ਵਿੱਚੋਂ ਜਿੱਤ ਦੇ ਰੂਪ ਦੇ ਵਿੱਚ ਗੁਜ਼ਰਦੇ ਆ, ਉਸ ਅਮਲ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਆ। ਗੁਰੂ ਨੇ ਸਾਨੂੰ ਉਹਦੇ ਵਿੱਚ ਲਿਆਉਣ ਦੇ ਲਈ ਤਤੀ ਤਵੀ ਨੂੰ ਠੰਡੀ ਕਰਕੇ ਦਿਖਾਇਆ। ਜਿਹੜਾ ਸੁਖਮਨੀ ਚਾਹੁੰਦਾ ਤਪਸ ਮੇ ਠੰਡ ਵਰਤਾਈ, ਉਹ ਇਹੀ ਤਪਸ ਦੇ ਵਿੱਚ ਠੰਡ ਆ। ਜਦੋਂ ਸਰੀਰ ਨੂੰ ਫਤਿਹ ਕਰ ਜਾਂਦਾ ਹੈ, ਅੱਗ ਹੋ ਜਾਂਦੀ ਹੈ, ਉਹ ਵੀ ਵਰਤਾਉਂਦੀ ਆ। ਸਰੀਰ ਨੂੰ ਜਾਲੂਗੀ, ਉਹਦੇ ਵਿੱਚ ਆਤਮਾ ਸਲਾਮਤ ਹੈ, ਉਹ ਪਾਰ ਬੈਠੀ ਹੈ ਤੋਂ ਅੱਗ ਤੋਂ, ਅੱਗ ਨੂੰ ਜਿੱਤੀ ਬੈਠੀ ਹੈ। ਜੇ ਅੱਗ ਨੂੰ ਆਤਮਾ ਨੇ ਜਿੱਤਿਆ ਸਰੀਰ ਰਾਹੀਂ, ਸਰੀਰ ਨੇ ਵੀ ਜਿੱਤ ਲਈ। ਜਦੋਂ ਸਰੀਰ ਨੇ ਆਪਦੀ ਚੀਜ਼ ਹੀ ਪਾਰ ਪਹੁੰਚਾਤੀ ਜਿੱਤ ਚ, ਇਹੀ ਕੰਮ ਹੁੰਦਾ। ਮੈਂ ਬਾਸਕਟਬਾਲ ਵਾਲੇ ਬਾਲ ਛੱਡਦੇ ਨੇ, ਗੋਲ ਮਾਰਦੇ ਨੇ ਕਰਕੇ, ਇਹੀ ਗੱਲ ਆ ਬਸ। ਫਿਰ ਵੀ ਨਾਲ ਆ, ਉਹ ਮੁੰਡਾ ਨਾਲ ਹੀ ਹੁੰਦਾ। ਪਖੀ ਤਵੀ ਤਨਾਂ ਨੂੰ ਲੂਹੇ, ਦਿਵੇ ਅਸੰਖ ਤਰਾਟਾਂ। ਤਰਾਟਾਂ ਕੀ, ਬਹੁਤ ਤੇਜ਼ ਕਿਸਮ ਦਾ ਦਰਦ, ਜਿਹੜਾ ਦਿਲ ਚੀਰਨ ਵਰਗਾ, ਜਿਵੇਂ ਤਾਰੇ ਟੁੱਟਦੇ ਵਰਗੀ ਰੋਸ਼ਨੀ ਹੁੰਦੀ ਹੈ, ਤੇਜ਼, ਇਹ ਜੀ ਉਹਨੂੰ ਤਰਾਟਾਂ ਕਹਿੰਦੇ ਨੇ। ਦਰਦ ਠੀਕ, ਜਿਹੜੀ ਸਿਰ ਵਿੱਚ ਦੀ ਪਾਰ ਗਈ ਹੋ ਜਾਂਦੀ, ਪੈਰ ਸੋ ਜਾਂਦੀ, ਵਿੱਚ ਦੀ ਲੰਘਦੀ, ਦਰਦ ਹੀ ਦਰਦ, ਦੁੱਖ ਤੋਂ ਦੁੱਖ, ਵੱਡੇ ਤੋਂ ਵੱਡਾ। ਤਤੀ ਤਵੀ ਤਨਾਂ ਨੂੰ ਲੂਹੇ, ਦੇਵੇ ਸੰਖ ਤਰਾਟਾਂ, ਕਰੁਣ ਨਾਥ ਅੰਮ੍ਰਿਤ ਬਰਸਾਵੇ, ਲੰਘ ਲੰਘ ਕੇ ਲੱਟ। ਪਰ ਜਿਹੜਾ ਦੁੱਖ ਦਾ ਸੰਗੀਤ ਆ, ਉਹ ਰੱਬ ਵਾਲੇ ਪਾਸੋਂ ਆਇਆ, ਰੱਬ ਚੋਂ, ਇਹ ਦੁੱਖ ਚੋਂ ਹੀ ਪੈਦਾ ਹੋ ਗਿਆ। ਉਹ ਠੰਡ ਵਰਤਾ ਰਿਹਾ, ਅੰਮ੍ਰਿਤ ਵਰਤਾ ਰਿਹਾ। ਕਰੁਣ ਨਾਥ ਅੰਮ੍ਰਿਤ ਬਰਸਾਵੇ, ਲੰਘ ਲੰਘ ਕੇ ਲੱਟ। ਅੱਗ ਦੇ ਵਿੱਚੋਂ ਅੰਮ੍ਰਿਤ ਬਰਸ ਰਿਹਾ। ਇਹ ਅੰਮ੍ਰਿਤ ਅੱਗ ਚੋਂ ਪੈਦਾ ਹੋਇਆ। ਇਹ ਅੰਮ੍ਰਿਤ ਆ ਜਿਹੜਾ, ਅੱਗ ਸਾਡਾ ਡਲਾ ਨਹੀਂ ਸਕਦੀ। ਕਿਸੇ ਵੀ ਰੂਪ ਦੇ ਵਿੱਚ ਮੌਤ ਆਵੇ, ਸਾਨੂੰ ਡੁਲਾ ਨਹੀਂ ਸਕਦੀ। ਜਿਵੇਂ ਪੂਰਨ ਸਿੰਘ ਨੇ ਲਿਖਿਆ ਕਿ ਸਿੱਖ ਨੂੰ ਕੁੱਟੀ ਜਾਂਦੇ ਨੇ, ਉਹਦਾ ਮਾਸ ਕੁੱਟੀ ਜਾਂਦੇ ਨੇ, ਜਿਵੇਂ ਆਰਤ ਵਾਲੇ ਲੈ ਕੇ ਛੋਟੀਆਂ ਜਿਹੀਆਂ ਕਸਾਈਆਂ ਵਾਂਗੂ ਛੋਕਰੇ ਜੇ, ਨਾ ਉਹਨਾਂ ਦੇ ਸਰੀਰਾਂ ਤੇ ਭਾਗ ਆ, ਨਾ ਉਹਨਾਂ ਦੀ ਕੋਈ ਆਤਮਾ ਚ ਜਲਾਓ ਆ। ਜਿਵੇਂ ਜਲਾਦ ਇਕੱਠੇ ਹੋਏ ਹੁੰਦੇ ਨੇ, ਗੱਜਾਂ ਇਕੱਠੀਆਂ ਹੋਈਆਂ ਨੇ ਬੰਦੇ ਤੇ, ਉਹ ਮਾਰੀ ਜਾਂਦੇ ਨੇ ਡਾਂਗਾ। ਪਰ ਸਿੱਖ ਦੇ ਅੰਦਰ ਜਿਹੜੀ ਸਿੱਖੀ ਆ, ਉਹ ਅਣਟੁੱਟ ਆ, ਉਹ ਨਹੀਂ ਟੁੱਟਦੀ। ਨਾ ਉਹ ਤਵੀ ਤੇ ਜਲੀ, ਨਾ ਉਹ ਤੋੜਿਆ ਟੁੱਟ ਸਕਦੀ ਹੈ। ਉਹ ਅਮਰ, ਉਹਨੇ ਅਮਰ ਹੀ ਰਹਿਣਾ।
ਕਰੁਣ ਨਾਦ ਅੰਮ੍ਰਿਤ ਬਰਸਾਵੇ ਲੰਘ ਲੰਘ ਕੇ ਲਾਟਾਂ। ਜਿਹੜਾ ਦਰਦ ਦਾ ਸੰਗੀਤ ਆ, ਦੁੱਖ ਵਿੱਚੋਂ ਬਲੈਸਿੰਗ ਬਣ ਕੇ ਆਇਆ, ਬਖਸ਼ ਬਣ ਕੇ ਆਇਆ, ਉਹ ਅੰਮ੍ਰਿਤ ਬਰਸਾ ਰਿਹਾ ਅੱਗ ਦੇ ਵਿੱਚੋਂ, ਅੱਗ ਚੋਂ ਵੀ ਅੰਮ੍ਰਿਤ ਬਰਸ। ਵੱਡੇ ਤੋਂ ਵੱਡਾ ਇਮਤਿਹਾਨ ਆ, ਸਭ ਤੋਂ ਵੱਡਾ ਕਸ਼ਟ ਦਾ ਇਮਤਿਹਾਨ। ਮੀਆਂ ਮੀਰ ਦਾ ਗਜ਼ਬ ਖੁਦਾਈ ਸ਼ਾਹਾਂ ਨੂੰ ਤੜਪਾਵੇ। ਜਦੋਂ ਤਤੀ ਤਵੀ ਤੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ, ਸਾਈਂ ਮੀਆਂ ਮੀਰ ਆਏ, ਉਹ ਗੁਰੂ ਸਾਹਿਬ ਨੂੰ ਕਹਿੰਦੇ ਬਾਦਸ਼ਾਹ ਦੀ ਮੈਂ ਇੰਟਰਨੈਟ ਖੜਕਾ ਦੇਣਾ, ਉਹਨੇ ਏਡਾ ਕਹਿਰ ਤੇਰੇ ਤੇ ਕੀਤਾ। ਉਹ ਦੋਸਤ ਗੁਰੂ ਦੇ, ਉਹਨੇ ਹਰਮੰਦਰ ਸਾਹਿਬ ਦੀ ਨਿਉ ਰੱਖੀ ਹੋਈ ਸੀ। ਉਹ ਗੁਰੂ ਸਾਹਿਬ ਨੂੰ ਕਹਿੰਦੇ ਫਕੀਰ ਜੀ, ਇਹ ਰੱਬ ਦੇ ਭਾਣੇ ਦੇ ਵਿੱਚ ਆ, ਇਹ ਹੁਕਮ ਦੇ ਵਿੱਚ ਹੋਇਆ, ਇਹ ਸਾਡਾ ਜੋ ਭਾਣੇ ਚ ਸਾਨੂੰ ਗੁਰੂ ਵੱਲੋਂ ਸਹਿਣਾ ਜਿਵੇਂ ਆਇਆ, ਉਹ ਅਸੀਂ ਉਸੇ ਤਰ੍ਹਾਂ ਹੀ ਸਹਿਣਾ। ਇਹ ਤੋਂ ਅੱਗੇ ਜੋ ਗੁਰੂ ਦਾ ਹੁਕਮ ਹੈ, ਉਹ ਭਾਣਾ ਮਿੱਠਾ ਕਰਕੇ ਬਣਨਾ। ਇਹਦੇ ਵਿੱਚ ਕੋਈ ਕਿਸੇ ਨੂੰ ਘਬਰਾਉਣਾ ਨਹੀਂ, ਕੋਈ ਅਸੀਂ ਫਕੀਰੀ ਤੋਂ ਬਾਹਰ ਹੋਣਾ, ਕੋਈ ਕਹਿਰ ਨਹੀਂ ਵਰਤਾਉਣਾ। ਦੋਵਾਂ ਦੀਆਂ ਹੀ ਗੱਲਾਂ ਬਹੁਤ ਵੱਡੀਆਂ ਨੇ। ਉਹ ਵੀ ਰੱਬ ਦਾ ਰੂਪ ਸੀ। ਉਹ ਕਹਿੰਦਾ ਮੈਂ ਇੰਟਰਨੈਟ ਖੜਕਾ ਦੇਣਾ। ਤੇ ਇੱਕ ਵਾਰੀ ਉਹਨਾਂ ਕੋਲੇ ਇੱਕ ਬਾਦਸ਼ਾਹ ਆਇਆ ਵਰ ਮੰਗਣ, ਦਕਸ਼ ਲੈਣ। ਉਹ ਕੋਈ ਬੰਦੇ ਨੇ ਉੱਥੇ ਰੁਪਈਆ ਚੜਾਤਾ, ਕਹਿੰਦਾ ਬਾਦਸ਼ਾਹ ਨੂੰ ਦੇ ਦੇ ਮੰਗਤਾ। ਸਾਈਂ ਮੀਆਂ ਮੀਰ, ਉਹ ਫਕੀਰਾਂ ਚ ਐਡੀ ਤਾਕਤ ਸੀ, ਉਹ ਕਹਿ ਸਕਦੇ, ਕਿਉਂਕਿ ਉਹ ਬਾਦਸ਼ਾਹ ਤੋਂ ਉੱਚੇ ਸੀ। ਉਹਨਾਂ ਕੋਲੇ ਉਹ ਚੀਜ਼ ਸੀ ਜਿਹੜੀ ਬਾਦਸ਼ਾਹ ਨੂੰ ਵੀ ਚਾਹੀਦੀ ਸੀ। ਕਿਉਂ ਆਇਆ ਰਾਜਾ ਉਹਨਾਂ ਕੋਲ? ਇਹ ਗੱਲਾਂ ਕੋਈ ਸਧਾਰਨ ਹੈਗੀਆਂ। ਭੈਣ ਕੋਲੇ ਵੀ ਬਾਦਸ਼ਾਹ ਨਾਲੋਂ ਵੱਡੀ ਫਕੀਰੀ ਹੈ, ਕੋਲੇ ਆ। ਇਹ ਸਾਰੇ ਫਕੀਰਾਂ ਕੋਲੇ ਹੀ ਆ। ਆਪਣੇ ਮੀਆਂ ਮੀਰ ਜੀ ਕੋਲੇ ਆ, ਸ਼ੇਖ ਫਰੀਦ ਜੀ ਕੋਲ ਆ, ਖਵਾਜਾ ਗੁਲਾਮ ਫਰੀਦ ਕੋਲ, ਜਿੰਨੇ ਵੀ ਸੂਫੀ ਫਕੀਰ ਨੇ, ਸਾਰਿਆਂ ਕੋਲੇ ਬਹੁਤ ਵੱਡੀਆਂ ਬਾਦਸ਼ਾਹੀਆਂ ਸੀ ਜਿਹੜੀਆਂ ਕੋਲੇ ਨਹੀਂ ਹੈਗੀਆਂ। ਜਿਹਦੇ ਲਈ ਰਾਜੇ, ਜਿਹਦੇ ਕੋਲੋਂ ਦੁਨੀਆਦਾਰੀ ਮੰਗਣ ਆਉਂਦੇ ਨੇ, ਉਹ ਬੰਦੇ ਨੇ। ਮੀਆਂ ਮੀਰ ਦਾ ਗਜ਼ਬ ਖੁਦਾਈ ਸ਼ਾਹਾਂ ਨੂੰ ਤੜਪਾਵੇ, ਪਰ ਮੁਸਕਾਨ ਸਹਿਜ ਚੋਂ ਅਰਜਨ ਖਿਮਾ ਅੰਤ ਜਗਾਵੇ। ਸਹਿਜ ਤਤੀ ਤਵੀ ਦੇ ਉੱਤੇ ਤੁਹਾਡਾ ਬੈਲੈਂਸ ਨਾ ਹਿੱਲੇ, ਤੁਹਾਡਾ ਟਾ ਨਾ ਹਿੱਲੇ, ਤੁਹਾਡਾ ਤਾਲ ਨਾ ਵਿਗੜੇ। ਸਹਿਜ ਕੇ ਕਿ ਕੋਈ ਵੀ ਚੀਜ਼ ਤੁਹਾਡਾ ਤਾਲ ਨਾ ਵਿਗਾੜ ਸਕੇ। ਇਹ ਬਹੁਤ ਵੱਡਾ ਸਹਿਜ ਹੈ ਗੁਰਬਾਣੀ ਦੇ ਵਿੱਚ। ਇਹਦੇ ਅਰਥ ਬਹੁਤ, ਉਹ ਸਹਿਜ ਚੋਂ ਆਨੰਦ ਸਮੁੰਦਰ ਜਗਾ ਹੈ। ਉਹ ਦੁਨੀਆ ਨੂੰ ਮੰਨ ਰਹੇ ਨੇ ਤਤੀ ਤਬੀ ਦੇ ਵਿੱਚ, ਉਸ ਇਮਤਿਹਾਨ ਦੇ ਵਿੱਚੋਂ ਉਹ ਮੀਰ ਤੇ ਵੀ ਕੋਈ ਬਲੈਸਿੰਗ ਕਰਦੇ ਨੇ। ਫਕੀਰ ਨੇ ਗੱਲ ਕਹੀ, ਔਰ ਉਹਨਾਂ ਦੀ ਜਿਹੜੀ ਜਨਮ ਦੀ ਤਾਕਤ ਸੀ, ਜਿਹੜੀ ਉਹਨਾਂ ਦੇ ਨਾਲ ਰੱਬ ਦਾ ਆਸਰਾ ਸੀ, ਉਹ ਫਕੀਰ ਨੂੰ ਦੱਸਿਆ। ਉਹਨੂੰ ਪਤਾ ਹੀ ਸੀ, ਉਹਨੇ ਆਪਣੀ ਤਰ੍ਹਾਂ ਦਾ ਜਵਾਬ ਦਿੱਤਾ। ਦੋਨਾਂ ਦਾ ਹੀ ਕਮਾਲ ਆ, ਦੋਨੇ ਹੀ ਵੱਡੀਆਂ ਨੇ, ਬਹੁਤ ਵੱਡੀਆਂ। ਇਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ? ਇਹ ਆਪਣੇ ਜਿਹੜੇ ਹੈਗੇ ਨੇ ਤਾਲਿਬਾਨੀ, ਸਾਡੇ ਲਈ ਨਹੀਂ ਕੋਈ ਤਾਲਿਬਾਨੀ ਹੈਗਾ। ਨਾਲੇ ਜਦੋਂ UN ਨੂੰ ਨਹੀਂ ਕਹਿਤਾ ਉਹਨਾਂ ਨੂੰ, ਉਹ ਕਹਿੰਦੇ ਬਹੁਤ ਬਹਾਦਰ ਨੇ, ਦੁਨੀਆ ਨਾਲ ਤੋਂ ਡਰਦੀ ਹੈ। 40 ਸਿਪਾਹੀ ਨੇ ਜਿਨ੍ਹਾਂ ਨੇ ਮਾਫੀ ਮੰਗੀ ਹੈ ਵੀ ਤੁਸੀਂ ਬਿਲਕੁਲ ਅੱਤਵਾਦੀ ਨਹੀਂ ਹੈਗੇ, ਅਸੀਂ ਤੁਹਾਡੇ ਧੱਕਾ ਕੀਤਾ। ਤੁਸੀਂ ਕੌਣ ਹੁੰਦੇ ਉਹਨਾਂ ਨੂੰ ਅੱਤਵਾਦੀ ਕਹਿਣ ਵਾਲੇ? ਆਪਦੀ ਮੈਰਿਟ ਕਦੇ ਬਣਾ ਕੇ ਦੇਖੀ ਹੈ? ਬੰਦਿਆਂ ਨੇ ਬੰਦੇ ਨੂੰ ਜਾਤ ਪਾਤ ਚ ਵੰਡਿਆ, ਉਹ ਤਾਂ ਦੂਜੇ ਦੀ ਮੈਰਿਟ ਆਪ ਹੀ ਬਣਾਊਗਾ। ਪਰ ਹੁਣ ਮੇਰਾ ਯਕੀਨ ਆ ਵੀ ਅਸਲ ਮੈਰਿਟ ਬਣ ਜਾਣੀ, 100% ਬਣੇਗੀ। ਹਰ ਆਦਮੀ ਦਾ ਭੁਲੇਖਾ ਦੂਰ ਹੋਊਗਾ। ਆਦਮੀ ਜਿਹੜਾ ਖੁਦ ਮੈਰਿਟ ਬਣਾਉਂਦਾ, ਆਪਣੇ ਆਪ ਦਾ ਪਤਾ ਨਹੀਂ, ਨਾ ਉਹਨੂੰ ਵਰਤਾਇਆ ਹੋਇਆ ਨਰਕ ਦੀਦਾ, ਨਾ ਉਹਨੂੰ ਪਾਪ ਦੀਦਾ,
ਉਹ ਆਪਦੇ ਆਪ ਚ ਅੰਨਾ ਹੋਇਆ, ਦੂਜਿਆਂ ਦੀ ਉਹ ਮੈਰਿਟ ਬਣਾਉਂਦਾ, ਕਿਸੇ ਨੂੰ ਕੁਛ ਕਹਿ ਲਿਆ, ਕਿਸੇ ਨੂੰ ਕੁਛ ਕਹਿ ਲਿਆ, ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ, ਜਿਵੇਂ ਬੁੱਲਾ ਕਹਿੰਦਾ, ਆਪਣੇ ਆਪ ਨੂੰ ਕਦੇ ਦੇਖਿਆ ਹੀ ਨਹੀਂ। ਤੇ ਇਸ ਕਰਕੇ ਜੋ ਕੁਝ ਹੋਇਆ, ਜਿਹਦੇ ਨਾਲ ਹੋਇਆ, ਉਹ ਬੰਦਿਆਂ ਨੇ ਜਦੋਂ ਉਹ ਰੁਤਬੇ ਤੇ ਆਪਣੇ ਆਪ ਨੂੰ ਪੁੱਛ ਲਿਆ, ਕੁਝ ਹੋਊਗਾ ਸਾਨੂੰ ਵੀ ਕਰਨਾ ਚਾਹੀਦਾ, ਉਹਦੇ ਲਈ ਤਿਆਰ ਰਹਿਣਾ ਚਾਹੀਦਾ, ਜਿਹੜੇ ਰੂਪ ਚ ਵੀ ਅਸੀਂ ਤਿਆਰ। ਸਾਡੀ ਆਤਮਾ ਦਾ ਕੀ ਹੁੰਗਾਰਾ। ਮੈਂ ਉਹਨਾਂ ਨੂੰ ਵਧਾਈ ਦਿੰਦਾ, ਉਹਨਾਂ ਨੇ ਦੀਨ ਦੀ ਜੰਗ ਲੜੀ ਹੈ। ਹੁਣ ਉਹ ਕੋਈ ਕੁੜੀ ਕੋਈ ਅਧਾਲੀ ਗਈ, ਉਹ ਬੰਦੇ ਕਹਿੰਦੇ ਅਸੀਂ ਦੇਖਣਾ ਇਹਨਾਂ ਨੂੰ ਸਜ਼ਾ ਕਿਵੇਂ ਦਈਏ। ਇਹ ਵੀ ਨਾ ਹੋਵੇ ਵੀ ਦੁਨੀਆ ਇੰਨੀ ਡਰ ਜਾਵੇ, ਇਹ ਵੀ ਨਾ ਹੋਵੇ ਮੁੜ ਕੇ ਬੰਦੇ ਦਾ ਹੌਸਲਾ ਪੈ ਜੇ। ਉਹ ਬਹੁਤ ਸੋਹਣਾ ਸੋਚਦੇ ਨੇ। ਕਿਸੇ ਦੀ ਧੀ ਦੀ ਉਦਾਹਰਣ ਪਿੱਛੇ ਤੁਸੀਂ ਕਿੰਨੇ ਕੁ ਫਾਹੇ ਟੰਗੇ ਨੇ। ਅੱਤਵਾਦੀ ਕਿਸੇ ਨੂੰ ਕਹਿਣਾ ਬੜਾ ਸੌਖਾ। ਫਿਰ ਮੈਂ ਕਹਿਣਾ ਉਹਨਾਂ ਗੁਰਦੁਆਰਿਆਂ ਦੇ ਵਿੱਚ ਪਤਾ ਕਰੋ ਕਿ ਉਹ ਸੱਚੀ ਮੁੱਚੀ ਸਿੱਖ ਗੁਰਦੁਆਰੇ ਨੇ ਜਾਂ ਉੱਥੇ ਮਸੰਦ ਬੈਠੇ ਨੇ, ਮੋਦੀ ਵਰਗਿਆਂ ਦੀਆਂ ਗੱਲਾਂ ਤੇ ਪਹਿਰਾ ਦੇ ਰਹੇ ਨੇ। ਆਪਾਂ ਨੂੰ ਕੀ ਪਤਾ, ਇੰਨਾ ਰੁਪਈਆ ਖਰਚਾ ਨੇ ਉੱਥੇ, ਅਰਬਾਂ ਖਰਬਾਂ ਰੁਪਈਆ ਸਾਡਾ ਉੱਥੇ ਬਰਬਾਦ ਹੋਇਆ। ਹੁਣ ਵੀ ਅਮਰੀਕਾ 'ਚ ਜਾ ਕੇ ਉਹਨਾਂ ਤੋਂ ਡਰਿਆ ਹੋਇਆ ਉਹ ਐ ਨਾ ਕਰ, ਜਿਹੜਾ ਕੁਝ ਤੂੰ ਕੀਤਾ ਸਾਡੇ ਤੇ ਵੀ ਅੱਗ ਧਰਾਉਣੀ ਆ, ਅਸੀਂ ਤੇ ਭਾਗੀ ਵੀ ਨਹੀਂ, ਪਰ ਭਰਾਉਣ ਵਾਲਾ ਤੂੰ ਆ। ਉਹ ਕਿਹੜੀ ਅੱਗ ਜਿਹੜੀ ਨਹੀਂ ਲਾਈ, ਕਿਹੜੀ ਕਸਰ ਆ ਜਿਹੜੀ ਰਹਿੰਦੀ ਆ। ਧੀਆਂ ਤੋਂ ਲੈ ਕੇ ਜਵਾਨਾਂ ਤੋਂ ਲੈ ਕੇ ਉਹ ਬਰਬਾਦੀ ਦਾ ਕਿਹੜਾ ਰੂਪ ਆ ਜਿਹੜਾ ਤੁਸੀਂ ਨਹੀਂ ਕੀਤਾ। ਤੇ ਫਿਰ ਝੱਲਣਾ ਹੀ ਪਊਗਾ, ਉਹਦਾ ਮੁੱਲ ਤੇ ਦੇਣਾ ਹੀ ਪਊਗਾ। ਤੇ ਪਤਾ ਲੱਗੂਗਾ ਹੁਣ ਕਿ ਕੌਣ ਅੱਤਵਾਦੀ ਆ, ਕੌਣ ਆ ਜਿਹੜਾ ਅੱਤਵਾਦੀ ਨਹੀਂ ਹੈਗਾ, ਦੀਨ ਦੇ ਵਿੱਚ ਖੜਾ। ਇਹ ਤੇ ਕੁਦਰਤ ਨੇ ਕਰ ਦੇਣੇ ਨੇ। ਇਹ ਫੈਸਲੇ ਸਾਡੇ ਮਿੱਥੇ ਹੋਏ ਵੀ ਨਹੀਂ ਕਿ ਐ ਹੋ ਜੂਗਾ, ਐ ਹੋ ਜੂਗਾ। ਰੱਬ ਦੇ ਭਾਣੇ ਚ ਆਉਣਾ, ਪਤਾ ਨਹੀਂ ਕਿਵੇਂ ਅੱਗ ਬਰਸਣੀ। ਹੋ ਸਕਦਾ ਯਕੀਨ ਆ ਸਾਰਾ ਬਾਰਡਰ ਖੁੱਲੂਗਾ ਤੁਹਾਡੇ ਸਾਹਮਣੇ। ਸਾਨੂੰ ਬਹੁਤ ਵੱਡੀਆਂ ਜੰਗਾਂ ਫੇਸ ਕਰਨੀਆਂ ਪੈਣਗੀਆਂ। ਇੰਨੀ ਅੱਗ ਲਾਈ ਆ ਪਸ਼ੂਆਂ ਵਰਗਿਆਂ ਬੰਦਿਆਂ ਨੇ, ਕਿਸੇ ਦਾ ਭਾਈ ਨਹੀਂ ਅੰਦਰ, ਨਾ ਕਿਸੇ ਰੱਬ ਦਾ ਖੌਫ, ਨਾ ਬੰਦਿਆਂ ਦੀ ਸ਼ਰਮ। ਇਹ ਜਿਹੜੇ ਆਪ ਕੀਤੇ ਨੇ ਇਹ ਰੱਬ ਨੇ ਬਣਾਉਣੀ, ਉਹ ਦੇਖੀਏ ਕਿਵੇਂ ਬਣਦੀ। ਦੁਨੀਆ ਨੂੰ ਦੀਦਾ ਸਾਰਾ ਕੁਛ, ਕੌਣ ਅੱਤਵਾਦੀ ਹੈ ਤੇ ਕੌਣ ਦੇਵਤਾ, ਸਾਰਾ ਕੁਛ ਦੀਦਾ। ਤੇ ਇਹ ਗੱਲਾਂ ਨੇ ਜਿਹੜੀਆਂ ਇਹ ਤੇ ਸਾਹਮਣੇ ਆਉਣਗੀਆਂ। ਤੇ ਸਾਡੀ ਬਾਣੀ ਦੇ ਵਿੱਚ ਨੇ, ਅਸੀਂ ਉਹ ਤੋਂ ਕਿਵੇਂ ਭੱਜਾਂਗੇ। ਅਸੀਂ ਜੇਬ 'ਚ ਤੇ ਪਏ ਨਹੀਂ ਹੋਏ, ਅੱਗ ਸਾਨੂੰ ਠੇਕਣੀ ਪਊਗੀ ਨਾਲ। ਹਾਲਾਂਕਿ ਅਸੀਂ ਕਿਸੇ ਨੂੰ ਅੱਗ ਦੇ ਭਾਗੀ ਬਣਾਉਣ ਲਈ ਦੱਬ ਵੀ ਨਹੀਂ ਦਿੱਤੀ। ਅਸੀਂ ਕੋਈ ਇਹੋ ਜਿਹਾ ਕਸੂਰ ਨਹੀਂ ਕੀਤਾ ਸਿੱਖ ਕੌਮ ਨੇ, ਇੱਕ ਕਿਸੇ ਦਾ ਇਹੋ ਜਿਹਾ ਦਿਲ ਨਹੀਂ ਦਿਖਾਉਂਦੀ। ਪਰ ਜਿਹੜੇ ਬੰਦਿਆਂ ਕੋਲੇ ਕੁਰਬਾਨੀਆਂ ਵਾਲਾ ਇਤਿਹਾਸ ਠੀਕ ਆਇਆ ਹੋਵੇ, ਹਕੂਮਤ ਠੀਕ ਆ ਵੀ ਹੋਵੇ, ਉਹ ਕਿੰਨਾ ਚਿਰ ਰੱਖ ਲੈਣਗੇ। ਰਾਮ ਦੀ ਚੀਜ਼ ਭੱਜਦੀ ਹੈ ਕਿਸੇ ਤੇ, ਉਹਦਾ ਤਾਇਆ ਹੋਇਆ ਉਹ ਦੇਖਣਾ ਪਊਗਾ। ਕਿੰਨੀ ਕੁ ਅੱਗ ਸੇਕਣੀ ਪੈਂਦੀ ਆ, ਬੇਕਸੂਰ ਭੋਲੇ ਬੰਦਿਆਂ ਨੂੰ ਨਾਲ ਪਊਗੀ। ਜਿਹੜੇ ਹੱਕ ਸੇਕਣੀ ਉਹਨਾਂ ਦਾ ਤਾਂ ਹੱਕ ਹੀ ਹੁੰਦਾ। ਇਹ ਤਾਂ ਉਹਦੇ ਨੇੜੇ ਹੀ ਚੀਜ਼ਾਂ ਹੋਣੀਆਂ। ਇਹ ਤੇ ਮੈਂ ਸਲਾਮ ਬਹੁਤ ਪੜ੍ਹਿਆ, ਕਿਉਂਕਿ ਮੈਂ ਬਾਰੇ ਝੂਠ ਨਾ ਬੋਲਾਂ, ਨਾ ਮੈਨੂੰ ਡਰ, ਨਾ ਮੈਂ ਕੋਈ ਉਹਨਾਂ ਦੇ ਕਹਿਣੇ ਚ ਵੀ ਨਹੀਂ। ਉਹ ਗਲਤ ਨੇ ਮੈਂ ਕਹੂੰਗਾ, ਸਲਾਮ ਪੜ੍ਹਿਆ ਵੀ ਇੱਥੇ ਗਲਤ ਨੇ। ਮੈਂ ਉਹਦੇ ਵਿੱਚ ਲਿਖਿਆ, ਜਿਹੜਾ ਉਹ ਮੈਂ 2016 ਦੇ ਵਿੱਚ ਪੇਪਰ ਪਾਇਆ ਸੀ, some glimpses of the destinies of nation through the real mirror of elite world geniuses। ਉਹਦੇ ਵਿੱਚ ਮੈਂ ਦੱਸਿਆ ਸੀ ਵੀ ਕਿੱਥੇ ਜਿਹੜੇ ਇਹ ਤਾਲਿਬਾਨ ਨੇ ਜਾਂ ਮੁਜਾਹਿਦੀਨ ਨੇ ਜਾਂ ਜਿਹੜੇ ਗਾਜ਼ੀ ਨੇ ਜਾਂ ਜਿਹੜੇ ਜਹਾਦੀ ਨੇ, ਕਿੱਥੇ ਠੀਕ ਨੇ, ਕਿੱਥੇ ਕੁਰਾਨ ਤੋਂ ਬਾਹਰ ਵੀ ਨੇ, ਜਿੱਥੇ ਬਾਹਰ ਲਿਖਿਆ। ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂ ਲਿਖਿਆ, ਕਿਉਂਕਿ ਕੁਰਾਨ ਦੀ ਕਮਾਂਡ ਤੇ ਜ਼ਰੂਰੀ ਆ ਸਾਡੇ ਸਾਰਿਆਂ ਨੂੰ। ਉਸ ਕਮਾਂਡ ਦੇ ਵਿੱਚ ਜਦੋਂ ਤੁਸੀਂ ਜੰਗ ਜਿੱਤਦੇ ਹੋ, ਸਾਡਾ ਵੀ ਭਲਾ, ਕਿਉਂਕਿ ਉਹ ਤਾਂ ਰੱਬ ਦੇ ਘਰ ਦੀ ਚੀਜ਼ ਹੈ, ਉਹ ਤਾਂ ਰੱਬ ਦਾ ਘਰ ਆ।
ਰੱਬ ਦਾ ਘਰ ਕਿਹਦੇ ਲਈ ਮਾੜਾ ਹੋ ਸਕਦਾ? ਰੱਬ ਦੀ ਸੰਗਤ ਕਿਹਦੇ ਲਈ ਮਜਲਿਸ ਮਾੜੀ ਹੋ ਸਕਦੀ ਹੈ? ਉਹਨਾਂ ਜਗ ਜੀ ਉਹਨੇ ਕਹਿਣਾ ਪਿਆਰ ਬਰਸਾ, ਸੂਫੀਆਂ ਵਾਲੀ ਮੁਹੱਬਤ ਲੈ ਆਓ, ਸੂਫੀਆਂ ਵਾਲੀ ਫਕੀਰੀ ਲੈ ਆਓ, ਉਹਨਾਂ ਦਾ ਨਿਆਂ ਲੈ ਆਓ, ਉਹਨਾਂ ਵਾਲਾ ਤਿਆਗ ਲਿਆਓ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਅਤੇ ਸਾਨੂੰ ਕੋਈ ਡਰ ਨਾ ਸੀ ਕੋਈ ਕਿਸੇ ਦੀ ਖੁਸ਼ਾਮਦ ਦੇ ਵਿੱਚ। ਸਾਨੂੰ ਤਾਂ ਗੁਰੂ ਦੀ ਜੋ ਸਿੱਖਿਆ, ਗੁਰੂ ਨੇ ਇਹਨਾਂ ਨਾਲ ਜੰਗਾਂ ਲੜੀਆਂ ਨੇ, ਕਿਤੇ ਇਹਨਾਂ ਨੂੰ ਅੱਤਵਾਦੀ ਨਹੀਂ ਕਿਹਾ, ਕਿਤੇ ਇਹਨਾਂ ਨੇ ਬੈਰ ਨਹੀਂ ਕਮਾਇਆ, ਔਰੰਗਜ਼ੇਬ ਨੂੰ ਮਾਫ ਕਰਨ ਜਾ ਰਹੇ ਨੇ। ਇਸ ਕਰਕੇ ਅਸੀਂ ਗੁਰੂ ਦੇ ਮੁਤਾਬਕ ਚੱਲਣਾ, ਕਦੇ ਕਿਸੇ ਦੀ ਜੇਬ 'ਚ ਪੈ ਕੇ ਘਟੀਆਂ ਗੱਲਾਂ ਕਰਨੀਆਂ ਨੇ। ਘੱਟ ਤੋਂ ਘੱਟ ਅਮਲ 'ਚ ਜੇ ਮਾੜੇ ਵੀ ਹੈ, ਗੱਲ ਤਾਂ ਗੁਰੂ ਦੀ ਕਰਾਂਗੇ, ਗੱਲ ਤਾਂ ਉਹਦੇ ਅਮਲ ਦੀ ਕਰਾਂਗੇ ਕਿ ਗੁਰੂ ਨੇ ਕਰਕੇ ਦਿਖਾਇਆ। ਜੋ ਕੁਝ ਗੁਰੂ ਨੇ ਕੀਤਾ ਸੀ ਉਹ ਤੋਂ ਕਿਵੇਂ ਬਚਾਂਗੇ? ਤਰਸ ਅਥਾ ਤੇਗ ਦਾ ਰਣ ਚੋਂ ਕੌਣ ਰੂਹ ਵੱਲ ਘੱਲੇ, ਮੈਦਾਨੇ ਜੰਗ ਦੇ ਵਿੱਚ ਕਿਰਪਾਨ ਦਾ ਜਿਹੜਾ ਰਹਿਮ, ਇਹ ਰੂਹ ਵੱਲ ਕੌਣ ਭੇਜ ਰਿਹਾ? ਛੇਵਾਂ ਗੁਰੂ। ਜਦੋਂ ਪੈਂਦੇ ਖਾਨ ਸੀ ਜਿਹੜਾ ਉਹਨੇ ਹਮਲਾ ਕੀਤਾ, ਉਹ ਘੋੜੇ ਦੇ ਹੀ ਥੱਲੇ ਵੜ ਗਿਆ ਛੇਵੇਂ ਗੁਰੂ ਦੇ। ਤਕੜਾ ਉਹਨੇ ਘੋੜੇ ਰੱਦ ਦੇਣਾ। ਗੁਰੂ ਬਹੁਤ ਤਕੜਾ ਸੀ, ਤਾਕਤ ਬਹੁਤ ਜ਼ਿਆਦਾ ਸੀ ਉਹਨਾਂ 'ਚ। ਸਪਿਰਿਟ ਦੀ ਵੀ ਤਾਕਤ, ਸਰੀਰ ਦੀ ਵੀ। ਉਹਨਾਂ ਨੇ ਢਾਲ ਮਾਰੀ ਉੱਥੋਂ, ਉਹਦੇ ਉਹ ਡਿੱਗ ਪਿਆ ਉੱਥੇ। ਜਦੋਂ ਡਿੱਗ ਪਿਆ ਫਿਰ ਉਹਦੇ ਤੇ ਛਾਂ ਕੀਤੀ ਰਹਿਮ ਦੀ, ਪਿਆਰ ਕੀਤਾ ਉਹਨੂੰ ਰੱਜ ਕੇ। ਮੈਂ ਪੜ੍ਹ ਲਾ, ਮੈਂ ਪੜ੍ਹਦਾ ਸੀ ਇਬਨ ਅਲ ਅਰਬੀ ਦਾ ਕੁਦਰਤ ਵੱਲੋਂ। ਉਹਦੇ ਵਿੱਚ ਵੀ ਦੋ ਚੀਜ਼ਾਂ ਹੁੰਦੀਆਂ ਨੇ ਰੱਬ ਵੱਲੋਂ। ਇੱਕ ਹੋਲੀ ਰਾਤ ਹੁੰਦੀ ਹੈ ਜਿਹੜੀ ਮੈਦਾਨੇ ਜੰਗ 'ਚ ਨਿਆਂ ਕਰਦੀ ਆ। ਇੱਕ ਜਨਰਲ ਮਰਸੀ ਆ ਜਿਹੜੀ ਸਭ ਲਈ ਆ। ਮੈਦਾਨੇ ਜੰਗ 'ਚ ਨਿਆਂ ਕਿਉਂ ਹੁੰਦਾ? ਰਾਤ ਕਿਉਂ ਹੁੰਦੀ ਹੈ? ਜਦੋਂ ਰੱਬ ਦੇ ਨੇਮ ਚੋਂ ਹੀ ਚੀਜ਼ ਬਾਹਰ ਚਲੀ ਗਈ, ਉਹਨੂੰ ਨੇਮ 'ਚ ਲਿਆਉਣ ਰਾਤ ਹੁੰਦੀ ਹੈ। ਬਹੁਤ ਕਮਾਲ, ਬਹੁਤ ਹੀ ਕਮਾਲ ਸੋਲੋਮਨ ਦੇ ਵਿੱਚ ਹੈ। ਇਹ 16ਵਾਂ 27 ਪੈਗੰਬਰਾਂ ਤੇ ਕਿਤਾਬ ਆ ਉਹਦੀ, ਸੂਰਤ ਅਲ ਹਿਕਮ। ਇਹ 16ਵੇਂ ਅੱਜ ਹੀ ਪੜ੍ਹਦਾ ਸੀ, ਮੌਕਾ ਮੇਰਾ ਵੀ ਚੀਜ਼ਾਂ ਆ ਜਾਂਦੀਆਂ ਕੁਦਰਤ ਵੱਲੋਂ ਹੀ। ਤਰਸ ਥਾ ਤੇਗ ਦਾ ਰਣ ਚੋਂ ਕੌਣ ਰੂਹ ਵੱਲ ਘੱਲੇ, ਮੈਦਾਨੇ ਜੰਗ ਦੀ ਕੁਰਬਾਨ ਦਾ ਜਿਹੜਾ ਰਹਿਮ ਆ। ਸਾਡੀਆਂ ਕਮਾਲ ਆ ਗੁਰੂ ਦਾ, ਸਾਡੀਆਂ ਰੂਹਾਂ ਨੂੰ ਬਲੈਸਿੰਗ ਬਣ ਕੇ ਆ ਰਹੇ। ਕੌਣ ਰੂਹ ਵੱਲ ਘੱਲੇ, ਇਹ ਹੈ ਜੀਨੀਅਸ ਬੰਦਾ। ਇਹ ਜਿਹੀਆਂ ਗੱਲਾਂ ਤੁਸੀਂ ਦੱਸ ਦੋਗੇ, ਇਹ ਫਰਕ ਹੁੰਦਾ ਤਾਂ। ਉਹ ਰੱਬ ਵੱਲੋਂ, ਗੁਰੂ ਵੱਲੋਂ ਹੀ ਆਉਂਦੇ ਨੇ, ਪੈਗੰਬਰਾਂ ਵੱਲੋਂ, ਧਰਮਾਂ ਵੱਲੋਂ ਆਉਂਦੇ ਨੇ। ਉਹਨਾਂ ਦਾ ਨਹੀਂ ਮੁਕਾਬਲਾ ਹੁੰਦਾ, ਉਹਨਾਂ ਨੂੰ ਪੜ੍ਹਨਾ ਜ਼ਰੂਰੀ। ਸਿਦਕ ਦਿਲਾਂ ਵੱਲ ਫਿਰ ਉਸ ਤੇਗੋਂ ਸ਼ਾਹਾਂ ਗਏ। ਫਿਰ ਉਹ ਜਿਹੜਾ ਸਿਦਕ ਆ ਗੁਰੂ ਦਾ, ਖਾਲਸੇ ਦਾ, ਵੱਡੇ ਵੱਡੇ ਤੁਹਾਨੂੰ ਰੱਬ ਦੇ ਨੇਮ 'ਚ ਨਹੀਂ ਆਉਂਦੇ। ਨੇਮ 'ਚ ਲਿਆਉਣ ਲਈ ਫਿਰ ਉੱਥੇ ਸ਼ਮਸ਼ੀਰ ਰੱਬ ਵੱਲੋਂ ਹੀ ਆਈ। ਇਹਨੂੰ ਹੋਲੀ ਰਾਤ ਕਹੇ, ਪਵਿੱਤਰ ਕਹੇ। ਜਿਹੜਾ ਮੁਹੰਮਦ ਇਹਨੂੰ ਗ੍ਰੇਟਰ ਹੋਲੀ ਵਾਰ ਜਹਾਦ ਕਹਿੰਦਾ। ਜਹਾਦ ਇਹੀ ਚੀਜ਼ ਆ, ਇਹੀ ਚੀਜ਼ ਆ ਜਹਾਦ। ਤੇ ਰੱਬ ਦਾ ਕਹਿਰ ਵਰਤਦਾ ਉੱਥੇ, ਜਦੋਂ ਰੱਬ ਦੇ ਨੇਮ ਕਹਿਰ ਤੋਂ ਬਿਨਾਂ ਨਹੀਂ ਆ ਸਕਦੀ। ਉੱਥੇ ਰੱਬ ਆਪਣੇ ਆਪ ਤੋਂ ਬਾਹਰ ਥੋੜਾ ਕਰ ਦੂਗਾ ਤੁਹਾਨੂੰ ਸਾਜ ਕੇ। ਉੱਥੇ ਫਿਰ ਉਹਨੇ ਉਹ ਕਹਿਰ ਵਰਤਾਉਣਾ, ਪਰ ਉਹਦਾ ਉੱਥੇ ਵੀ ਰਹਿਮ ਨਾਲ, ਉੱਥੇ ਵੀ ਰਹਿਮ ਨਾਲ ਆਉਂਦਾ। ਜਿਸ ਪੜਾਅ ਤੇ ਬੰਦਾ ਰਹਿਮ ਦਾ ਹੱਕਦਾਰ, ਉਹਨੂੰ ਮਿਲ ਜਾਂਦਾ।
ਸਿਦਕ ਦਿਲਾਂ ਵੱਲ ਫਿਰ ਉਸ ਤੇਗੋਂ ਕੱਟ ਸ਼ਾਹਾਂ ਨੂੰ ਚਲੇ। ਫਿਰ ਸ਼ਾਹ ਨੂੰ ਜਿਹੜੇ ਰੱਬ ਦੇ ਕਹਿਰ ਬਿਨਾ ਸਿੱਧੇ ਰਾਹ ਤੇ ਨਹੀਂ ਪੈ ਸਕਦੇ, ਫਿਰ ਉਹਨਾਂ ਸ਼ਾਹ ਨੂੰ ਸਿੱਧੇ ਰਸਤੇ ਤੇ ਲਿਆਉਣ ਦੇ ਲਈ, ਨਾ ਕਿ ਕਤਲ ਕਰਨ ਦੇ ਲਈ, ਉਹ ਰਸਤੇ ਦੇ ਵਿੱਚ ਜਿਹੜੇ ਰੂਪ ਨਾਲ ਵੀ ਆਏ, ਉਹ ਸਿਦਕ ਫਿਰ ਦਿਲਾਂ ਵੱਲ ਆ ਰਿਹਾ, ਜਿੱਥੇ ਅੰਮ੍ਰਿਤ ਛਕਾਇਆ ਜਾ ਰਿਹਾ। ਅੰਮ੍ਰਿਤ ਦੀ ਦਾਤ, ਉਹਦੇ ਪਿੱਛੇ ਸਿਦਕ, ਉਹਦੇ ਪਿੱਛੇ ਛੁਪੇ ਹੋਏ ਇਤਿਹਾਸ, ਉਹਦੇ ਪਿੱਛੇ ਕਿਵੇਂ ਧਰਤੀਆਂ ਲੋਕ ਕਿਵੇਂ ਆ ਰਹੇ, ਫਕੀਰਾਂ ਵਰਗੇ, ਮੀਆਂ ਮੀਰ ਵਰਗੇ ਤਤੀ ਤਵੀ ਦੇ ਆਨੰਦ ਆ ਰਹੇ ਨੇ, ਸਭ ਕੁਛ ਆ ਰਿਹਾ। ਇਹ ਅੰਮ੍ਰਿਤ ਕਿਵੇਂ ਬਣਿਆ, ਸਾਨੂੰ ਕਿਵੇਂ ਮਿਲਿਆ, ਸਾਨੂੰ ਕਿਵੇਂ ਜਨਮ ਹੋਇਆ। ਜੇ ਚੀਜ਼ਾਂ ਸਾਡੇ ਅੰਦਰ ਜਾਗਦੀਆਂ ਰਹਿਣਗੀਆਂ, ਅਸੀਂ ਕਿਸੇ ਨਿੱਕੀ ਮੋਟੀ ਚੀਜ਼ ਦੀ ਮਾਰ ਵਿੱਚ ਨਹੀਂ ਆਵਾਂਗੇ, ਸਾਨੂੰ ਗੁਰੂ ਬਚਾ ਲੂਗਾ। ਉਹ ਆਪ ਹੀ ਬਚਾ ਲੈਂਦਾ, ਜਿਵੇਂ ਬੱਚਾ ਖੇਡਦਾ ਖੇਡਦਾ ਕਈ ਵਾਰੀ ਡਰਾਉਣੀਆਂ ਹੁੰਦਾ। ਸਾਡੇ ਅੰਦਰ ਬਹੁਤ ਰੱਬ ਦੇ ਹੁਕਮ ਦੀ ਚੀਜ਼ ਆ, ਜਿਹੜੀ ਸਾਨੂੰ ਬਚਾ ਲੈਂਦੀ ਹੈ ਇਹਨਾਂ ਚੀਜ਼ਾਂ ਤੋਂ, ਜਦੋਂ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਹਾਂ, ਜਦੋਂ ਅਮਲ ਚ ਉਹਨੂੰ ਕਮਾਇਆ ਹੋਵੇ। ਤਨ ਜ਼ਖਮੀ ਜਿਉਂ ਜਰੇ ਦੁਪਹਿਰਾਂ, ਸੰਗਤ ਘੁੱਟਦੀ ਚੀਸਾਂ, ਤਾਂ ਲੈ ਰਹਿਮ ਛਾਂ ਨੂੰ ਉੱਡਦੀ, ਢਾਲ ਕੋ ਵੱਲ ਅਸੀਸਾਂ। ਤਨ ਜ਼ਖਮੀ ਜਿਉਂ ਜਰੇ ਦੁਪਹਿਰਾਂ, ਐ ਦੇਖਾ ਸਿਖਰ ਦੁਪਹਿਰ ਸੀ, ਉਹ ਜ਼ਖਮੀ ਹੋ ਗਿਆ। ਉਹਦੀ ਇਹ ਸਿਮਿਲੀ ਚੱਲ ਰਹੀ ਹੈ, ਤਸ਼ਬੀਹ ਹੈ ਜਿਹੜੀ। ਤਨ ਜ਼ਖਮੀ ਜਿਉਂ ਜਰੇ ਦੁਪਹਿਰਾਂ, ਦੁਪਹਿਰ ਵੇਲੇ ਜਿਹੜਾ ਜ਼ਖਮੀ ਸਰੀਰ ਸੀ ਉਹਦਾ, ਸੰਗਤ ਘੁੱਟਦੀ ਚੀਸਾਂ, ਉਹ ਚੀਜ਼ ਸੰਗਤ ਨੂੰ ਵੀ ਮਹਿਸੂਸ ਹੋ ਰਹੀ ਹੈ, ਪਰ ਉਹਦੇ ਨਾਲ ਗੁਰੂ ਦੀ ਬਲੈਸਿੰਗ ਆ, ਗੁਰੂ ਦੀ ਬਖਸ਼ਿਸ਼ ਹੈ। ਪਾਪ ਕਰਨ ਵਾਲੇ ਦਾ ਪਾਪ ਆ, ਪਰ ਰੱਬ ਦੇ ਹੁਕਮ ਵਿੱਚ ਆਏ ਹੋਏ ਗੁਰੂ ਦੀ ਬਲੈਸਿੰਗ ਆ, ਉਹਨੂੰ ਹੁਕਮ ਦੇ ਵਿੱਚ ਲਿਆਉਣਾ ਬਲੈਸਿੰਗ ਆ। ਜਿਹੜੇ ਤਰੀਕੇ ਨਾਲ ਹੁਕਮ ਦੇ ਵਿੱਚ ਬੰਦਾ ਪ੍ਰਵਾਨਿਤ ਆ, ਉਸੇ ਨਾਲ ਹੀ ਉਹ ਆਊਗਾ, ਉਸੇ ਰੂਪ ਚ ਹੀ ਆਊਗਾ। ਇਹ ਜਿਹਾ ਉਹਦਾ ਅਮਲ। ਸੰਗਤ ਘੁੱਟਦੀ ਚੀਸਾਂ, ਉਹ ਯਾਦ ਕਰ ਕਰਕੇ, ਤਾਂ ਲੈ ਰਹਿਮ ਛਾਂ ਨੂੰ ਉੱਡਦੀ। ਫਿਰ ਗੁਰੂ ਨੇ ਉਹਦੇ ਤੇ ਰਹਿਮ ਦੀ ਛਾਂ ਕੀਤੀ, ਢਾਲ ਨਾਲ। ਢਾਲ ਉਹ ਗੁਰੂ ਦੀ ਸੀ, ਗੁਰੂ ਪਿੱਛੇ ਰੱਬ ਸੀ, ਰੱਬ ਦੀ ਛਾਂ ਸੀ। ਉਹ ਜੋਧਾ ਬੰਦਾ ਸੀ ਜਿਹੜਾ, ਉਹ ਛਾਂ ਦਾ ਹੱਕਦਾਰ ਮੌਤ ਪਿੱਛੋਂ ਹੋਇਆ, ਮੌਤ ਦੀ ਘੜੀ ਤੇ ਹੋਇਆ। ਉਹਨੂੰ ਛਾਂ, ਰੱਬ ਦੇ ਘਰ ਦੀ ਛਾਂ ਜਿਵੇਂ ਮਰਜੀ ਨਸੀਬ ਹੋ ਜਾਏ, ਸ਼ਹੀਦ ਵੀ ਤਾਂ ਹੁੰਦਾ ਹੀ ਆ। ਬਿਲਕੁਲ, ਉਹ ਵੀ ਸ਼ਹਾਦਤ ਦਾ ਰੁਤਬਾ ਹੀ ਸੀ ਜਿਹੜਾ ਗੁਰੂ ਤੋਂ ਬਲੈਸ ਹੋਇਆ। ਤਾਂ ਲੈ ਰਹਿਮ ਛਾਂ ਨੂੰ ਉੱਡਦੀ, ਢਾਲ ਵੱਲ ਤਾਂ ਉਹ ਰਹਿਮ ਦੀ ਛਾਂ ਲੈ ਕੇ ਅਣਦੱਸਿਆਂ ਸਮਿਆਂ ਵੱਲ ਜਾ ਰਹੀ ਹੈ, ਹਰ ਚੀਜ਼ ਤੇ ਬਲੈਸ ਕਰ ਰਹੀ ਹੈ। ਕੱਲੀ ਉਸੇ ਥਾਂ ਤੇ ਨਹੀਂ, ਸਭ ਥਾਵਾਂ ਤੇ ਹੋ ਰਹੀ ਹੈ। ਜਿਵੇਂ ਗੁਰੂ ਨਾਨਕ ਸਾਰੀ ਧਰਤੀ ਦੇ ਉੱਤੇ ਧਰਮਸਾਲ ਰੂਪ ਦੇ ਵਿੱਚ ਰੱਬ ਦੀ ਬਖਸ਼ਿਸ਼ ਵਰਤਾ ਰਿਹਾ, ਬਿਲਕੁਲ ਹਰ ਗੁਰੂ ਦਾ ਕਾਰਜ ਸਾਰੀ ਧਰਤੀ, ਸਾਰੇ ਮਨੁੱਖ ਤੱਕ ਜਾ ਰਿਹਾ। ਅੰਮ੍ਰਿਤ ਭਾਵੇਂ ਇੱਥੇ ਛਕਾਇਆ, ਸਾਰੀ ਧਰਤੀ ਤੇ ਹੀ ਛਕਾਇਆ ਜਾ ਰਿਹਾ, ਸਾਰੀ ਧਰਤੀ ਹੋਈ ਉਹਦੀ ਰਸਮ ਅਦਾ ਕਰ ਰਹੀ। ਦਿਲ ਔਰੰਗਜ਼ੇਬ ਦਾ ਕੰਬੇ, ਤੱਕ ਕੋਮਲ ਖਿਮ ਰੀਤਾਂ। ਕਿ ਗੁਰੂ ਐਡਾ ਖਿਮਾ ਕਰਨ ਵਾਲਾ, ਕਿ ਮੈਂ ਦੇ ਵਿੱਚ ਵੀ ਖਿਮਾ ਕਰਦਾ। ਉਹਦਾ ਦਿਲ ਡਰਦਾ, ਉਹ ਡਰਪੋਕ ਨਹੀਂ ਸੀ, ਉਹ ਤਾਂ ਬਹੁਤ ਦਲੇਰ ਸੀ। ਮੌਤ ਤੋਂ ਤਾਂ ਉਹ ਡਰਦਾ ਹੀ ਨਹੀਂ ਸੀ, ਐਡਾ ਯੋਧਾ ਸੀ। ਉਹ ਡਰਦਾ ਇਸ ਚੀਜ਼ ਤੋਂ ਕਿ ਮੈਦਾਨੇ ਜੰਗ ਵਿੱਚ ਗੁਰੂ ਖਿਮਾ ਵੀ ਕਰ ਰਿਹਾ, ਕਿ ਬਲੈਸਿੰਗ ਵੀ ਦੇ ਰਿਹਾ।
ਤੇ ਉਹਦੇ ਅੰਦਰ ਕੋਈ ਦੁਸ਼ਮਣੀ ਵਾਲਾ ਲੈਵਲ ਹੀ ਨਹੀਂ, ਦੁਸ਼ਮਣੀ ਨਹੀਂ। ਉਹ ਤਾਂ ਬਲੈਸ ਕਰ ਲਿਆ। ਜੇ ਮੈਦਾਨੇ ਜੰਗ ਚ ਬਲੈਸਿੰਗ ਹੱਕਦਾਰ ਹੋ ਫਿਰ ਉੱਥੇ ਮਿਲੂ। ਇਸ ਗੱਲ ਤੋਂ ਔਰੰਗਜ਼ੇਬ ਡਰਦਾ, ਜੋ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਮੇਰੇ ਕੋਲ ਮੌਤ ਤੋਂ ਤਾਂ ਹਰੇਕ ਮੁਸਲਮਾਨ ਬਾਦਸ਼ਾਹੀ ਅੱਗੇ ਨਿਕਲਿਆ ਸੀ, ਮੌਤ ਤੋਂ ਕੋਈ ਵੀ ਨਹੀਂ ਸੀ ਡਰਦਾ ਇਹਨਾਂ ਚ। ਕਮਾਲ ਦੀ ਗੱਲ ਹੈ, ਮੌਤ ਤੋਂ ਕੋਈ ਵੀ ਨਹੀਂ ਸੀ ਡਰਦਾ। ਉਹ ਕਿਹੜੀ ਚੀਜ਼ ਹੈ ਜਿਹਦੇ ਗੁਰੂ ਨੇ ਉਹਨਾਂ ਨੂੰ ਫਤਿਹ ਕੀਤਾ? ਉਹ ਕਿਹੜੀ ਚੀਜ਼ ਸੀ ਜਿੱਤੋਂ ਉਹ ਫਤਿਹ ਹੋ ਸਕਦੇ ਸੀ, ਜਿਹੜੇ ਮੌਤ ਤੋਂ ਜਮੇ ਨਹੀਂ ਸੀ ਡਰਦੇ? ਇਹ ਗੱਲ ਗੁਰੂ ਕੋਲ ਸੀ। ਇਹਦੇ ਤੋਂ ਸਾਨੂੰ ਸਾਜਿਆ ਇਹ ਅਸੀਂ ਫਤਿਹ ਕਿਵੇਂ ਕਰਨੀ, ਖਿਮਾ ਕਿਵੇਂ ਕਰਨੀ, ਮੈਦਾਨੇ ਜੰਗ ਚ ਵੀ ਖਿਮਾ ਵਰਤਾਉਣੀ ਹੈ। ਜਿਵੇਂ ਜੱਸਾ ਸਿੰਘ ਆਹਲੂਵਾਲੀਆ, ਮੈਂ ਪਹਿਲਾਂ ਵੀ ਦੱਸਿਆ, ਇਹ ਅਬਦਾਲੀ ਦਾ ਜਰਨੈਲ ਆਪਣੇ ਪਰਿਵਾਰ ਛੱਡ ਕੇ ਭੱਜ ਗਿਆ ਮੈਦਾਨੇ ਜੰਗ ਚ। ਇਹ ਖਿਮਾ ਸੀ ਉਹਨਾਂ ਦੀਆਂ ਬੇਟੀਆਂ, ਉਹਨਾਂ ਦੀਆਂ ਭਾਈ ਜ਼ਮਾਮਾ ਇੰਨੀ ਇੱਜ਼ਤ ਨਾਲ ਪਹੁੰਚਾਈਆਂ ਸਿਰ ਝੁਕਾ ਕੇ। ਇਹ ਅਦਾ ਦੁਨੀਆ ਚ ਕਿੰਨੀਆਂ ਕੁ ਕੌਮਾਂ ਚ, ਕਿੰਨੀਆਂ ਕੁ ਚ ਗੱਲਾਂ ਮਾਰਨ ਦਾ ਕੀ ਹੈ? ਦਿਲ ਰੰਗ ਦਾ ਕੰਬੇ ਤੱਕ ਕੋਮਲ ਖਿਮ ਰੀਤਾਂ ਕਹੇ ਕਰੋ ਅਫਰੋਜ਼ ਕਰਾਮਤ ਸੰਗ ਸਹਿਰ ਦੇ ਗੀਤਾਂ। ਸਤਿਗੁਰਾਂ ਗੁਰੂ ਸੀ ਜਿਹੜੇ, ਉਹਨਾਂ ਨੇ ਜਦੋਂ ਆਪਦਾ ਬੇਟਾ ਰਾਮ ਰਾਏ ਭੇਜਿਆ, ਪਹਿਲਾਂ ਉਹਨੇ 3 ਜਰਨੈਲ ਭੇਜੇ ਸਤਿਗੁਰਾਂ ਗੁਰੂ ਨੂੰ ਕਾਬੂ ਕਰਨ ਦੇ ਲਈ। ਇੱਕ ਤਾਂ ਉਹਦੇ ਨਾਲ ਦੇ ਪਠਾਨ ਨਹੀਂ ਮਾਰਤਾ, ਤਨਖਾਹ ਪਿੱਛੇ ਰੌਲਾ ਪੈ ਗਿਆ ਜਰਨੈਲ। ਇੱਕ ਦੇ ਢਿੱਡ ਚ ਸੂਲ ਹੋਇਆ, ਦੂਦੇ ਖਾਨ ਸੀ ਇੱਕ ਬੁਨਾ ਚ, ਇੱਕ ਨਾਰ ਖਾਨ ਸੀਗਾ ਸਹਾਰਨਪੁਰ ਦਾ ਨਵਾਬ, ਉਹਨੂੰ ਹਜਾ ਹੋ ਗਿਆ, ਤਿੰਨੇ ਮਰ ਗਏ। ਕਿਉਂਕਿ ਗੁਰੂ ਸੀ ਜਿਹੜਾ, ਉਹਨੇ ਕਿਹੜਾ ਕਰਾਮਾਤ ਵਰਤਾਈ ਸੀ? ਉਹ ਤਾਂ ਰੱਬ ਵੱਲੋਂ ਗੁਰੂ ਆਇਆ ਸੀ, ਰੱਬ ਕਰਾਮਾਤ ਵਰਤਾ ਰਿਹਾ ਸੀ। ਜਿੱਥੇ ਮੈਦਾਨੇ ਜੰਗ ਚ ਵਰਤਾਉਣੀ ਆ ਗੁਰੂ ਰਾਹੀਂ, ਕਿਰਪਾਨ ਰਾਹੀਂ, ਉੱਥੇ ਕਿਰਪਾਨ ਰਾਹੀਂ ਵਰਤਾਈ। ਜਿੱਥੇ ਅਕਾਲ ਪੁਰਖ ਨੇ ਦੁਸ਼ਮਣ ਨੂੰ ਟਰਿਆ, ਪ੍ਰਭ ਕਾ ਸਿਮਰਨ ਦੁਸ਼ਮਣ ਟਰੈ, ਪ੍ਰਭ ਕਾ ਸਿਮਰਨ ਕਾਲ ਪਰ ਹੈ। ਉਹ ਔਰੰਗਜ਼ੇਬ ਡਰ ਗਿਆ ਜਦੋਂ ਤਿੰਨੇ ਬੰਦੇ ਪਾਰ ਬੋਲ ਗਏ। ਫੇਰ ਉਹ ਕਹਿੰਦਾ ਵੀ ਗੁਰੂ ਨੂੰ ਲਿਆਓ, ਬਈ ਮੈਨੂੰ ਕਰਾਮਾਤ ਦਿਖਾਵੇ। ਗੁਰੂ ਕੋਲੇ ਕਰਾਮਾਤ ਕਿੱਥੇ ਸੀ? ਕਰਾਮਾਤ ਤੋਂ ਰੱਬ ਵਰਤਾਉਣ ਵਾਲਾ ਸੀ। ਆਪਦੇ ਵੱਲੋਂ ਉਹਨਾਂ ਨੇ ਕਦੇ ਕਰਾਮਾਤ ਨਹੀਂ ਵਰਤਾਈ। ਉਹ ਤੇ ਹੁਕਮ ਚ ਸੀਗੇ, ਪੈਗੰਬਰ ਸੀਗੇ। ਜੋ ਗੁਰੂ ਪਰਮਾਤਮਾ ਦਾ ਹੁਕਮ ਸੀ ਉਹਨੂੰ ਵਰਤਾਉਣ ਆਏ ਸੀ। ਉਹਨਾਂ ਨੂੰ ਜਾਣੀ ਜਾਣ ਸੀ ਕਿ ਆਪਦਾ ਬੇਟਾ ਭੇਜਤਾ। ਉਹ ਕਹਿੰਦਾ ਵੀ ਮੈਨੂੰ ਕਰਾਮਾਤਾਂ ਦਿਖਾ। ਉਹ ਬੇਟਾ ਡੋਲ ਗਿਆ, ਲੱਗ ਗਿਆ ਕਰਾਮਾਤਾਂ ਦਿਖਾਉਣ। ਉੱਥੇ ਕਰਾਮਾਤਾਂ ਉਹ ਚ ਸੀਗੀਆਂ, ਦਿਖਾਈ ਗਿਆ। ਤੇ ਉਹ ਕਹਿੰਦਾ ਔਰੰਗਜ਼ੇਬ ਸੰਗ ਸਹਿਰ ਦੇ ਰੀਤਾਂ। ਸਹਿਰ ਕੀ ਹੁੰਦਾ? ਦੁਨੀਆਦਾਰੀ ਕਰਾਮਾਤ, ਜਿਹਦੇ ਚ ਕਿਸੇ ਨੂੰ ਬਸ ਚ ਕਰ ਲਿਆ, ਕਿਸੇ ਨੂੰ ਪੁੱਛ ਕਰਤਾ, ਜਿਵੇਂ ਜੋਗੀ ਕਰਦੇ ਨੇ, ਜਾਂ ਟਾਮਨ ਟੂਨੇ, ਇਹ ਸਭ ਦਿਖਾਵੇ ਨੇ। ਇਹ ਰੱਬ ਦੇ ਘਰ ਦੀਆਂ ਚੀਜ਼ਾਂ, ਇਹਨਾਂ ਨੂੰ ਸਹਿਰ ਕਿਹਾ। ਮੌਲਾਨਾ ਰੂਮੀ ਨੇ ਵੀ, ਹਰਿੰਦਰ ਮਹਿਬੂਬ ਨੇ ਵੀ। ਇੱਕ ਮੁਆਜਜ਼ਾ ਹੁੰਦਾ ਜਿਹੜੀ ਰੱਬੀ ਵੱਲੋਂ, ਪਰਮਾਤਮਾ ਵੱਲੋਂ ਕਰਾਮਾਤ ਵਰਤਾਈ ਜਾਂਦੀ। ਜਿਵੇਂ ਮੁਹੰਮਦ ਤੇ ਬਹੁਤ ਭੀੜੀਆਂ ਆਈਆਂ, ਵੱਡੀਆਂ ਵੱਡੀਆਂ। ਇੱਕ ਵਾਰੀ ਇੱਕ ਗੁਫਾ ਚ ਅਬੂ ਬਕਰ ਨੇ ਉਹਨਾਂ ਨੂੰ ਬਚਾਇਆ। ਉਹ ਰੱਬੀ ਮੁਆਜਜ਼ੇ ਸੀਗੇ, ਉਹ ਰੱਬ ਵੱਲੋਂ ਵਰਤਾਈ ਕਰਾਮਾਤ ਸੀ। ਪੰਜਵੇਂ ਗੁਰੂ ਨੇ ਸ਼ਬਦ ਦੇ ਵਿੱਚ ਵੀ ਦੱਸਿਆ ਵੀ ਮੈਨੂੰ ਸੂਲੀ ਖਾਂ ਮਾਰਨ ਆਇਆ ਸੀ, ਅਕਾਲ ਪੁਰਖ ਨੇ ਮੈਨੂੰ ਬਚਾਇਆ। ਨਾਮੇ ਨੇ ਵੀ ਦੱਸਿਆ, ਕਬੀਰ ਜੀ ਨੇ ਵੀ ਦੱਸਿਆ ਕਿ ਰੱਬ ਆ ਜਿਹੜਾ ਹੈ ਉਹ ਆਪਦੇ ਬਾਣੇ ਚ ਕਰਾਮਾਤ ਵਰਤ ਕੇ ਵਰਤੋਂ ਵਿੱਚ ਪਾਉਂਦਾ ਤੁਹਾਨੂੰ। ਤੁਸੀਂ ਨਹੀਂ ਵਰਤਦੇ। ਜਦੋਂ ਤੁਸੀਂ ਵਰਤਦੇ ਹੋ, ਤੁਸੀਂ ਦੁਨੀਆਦਾਰੀ ਦਿਖਾਵਾ ਕਰਦੇ ਹੋ। ਤੁਸੀਂ ਨੇਮ ਤੋਂ ਹੀ ਬਾਹਰ ਹੋ। ਤੁਸੀਂ ਸੰਸਾਰਿਕ ਨਫੇ ਨੁਕਸਾਨ ਲਈ ਕਰਦੇ। ਇਹ ਗਰਜ਼ਾਂ ਨੇ।
ਉਹ ਰਾਮਦੇਵ ਕਹਿੰਦਾ ਕੋਈ ਨਾਲ ਸਿਹਰ ਵੀ ਦਿਖਾਓ, ਕੋਈ ਜਾਦੂ ਨਹੀਂ ਆਂਦਾ। ਉਹਨੇ ਜਿਵੇਂ ਸਿਹਰ ਸਿੱਖੇ ਸੁਲੇਮਾਨ ਬਲਕੀਸਾਂ, ਇਹ ਉਹਦੇ ਵਿੱਚ ਸੁਲੇਮਾਨ ਆ ਜਿਹੜਾ ਮੈਂ ਪੜ੍ਹਦਾ ਹਾਂ, ਉਹਦੇ ਵਿੱਚ ਬਲਕੀਸ ਦੀ ਸਾਖੀ ਹੁੰਦੀ ਆ ਓਲਡ ਟੈਸਟਾਮੈਂਟ। ਤੇ ਬਲਕੀਸ ਸੀ ਜਿਹੜੀ ਇਹ ਸਟੇਟ ਸ਼ਿਬਾ ਦੀ ਸੀਗੀ ਰਹਿਣ ਵਾਲੀ। ਇਹ ਵੀ ਕਰਾਮਾਤਾਂ 'ਚ ਯਕੀਨ ਰੱਖਦੀ ਸੀ, ਦੇਵੀ ਦੇਵਤਿਆਂ ਨੂੰ ਪੂਜਦੀ ਸੀ, ਸੂਰਜ ਨੂੰ ਪੂਜਦੀ ਸੀ। ਜਿਹੜਾ ਸੁਲੇਮਾਨ ਸੀ ਉਹ ਰੱਬ ਦਾ ਪੁਜਾਰੀ ਸੀ। ਉਹ ਕਹਿੰਦਾ ਸੀ ਇਹਨਾਂ ਚੀਜ਼ਾਂ ਦੀ ਬਜਾਏ ਰੱਬ ਦੀ ਤੇ ਧਿਆਨ ਕਰੋ, ਇੱਕ ਪਰਮਾਤਮਾ ਦੀ ਪੂਜਾ ਕਰੋ। ਇਹ ਚੀਜ਼ਾਂ ਨੇ ਜਿਹੜੀਆਂ ਉਹਦੀ ਕੁਦਰਤ ਆ, ਉਹਦੀ ਵਰਤਾਈ ਹੋਈ, ਇਹ ਤੇ ਅੱਡ ਅੱਡ ਤੁਹਾਨੂੰ ਵੰਡ ਲੈਣਗੀਆਂ। ਸੂਰਜ ਆਪਣੀ ਤਰ੍ਹਾਂ ਦਾ, ਹਵਾ ਆਪਣੀ ਤਰ੍ਹਾਂ ਦੀ ਆ, ਪਾਣੀ ਆਪਣੀ ਤਰ੍ਹਾਂ ਦਾ, ਜੋ ਕੁਝ ਵੀ ਧਰਤੀ ਤੇ ਹੈ, ਇਹ ਚੀਜ਼ਾਂ ਤੁਹਾਨੂੰ ਵੰਡ ਦੇਣਗੀਆਂ। ਰੱਬ ਸਹਿਜ ਪੈ ਜਾਊਗਾ, ਰੱਬ ਜੁਗਤਾਂ 'ਚ ਆ ਜਾਊਗਾ। ਉਹਨੇ ਉਹਨੂੰ ਲੈਟਰ ਲਿਖਿਆ ਤੇ ਉਹ ਇਸਤਰੀ ਸੀ ਜਿਹੜੀ, ਉਹਨੇ ਸੁਲੇਮਾਨ ਨੂੰ ਤੋਹਫੇ ਭੇਜਤੇ ਬਹੁਤ ਕੀਮਤੀ। ਉਹ ਜਦੋਂ ਤੋਹਫੇ ਭੇਜੇ, ਸੁਲੇਮਾਨ ਖੁਸ਼ ਨਾ ਹੋਇਆ। ਉਹ ਤੇ ਚਾਹੁੰਦਾ ਸੀ ਵੀ ਤੂੰ ਰੱਬ ਨਾਲ ਜੁੜ, ਪਰਮਾਤਮਾ ਨਾਲ ਜੁੜ। ਉਹਨੇ ਉਹਨਾਂ 'ਚ ਕੋਈ ਖੁਸ਼ੀ ਨਾ ਮਨਾਈ। ਉਹ ਫਿਰ ਜਦੋਂ ਖੁਦ ਉਹਨੂੰ ਮਿਲਦੀ ਆ, ਉਹ ਮੂਰੇ ਜਿਹੜਾ ਜਿੰਨ ਸੀਗਾ ਉਹਨੇ ਡਰਾਤਾ ਉਹਨੂੰ, ਸੁਲੇਮਾਨ ਨੂੰ। ਕਹਿੰਦਾ ਵੀ ਇਹਦੇ ਜਿਹੜੇ ਪੈਰ ਨੇ ਇਹ ਗਧੇ ਵਾਲੇ ਨੇ, ਇਹਦੀਆਂ ਲੱਤਾਂ ਤੇ ਅੱਡੀ ਅੱਡੀ ਜੱਤ ਖੜੀ ਆ। ਉਹ ਸੁਲੇਮਾਨ ਨੇ ਇੱਕ ਸ਼ੀਸ਼ੇ ਦਾ ਐਸਾ ਮਹਿਲ ਬਣਾਇਆ, ਐਂ ਲੱਗਦਾ ਸੀ ਜਿਵੇਂ ਝੀਲ ਦਾ ਪਾਣੀ ਹੁੰਦਾ। ਉਹ ਜਦੋਂ ਆਈ ਉਹਦੇ ਵਿੱਚ ਵੜਦੀ ਆ, ਉਹ ਗਿੱਟਿਆਂ ਤੋਂ ਕੱਪੜਾ ਤਾਂ ਚੱਕ ਲੈਂਦੀ ਆ ਵੀ ਭਿੱਜ ਨਾ ਜਾਵੇ। ਉਹ ਦਿਖ ਜਾਂਦੇ ਨੇ ਉਹਦਾ। ਉਹ ਸੁਲੇਮਾਨ ਦੇ ਰੰਗ 'ਚ ਰੰਗੀ ਜਾਂਦੀ ਹੈ। ਬੜੀ ਖੂਬਸੂਰਤ ਕਹਾਣੀ ਆ। ਇਥੋਪੀਆ ਦੇ ਵਿੱਚ ਆਪਣੀ ਤਰ੍ਹਾਂ ਦੀ ਆ, ਤੇ ਇੱਧਰ ਇਹ ਇਸਲਾਮ ਦੇ ਵਿੱਚ ਆਪਣੀ ਤਰ੍ਹਾਂ ਦੀ ਹੈ, ਜੂਦਾਇਜ਼ਮ ਦੇ ਵਿੱਚ ਆਪਣੀ ਤਰ੍ਹਾਂ ਦੀ ਹੈ। ਇਹ ਇੰਨੀਆਂ ਖੂਬਸੂਰਤ ਕਹਾਣੀਆਂ ਹੁੰਦੀਆਂ ਨੇ। ਟ੍ਰੈਡੀਸ਼ਨ ਦੇ ਵਿੱਚ ਜਾ ਕੇ ਟ੍ਰੈਡੀਸ਼ਨ ਦੀ ਘਾਟ ਦੇ ਵਿੱਚ ਆਪਣੀ ਖੂਬਸੂਰਤੀ ਕਾਇਮ ਰੱਖਦੀਆਂ ਨੇ। ਉਹਨਾਂ ਦੇ ਵਿੱਚ ਇਹਨਾਂ ਦੀਆਂ ਸ਼ਕਲਾਂ ਮਿਲਦੀਆਂ ਜੁਲਦੀਆਂ ਵੀ ਹੁੰਦੀਆਂ ਨੇ, ਪਰ ਟ੍ਰੈਡੀਸ਼ਨ ਦੀ ਇਹ ਬਿਊਟੀ ਆ ਕਿ ਉਹ ਆਪਣੀ ਤਰ੍ਹਾਂ ਵੀ ਉਹਨਾਂ ਨੂੰ ਆਪਣਾ ਸ਼ਿੰਗਾਰ ਬਣਾਉਂਦੀਆਂ ਨੇ। ਇਹ ਦੁਨੀਆ ਦੀਆਂ ਪਰੰਪਰਾਵਾਂ ਦੀ ਖੂਬਸੂਰਤੀ ਆ ਕਿ ਇੱਕ ਦੀਨ ਦੀ ਖੂਬਸੂਰਤੀ ਦੂਜੀ 'ਚ ਲੈ ਕੇ ਜਾਣੀ, ਆਪਣੀ ਟ੍ਰੈਡੀਸ਼ਨ ਦੇ ਵਿੱਚ ਲੈ ਆਉਣੀ। ਜਿਵੇਂ ਸਿੱਖ ਦੀਵਾਲੀ ਮਨਾਉਂਦਾ, ਹਿੰਦੂ ਮਨਾਉਂਦੇ ਨੇ, ਇਹ ਸਿੱਖ ਦੀ ਖੂਬਸੂਰਤੀ ਆ। ਬਿਲਕੁਲ ਇਹ ਉਹਦੀ ਖੂਬਸੂਰਤੀ ਆ। ਹੋਰੀ ਦਾ ਤਿਉਹਾਰ ਮਨਾਉਣਾ, ਉਹਨਾਂ ਤਿਉਹਾਰਾਂ ਦੀ ਖੂਬਸੂਰਤੀ ਨੂੰ ਪ੍ਰਵਾਨ ਕਰਨਾ। ਬਾਕੀ ਹਿੰਦੂ ਤਿਉਹਾਰ ਨੇ ਬੜੇ ਖੂਬਸੂਰਤ ਨੇ, ਇਹਨਾਂ ਦੀ ਵਿਰੋਧਤਾ ਨਹੀਂ ਸਾਨੂੰ ਕਰਨੀ ਚਾਹੀਦੀ। ਇਹਨਾਂ ਸਾਨੂੰ ਸ਼ਾਮਲ ਹੋਣਾ ਚਾਹੀਦਾ, ਆਪਣੀ ਸਿੱਖੀ ਨੂੰ ਕਾਇਮ ਰੱਖ ਕੇ। ਹਰ ਦੀਨ ਹੀ ਆਪਣਾ ਆਪ ਕਾਇਮ ਰੱਖ ਕੇ ਆਉਂਦਾ ਕਿਸੇ ਤੇ। ਆਪਣੇ ਦੀਨ ਦੀ ਸ਼ਾਨ ਕਾਇਮ ਰੱਖਣੀ ਆ, ਦੂਜੇ ਦੀ ਖੁਸ਼ੀ ਵਧਾਉਣੀ ਆ, ਉਹਦੀਆਂ ਰਸਮਾਂ 'ਚ ਸ਼ਾਮਿਲ ਹੋਣਾ ਹੈ, ਉਹਦਾ ਸਤਿਕਾਰ ਵੀ ਕਰਨਾ ਹੈ। ਉਹਦਾ ਤੁਸੀਂ ਮੱਥੇ ਤੇ ਅੰਮ੍ਰਿਤਧਾਰੀ ਨੂੰ ਟਿੱਕਾ ਟੁੱਕਾ ਨਾ ਲਵਾਓ, ਕਿਉਂਕਿ ਅੰਮ੍ਰਿਤ ਦੇ ਵਿੱਚ ਇਹ ਵਰਜਿਤ ਨੇ ਚੀਜ਼ਾਂ। ਇਹ ਪਵਿੱਤਰ ਰੱਬ ਦੇ ਘਰ ਦੀ ਚੀਜ਼ ਆ, ਦੁਨੀਆਦਾਰੀ ਚੀਜ਼ ਇਹਦੇ ਤੇ ਨਹੀਂ ਲੱਗ ਸਕਦੀ, ਕਿਸੇ ਦੂਏ ਦੀਨ ਦੀ ਵੀ ਨਹੀਂ ਲੱਗ ਸਕਦੀ। ਪਰ ਸਿਰ ਝੁਕਾ ਦਿਓ, ਮੱਥਾ ਟੇਕਣਾ। ਤੁਸੀਂ ਮਾਂ ਪਿਓ ਨੂੰ ਕਿਸੇ ਦੋਸਤ ਦੇ ਜਾਂਦੇ ਹੋ, ਉਹਦੇ ਮਾਂ ਪਿਓ ਨਹੀਂ ਮੱਥਾ ਟੇਕਦੇ, ਉਹਦੇ ਦੀਨ ਨੂੰ ਮੱਥਾ ਟੇਕਣ ਨਾਲ ਤੁਹਾਡਾ ਕੀ ਘਟ ਜੂਗਾ? ਨਹੀਂ ਘਟਦਾ ਕੁਛ। ਮੱਥਾ ਟੇਕਣਾ ਚਾਹੀਦਾ, ਇੱਜ਼ਤ ਵੀ ਕਰਨੀ ਚਾਹੀਦੀ। ਪਰ ਉਸੇ ਤਰ੍ਹਾਂ ਸਾਨੂੰ ਇਹ ਨਹੀਂ ਕਿ ਤੁਹਾਡੇ ਤੇ ਬੰਦਾ ਹੋਲੀ ਦਾ ਰੰਗ ਪਾਵੇ, ਤੁਹਾਡਾ ਮੂੰਹ ਲਪੇਟ ਦੇਵੇ, ਕਿਉਂਕਿ ਅੰਮ੍ਰਿਤ ਭੰਗ ਹੁੰਦਾ ਹੈ। ਅੰਮ੍ਰਿਤ ਦੇ ਨਾਲ ਇਹ ਬੇਮਿਸਾਲ ਜਿਹੜੀ ਸਾਦਗੀ ਆ ਉਹ ਭੰਗ ਹੁੰਦੀ ਆ। ਇਹ ਦੁਨੀਆਦਾਰੀ ਚੀਜ਼ ਆ, ਇਹ ਉਹਨੂੰ ਕੁਰੂਪ ਕਰਦੀ, ਉਹਦੇ ਡਿਵਾਈਨ ਨੇਮ ਦੇ ਵਿੱਚ ਵਿਘਨ ਪਾਉਂਦੀ। ਹਾਂ, ਦੂਜੇ ਦਾ ਆਪ ਹੀ ਖਿਆਲ ਰੱਖਣਾ ਚਾਹੀਦਾ।
ਹਿੰਦੂ ਆਉਂਦਾ ਉਹ ਆਪਣੀ ਸ਼ਾਨ ਨਾਲ ਆਵੇ, ਅਸੀਂ ਨਹੀਂ ਚਾਹੁੰਦੇ ਉਹ ਨੀਵਾਂ ਹੋਵੇ, ਉਹ ਆਪਣੀ ਸ਼ਾਨ ਨਾਲ ਆਵੇ। ਸਾਡੀਆਂ ਰਸਮਾਂ ਨੇ, ਅਸੀਂ ਦੇਖ ਦਿੰਦੇ ਹਾਂ, ਲੰਗਰ ਖਵਾਉਂਦੇ ਹਾਂ। ਸਿੱਖ ਥੋੜਾ ਬਣਾਉਂਦੇ ਹਾਂ ਅਸੀਂ, ਸਿੱਖ ਤਾਂ ਕਿਸੇ ਨੂੰ ਨਹੀਂ ਬਣਾਉਂਦੇ ਅਸੀਂ। ਇਹ ਤਾਂ ਨਹੀਂ ਕਹਿੰਦੇ ਤੂੰ ਦੀਨ ਛੱਡ ਦੇ। ਉਹ ਲੰਗਰ ਖਾਂਦਾ, ਆਪਣੇ ਦੀਨ 'ਚ ਹੀ ਖਾਂਦਾ, ਆਪਣੀ ਸ਼ਾਨ ਕਾਇਮ ਰੱਖ ਕੇ ਖਾਂਦਾ। ਉਹਨੂੰ ਕੋਈ ਲੰਗਰ ਦੇ ਵਿੱਚ ਦਰਾਇਤ ਨਹੀਂ ਹੁੰਦੀ, ਕੋਈ ਭਾਂਡਾ ਨਹੀਂ ਉਹਦੇ ਲਈ ਵੱਖਰਾ, ਕੋਈ ਵਰਤਾਉਣ ਵਾਲਾ ਨਹੀਂ ਵੱਖਰਾ। ਇਹ ਗੱਲਾਂ ਕਰਕੇ ਜੀਵਨ 'ਚ ਲੈ ਕੇ ਆਓ ਤਾਂ ਪਹਿਲਾਂ। ਇਹ ਗੁਰੂ ਗ੍ਰੰਥ ਸਾਹਿਬ ਨੇ ਲਿਆਂਦੀਆਂ ਨੇ। ਇਹ ਜੀ ਮੈਂਟਲ ਕੇਸ ਹੈ, ਮੈਂਟਲ ਇੱਕ ਕੇਸ ਹੈ, ਹਜ਼ਾਰਾਂ ਹੀ ਮੈਂਟਲ ਨੇ। ਡੰਗਰਾਂ ਵਰਗੇ ਬੰਦੇ ਨੇ। ਜਦ ਜੀ ਹਰਾਮ ਖੋ, ਗੁਰੂ ਨੇ ਕਿਹਾ ਸੰਤ ਪਾਪੀ ਪਾਪ ਕਰਦਾ, ਸੰਤ ਕੂੜੇ ਕੂੜੇ ਫਰਾਏ, ਸੰਤ ਮਲੇਸ਼ ਬਲ ਪੱਖ। ਇਹ ਗੁਰੂ ਨੇ ਕਿਹਾ। ਉਹ ਨਾਲ ਜਿਹੜੇ ਮਗਰ ਨੇ ਉਹ ਉਦੋਂ ਗੰਦੇ ਤੇ ਪਾਗਲ ਨੇ, ਉਹਨਾਂ ਦਾ ਪਤਾ ਕਰੋ ਕਿੱਥੇ ਨੇ। ਫੜ ਕੇ ਉੱਥੇ ਜ਼ਬਰਦਸਤ ਬੰਦਿਆਂ ਦੀ ਡਿਊਟੀ ਲਾਓ। ਬਹੁਤ ਤਾਕਤਵਰ ਗ੍ਰੰਥੀ ਹੋਣ, ਉਹਨਾਂ ਦੀ ਜ਼ਿੰਮੇਵਾਰੀ ਲਵੇ ਸਾਰੀ ਦੁਨੀਆ ਦਾ ਸਿੱਖ। ਉਹਨਾਂ ਦੇ ਬੱਚੇ ਪੜਾਉਣੇ, ਉਹਨਾਂ ਦੀ ਸ਼ਾਨ ਕਾਇਮ ਰੱਖਣੀ, ਉਹਨਾਂ ਦੇ ਕੇਸ ਲੜਨੇ। ਵਕੀਲਾਂ ਨੂੰ ਦਲੇਰ ਹੋਣਾ ਚਾਹੀਦਾ, ਬਹੁਤ ਜ਼ਿਆਦਾ ਡਰਨਾ ਨਹੀਂ ਚਾਹੀਦਾ ਕਿਸੇ। ਜਿਹੜਾ ਜੱਜ ਧੱਕਾ ਕਰਦਾ ਗਾਹ ਪਾ ਦੋ ਉਹਦਾ। ਕੋਰਟ ਦੇ ਮੂਹਰੇ ਖੜ ਨਹੀਂ ਸਕਦਾ ਝੂਠਾ ਜੱਜ ਕਦੇ ਵੀ। ਤੁਹਾਡੇ 'ਚ ਦਲੇਰੀ ਚਾਹੀਦੀ ਆ। ਤੇ ਉਹ ਬੰਦਾ ਜਿਹੜਾ ਉਹਨੂੰ ਫੜ ਕੇ ਦੱਸੋ ਨਾ, ਉਹਨਾਂ ਚਿਰ ਉਹਦੀ ਬਿੱਕ ਲਾ ਕੇ ਪਤਾ ਕਰੋ ਉਹਨੂੰ ਭੇਜਿਆ ਕਿਹਨਾਂ ਨੇ। ਉਹਦੇ ਪਿੱਛੇ ਕਮਲਿਆਂ ਦੀ ਇੱਕ ਕਤਾਰ ਲੱਭੂਗੀ ਤੁਹਾਨੂੰ ਬਹੁਤ ਵੱਡੀ। ਉਹਨਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਨਿਗਾਹ ਨੇ ਜਵਾਬ ਦਿੱਤਾ ਉਹੀ ਜਵਾਬ ਦਿੱਤਾ ਜਾਵੇ। ਬਿਲਕੁਲ ਕੋਈ ਰਹਿਮ ਕਰਨ ਦੀ ਲੋੜ ਨਹੀਂ। ਜਿਹੜਾ ਗੁਰੂ ਘਰ ਦੀ ਬੇਇੱਜ਼ਤੀ ਕਰਾਉਂਦਾ, ਦੁਖੀ ਦਾ ਬੰਦਾ ਉੱਠ ਕੇ ਆਰਾਮ ਨਾਲ, ਉਹਨੂੰ ਹੋਰ ਕੋਈ ਕੰਮ ਨਹੀਂ। ਜਾਂ ਤੁਹਾਨੂੰ ਮਤਾਂ ਦੇਣੀਆਂ, ਤੁਸੀਂ ਜੀ ਸਾਲਟ ਲੈ ਕੇ ਆ ਜਾਓ। ਵੀ ਤੂੰ ਕੌਣ ਹੁੰਦਾ ਕਿਸੇ ਨੂੰ ਸਾਲਟ ਦੀ ਨਸੀਹਤ ਕਰਨ ਵਾਲਾ? ਮੈਂ ਤਾਂ ਕਦੇ ਹਥਿਆਰ ਚੱਕਿਆ ਹੀ ਨਹੀਂ ਕਿਸੇ ਤੇ ਅੱਜ ਤੱਕ ਵੀ, ਨਾ ਮੈਨੂੰ ਕਦੇ ਇਹਦੀ ਲੋੜ ਪਈ ਆ। ਮੈਂ ਤਾਂ ਟੀਚਰ ਹਾਂ, ਪੜ੍ਹਦਾ ਪੜਾਉਣਾ, ਬੱਚੇ ਪੜ੍ਹਾਏ ਨੇ। ਕਿਸੇ ਬੱਚੇ ਨੇ ਨਹੀਂ ਕਦੇ ਧੱਕਾ ਕੀਤਾ, ਕਿਸੇ ਦਾ ਕੈਰੀਅਰ ਨਹੀਂ ਤਬਾਹ ਕੀਤਾ। ਸਜ਼ਾ ਉਦੋਂ ਵੀ ਦਿੱਤੀ ਮੈਨੂੰ, ਰੱਸੇ ਨਾਲ ਬੰਨ ਕੇ ਲਟਕਾਇਆ, ਹੱਥ ਬੰਨ ਕੇ ਪਿੱਛੇ ਪੁੱਠਾ। ਜਦੋਂ ਮਰਨ ਵਾਲਾ ਹੋਇਆ ਉਦੋਂ ਲਾਇਆ ਮੈਨੂੰ। ਹੋਰ ਬਹੁਤ ਵਾਰੀ ਚੁੱਕਿਆ, ਮੇਰੇ ਕੋਲੇ ਬੰਦੇ ਕੁੱਟੇ, ਉਹਨਾਂ ਦੀਆਂ ਚੀਕਾਂ ਪਵਾਈਆਂ ਵੀ ਇਹ ਡੋਲ ਜਵੇ। ਪਰ ਉਹ ਗੁਰੂ ਨੇ ਮੈਨੂੰ ਬਰਕਤ ਦਿੱਤੀ। ਡੋਲਣਾ ਤਾਂ ਕੀ ਸੀ, ਮੈਂ ਤਾਂ ਉੱਥੇ ਇੰਨੇ ਸਵਾਦੀਆਂ ਗੱਲਾਂ ਕੀਤੀਆਂ। ਮੈਂ ਉਹ ਜੱਜਾਂ ਵਾਲੇ ਆਰਟੀਕਲ 'ਚ ਸਾਰਾ ਕੁਝ ਲਿਖਿਆ। ਜਦੋਂ ਸੈਣੀ ਨੇ ਮੈਨੂੰ ਯੂਨੀਵਰਸਿਟੀ 'ਚੋਂ ਚੁਕਾਇਆ ਸੀ ਕਿ ਕਿਵੇਂ ਮੇਰੀ ਗੱਲਬਾਤ, ਬਹੁਤ ਸ਼ਾਨ ਨਾਲ ਮੇਰੀ ਗੱਲਬਾਤ ਹੋਈ, ਕਿਸੇ ਤੋਂ ਨਹੀਂ ਮੈਂ ਡਰਿਆ। ਉਹ ਗੁਰੂ ਨੇ ਮੈਨੂੰ ਇੰਨਾ ਹੌਸਲਾ ਦਿੱਤਾ। ਪਰ ਉਹਦੇ ਵਿੱਚ ਕਈ ਪੁਲਿਸ ਦੇ ਬਹੁਤ ਸਿਆਣੇ ਬੰਦੇ ਸੀ, ਉਹਨਾਂ ਨੇ ਮੇਰਾ ਬਚਾਅ ਵੀ ਕੀਤਾ। ਮੈਨੂੰ ਯਾਦ ਆ ਬਹੁਤ ਚੰਗੀ ਤਰ੍ਹਾਂ। ਰੋਟੀ ਵੀ ਮੈਨੂੰ ਬਹੁਤ ਸੋਹਣੀ ਦਿੰਦੇ ਰਹੇ, ਦੁੱਧ ਵੀ ਪਿਲਾਉਂਦੇ ਰਹੇ। ਵਿੱਚ ਬੰਦੇ ਬਥੇਰੇ ਨੇ। ਜਦੋਂ ਤੁਸੀਂ ਸਿੱਖੀ ਦੀ ਕੀਮਤੀ ਇੱਕ ਹਿੰਦੂ ਬੰਦਾ ਸੀ ਉੱਥੇ, ਉਹ ਕੁੱਟਦਾ ਸੀ ਇਹਨਾਂ। ਉਹ ਰਾਜਸਥਾਨੀ ਗੁਰਜੰਟ ਸਿੰਘ ਸੀ, ਉਹਦੀ ਵਾਈਫ ਲਿਆਂਦੀ ਹੋਈ ਸੀ ਚੰਡੀਗੜ੍ਹ। ਉਹ ਜਿਹੜੇ ਸੈਕਟਰ ਨਾ ਭੁੱਲ ਗਿਆ, ਬਾਲੇ ਕੁੱਟਦੇ ਸੀ ਉੱਥੇ। ਮੇਰੇ ਤੋਂ ਵੀ ਪਹਿਲਾਂ ਇੱਕ ਬੰਦਾ ਬਹੁਤ ਚੀਕਾਂ ਮਾਰਦਾ ਸੀ, ਪਤਾ ਨਹੀਂ ਉਹ ਸੱਚੀ ਮੁੱਚੀ ਕੁੱਟਿਆ, ਪਤਾ ਨਹੀਂ ਬਈ ਇਹ ਡਰ ਜਵੇ, ਰੱਬ ਜਾਣੇ। ਤੇ ਉਹਦੇ ਖਿਲਾਫ ਬੋਲਦੇ ਸੀ, ਮਖੌਲੜ ਹੁੰਦੇ ਸੀ। ਮੈਂ ਕਿਹਾ ਵੀ ਇਹ ਤੇ ਸਾਡੀ ਸੈਕੰਡ ਗੋਡ ਆ ਧਰਤੀ ਦੇ ਉੱਤੇ, ਤਾਂ ਕਾਲੀਦਾਸ ਐਡੀ ਇਸਤਰੀ ਗ੍ਰੇਟ ਮੰਨਦਾ। ਤੁਸੀਂ ਕਿਸੇ ਦੀ ਧੀ ਭੈਣ ਉਹ ਆਪਦੇ ਆਦਮੀ ਤੋਂ ਕਿਵੇਂ ਭਾਜੂਗੀ? ਮੈਂ ਕਿਹਾ ਮੈਂ ਤਾਂ ਇਹ ਗੱਲਾਂ ਪਤਾ ਕਰ ਲਓ, ਉੱਥੇ ਰਿਕਾਰਡ 'ਚ ਹੋਣਗੀ। ਮੈਂ ਕਿਹਾ ਉਹਨੂੰ ਆਦਮੀ ਨਾਲ ਹੀ ਰਹਿਣਾ ਚਾਹੀਦਾ। ਤੁਹਾਡੀਆਂ ਭੈਣਾਂ ਨੇ, ਤੁਸੀਂ ਵਿਆਹੁਨੇ ਹੋ ਬੇਟੀਆਂ, ਆਦਮੀ ਨਾਲ ਹੀ ਰਹਿਣਾ। ਅਸੀਂ ਤੇ ਉਹਨਾਂ ਨੂੰ ਐਡੀ ਧਾਰਮਿਕ ਰਸਮ ਦੇ ਵਿੱਚ ਦੇਤਾ, ਉਹ ਦੋਏ ਬੈਠੇ ਹੁੰਦੇ ਨੇ, ਹੋਰ ਤਾਂ ਕੋਲੇ ਵੀ ਨਹੀਂ ਹੁੰਦਾ ਕੋਈ। ਤੇ ਉਹ ਮੰਨ ਗਿਆ ਮੈਨੂੰ ਬੰਦਾ। ਉਹ ਮੈਨੂੰ ਕਹਿੰਦਾ ਤੁਹਾਡੀਆਂ ਗੱਲਾਂ ਮੈਨੂੰ ਜਾਣ ਨਹੀਂ ਦੇ ਰਹੀਆਂ, ਮੈਂ ਨੀਂਦਾ ਇਹਨੇ ਦਿਨਾਂ ਦਾ। ਉਹਨੂੰ ਮੈਂ ਕਾਲੀਦਾਸ ਦੀ ਮਿਸਾਲ ਦਿੱਤੀ, ਉਰਵਸ਼ੀ ਦੀ। ਬੜੇ ਵਧੀਆ ਵੀ ਹੁੰਦੇ ਨੇ ਵਿੱਚ, ਹੁਣ ਤੱਕ ਯਾਦ ਆ ਮੈਨੂੰ। ਪਹਿਲਾਂ ਉਹਨੇ ਮੈਨੂੰ ਐ ਝਟਕਾ ਮਾਰਿਆ ਵੀ ਡਰ ਜਵੇ, ਠੀਕਰਾ ਬੈਠ ਕੇ ਕੁਰਸੀ ਤੇ, ਉੱਥੇ ਨਹੀਂ ਥੱਲੇ ਬੈਠਾ, ਮੈਂ ਕੁਰਸੀ ਤੇ ਬੈਠਾ। ਮੈਨੂੰ ਇਨਕੁਆਇਰੀ ਕਰ ਰਹੇ ਸੀ ਬੰਦੇ ਵਿੱਚ। ਮੈਂ ਦੇਖਿਆ ਪੁਲਿਸ ਵਾਲੇ ਬਹੁਤ ਬੰਦੇ ਵਧੀਆ ਹੁੰਦੇ ਨੇ। ਜੇ ਤੁਹਾਡੇ ਕੋਲੇ ਕੀਮਤੀ ਗੱਲਾਂ ਨੇ, ਉਹਨਾਂ ਦਾ ਮੁੱਲ ਪਾਉਂਦੇ ਨੇ, ਉਹ ਡਰਦੇ ਨੇ ਵੀ ਅਸੀਂ ਨੇਕ ਬੰਦਿਆਂ ਦਾ ਕਿਉਂ ਨੁਕਸਾਨ ਕਰੀਏ। ਹੋਰ ਵੀ ਤਾਂ ਮਤੇ ਮੈਂ ਦੇਖਿਆ। CBI ਨੇ ਵੀ ਮੇਰੀ ਇੱਕ ਵਾਰੀ ਮਦਦ ਕੀਤੀ, ਪੁੱਛਿਆ ਤੁਹਾਡੇ ਕਹੇ ਬੱਚੇ ਨੇ, ਸਾਰਾ ਕੁਝ ਪੁੱਛਿਆ। ਉਹਨਾਂ ਨੇ ਮੇਰੀ ਮਦਦ ਕੀਤੀ, ਮੈਂ ਦਿਲੋਂ ਮੰਨਦਾ। ਉਹ ਹਿੰਦੂ ਸੀਗੇ,
ਇਹ ਵੀ ਨਹੀਂ ਵੀ ਕੋਈ ਹੋਰ ਸੀ। ਜਿਹੜੇ ਚੰਗੇ ਦਿਲਾਂ ਦੇ ਬੰਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ? ਪਰ ਅਸੀਂ ਕਿਹੜਾ ਕੋਈ ਜ਼ੁਲਮ ਕੀਤਾ, ਕਿਸੇ ਦਾ ਕੋਈ ਨੁਕਸਾਨ ਕੀਤਾ? ਤੁਸੀਂ ਕੋਈ ਗੱਲ ਕਰਦੇ ਹੋ, ਤੁਸੀਂ ਆਹ ਆਪਣੇ ਤਾਲਿਬਾਨ ਨੇ, ਇਹਨਾਂ ਨੇ ਜੰਗ ਦੁਨੀਆ ਨੂੰ ਮਨਾ ਲਿਆ, ਇਹਨਾਂ ਨੇ ਮੈਨੂੰ ਹੀ ਮੰਨਦੀ ਹੈ। ਜਦੋਂ ਮੈਂ ਤਾਂ ਰਿਵਿਊ ਕਰਾਇਆ ਤੇ ਉੱਤੇ ਮੈਂ ਲਿਖਿਆ ਵੀ ਦੀਨ ਦੀ ਜੰਗ ਇਹਨਾਂ ਨੇ ਲੜੀ ਹੈ। ਵੀ ਦੁਨੀਆ 'ਚ ਇਕੱਲਾ ਸਿੱਖ ਆ ਜਿਹਨੇ ਕਦੇ ਇਹਨਾਂ ਨੂੰ ਅੱਤਵਾਦੀ ਨਹੀਂ ਕਿਹਾ। ਅਸੀਂ ਨਹੀਂ ਕਹਿੰਦੇ, ਸਾਡੇ ਗੁਰੂ ਨਾਲ ਤਾਂ ਇੰਨਾ ਜ਼ੁਲਮ ਹੈ, ਅੱਤਵਾਦ ਤਾਂ ਸਾਡੇ ਅੰਦਰ ਹੀ ਨਹੀਂ ਹੈਗਾ ਕਿਸੇ ਲਈ। ਅਸੀਂ ਅੱਤਵਾਦੀ ਲਫ਼ਜ਼ ਹੀ ਨਹੀਂ ਸਾਡੇ ਕੋਲ। ਅਸੀਂ ਤਾਂ ਹਿੰਦੂ ਭਰਾਵਾਂ ਤੋਂ ਹੀ ਸੁਣਿਆ ਦਿਨ ਰਾਤ ਹੀ। ਅੱਤਵਾਦੀ ਨੇ, ਪਤਾ ਨਹੀਂ ਅੱਤਵਾਦੀ ਜਿਹਨਾਂ ਨੂੰ ਕਹਿੰਦੇ ਨੇ ਉਹਨੇ, ਇਹ ਹੁਣ ਪਰਮਾਤਮਾ ਹੀ ਦੱਸੂਗਾ, ਉਥੇ ਨੇ ਨਿਬੇੜਾ ਕਰਨਾ। ਪਰ ਅਸੀਂ ਕਿਸੇ ਨੂੰ ਅੱਤਵਾਦੀ ਨਹੀਂ। ਮੈਂ ਤਾਂ ਉੱਥੇ ਵੀ ਲਿਖਿਆ, ਪੜ੍ਹ ਲਓ, 3 ਰਿਵਿਊ ਕਰਾਏ ਨੇ ਉਹਨਾਂ ਨੇ, ਮੈਂ ਤਿੰਨਾਂ 'ਚ ਹੀ ਦੱਸਿਆ। ਤੇ ਇਸ ਲਈ ਅੱਗੇ ਜਿਹੜਾ ਹੈ ਅਸੀਂ ਪੜ੍ਹਦੇ ਹਾਂ, ਜਿਵੇਂ ਜਿਵੇਂ ਸ਼ਹਿਰ ਬਸ ਕੀਤੇ ਸੁਲੇਮਾਨ ਬਲਕੀਸਾਂ, ਜਿਵੇਂ ਸੁਲੇਮਾਨ ਨੇ ਜਿਹੜੀ ਬਲਕੀਸ ਸੀਗੀ, ਕੁਈਨ ਸ਼ੀਬਾ ਦੀ ਰਾਣੀ ਸੀ, ਉਹਦੇ ਵਿੱਚੋਂ ਕਰਾਮਾਤਾਂ, ਆ ਜਿਹੜੀ ਪੱਥਰ ਪੂਜਾ ਸੀ ਉਹਦੇ ਚੋਂ ਉਹਨੂੰ ਕੱਢਿਆ, ਸੂਰਜ ਪੂਜਾ ਚੋਂ ਰੱਬ ਨਾਲ ਉਹਨੂੰ ਜੋੜਿਆ। ਐਂ ਗੁਰੂ ਨੇ ਕਰਾਮਾਤਾਂ ਚੋਂ ਬੰਦਿਆਂ ਨੂੰ ਕੱਢਿਆ। ਔਰੰਗਜ਼ੇਬ ਕਰਾਮਾਤਾਂ ਦੇਖਦਾ ਵੀ ਦਿਖਾਓ ਮੈਨੂੰ। ਉਹਨੇ ਕਰਾਮਾਤ ਸੀ ਜਿਹੜੀ ਇਹ ਦੁਨੀਆਦਾਰ ਚੀਜ਼ ਬਣਾ ਕੇ ਗੁਰੂ ਨੇ ਇਹਨੂੰ ਫੇਲ ਕਰ ਦਿੱਤਾ, ਨਿਖਿਧ ਕਰ ਦਿੱਤੀ। ਤੁਸੀਂ ਸਤਿਗੁਰੂ ਪੜ੍ਹ ਕੇ ਦੇਖੋ, ਦੇਖ ਲਓ, ਪਾਠ ਕਰਕੇ ਉਹਦਾ, ਤੁਹਾਨੂੰ ਤਰਸ ਆਊਗਾ ਜੋਗੀ ਦੇ ਉੱਤੇ। ਇੰਨੀ ਮਾੜੀ ਹਾਲਤ ਉਹਦੀ ਗੁਰੂ ਨੂੰ। ਗੁਰੂ ਦੀ ਇੱਜ਼ਤ ਕਰਦਾ, ਉਹ ਸੋਹਣੇ ਸਵਾਲ ਵੀ ਕਰਦੇ ਨੇ, ਸਿਆਣੇ ਵੀ ਨੇ, ਸਿਆਣੇ ਹੋ ਕੇ ਵੀ ਉਹਨਾਂ ਕੋਲੇ ਕੁਛ ਨਹੀਂ। ਪਹਿਲਾਂ ਗੁਰੂ ਤੇ ਰੋਬ ਵੀ ਪਾਉਂਦੇ ਨੇ, ਆਪਦਾ ਵੀ ਪਤਾ ਨਹੀਂ ਇਹਦੇ ਕੋਲੇ ਕੁਛ ਵੀ ਨਹੀਂ, ਵੀ ਅਸੀਂ ਹੋਈ ਹਾਂ। ਹੌਲੀ ਹੌਲੀ ਉਹਨਾਂ ਦੀਆਂ ਕਮਾਨਾਂ ਢਿੱਲੀਆਂ ਹੋ ਜਾਂਦੀਆਂ ਨੇ, ਹੰਕਾਰ ਦੀਆਂ, ਅਕਲ ਦੀਆਂ। ਕਿਉਂਕਿ ਗੁਰੂ ਤਾਂ ਐਡੀ ਵੱਡੀ ਚੀਜ਼ ਦੀ ਤਲਾਸ਼ 'ਚ, ਉਹਦਾ ਤਾਂ ਨਖਰਾ ਹੀ ਹੋਰ ਸੀ, ਉਹਦੇ ਕੋਲੇ ਬਲੈਸਿੰਗ ਹੋਰ ਸੀ। ਪੂਰਨ ਸਿੰਘ ਦੀ ਪੜ੍ਹ ਲਓ, ਜਿਹੜੀ ਪਾਰਟ 2 ਵਾਲੀਅਮ 1 ਸਪਿਰਿਟ ਆਫ ਦੀ ਸਿੱਖ, ਉਹਦੇ ਵਿੱਚ ਉਹਨੇ ਆਸਾ ਦੀ ਵਾਰ ਦੇ ਉੱਤੇ, ਸਿੱਧ ਗੋਸ਼ ਦੇ ਉੱਤੇ ਬਹੁਤ ਕਮਾਲ ਦੇ 2 ਵੱਡੇ ਵੱਡੇ ਲੇਖ ਲਿਖੇ ਨੇ, ਵੀ ਪੜ੍ਹਨ ਵਾਲੇ ਨੇ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜੀਨੀਅਸ ਦੀ ਦ੍ਰਿਸ਼ਟੀ ਦੇ ਵਿੱਚ ਆਸਾ ਦੀ ਵਾਰ ਕੀ ਹੈ, ਸਿੱਧ ਗੋਸ਼ਟ ਕੀ ਹੈ, ਗੁਰਮੁਖ ਕੀ ਹੈ, ਬਸਮਾਦ ਕੀ ਹੈ। ਸਾਰੀਆਂ ਚੀਜ਼ਾਂ ਦਾ ਤੁਹਾਨੂੰ, ਜਿਵੇਂ ਅਸੀਂ ਸੋਚਦੇ ਹਾਂ, ਇਹ ਉਸ ਤਰ੍ਹਾਂ ਨਹੀਂ ਹੈਗਾ। ਮੈਂ ਵਿੱਚ ਦੀ ਭੁੱਲ ਜਾਣਾ, ਗੁਰਿੰਦਰਪਾਲ ਸਿੰਘ ਆ ਉਹਨਾਂ ਦਾ ਨਾਂ, ਉਹ ਧਨੌਲੇ ਨੇ ਇਹਦੇ 'ਚ ਲੇਖ ਲਿਖਦੇ ਨੇ, ਬੜੇ ਆਪਣਾ ਪਹਿਰੇਦਾਰ ਦੇ ਵਿੱਚ ਸਿਆਣੇ ਨੇ ਬਹੁਤ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹਰਿੰਦਰ ਮਹਿਬੂਬ ਦੇ ਜਿਹੜੇ 2 ਮਹਾਕਾਵ ਨੇ, ਖਾਸ ਕਰਕੇ ਜਿਹੜਾ 4ਥੀ ਜਿਲਦ ਅਸੀਂ ਅੰਮ੍ਰਿਤ ਬਾਰੇ ਕਰ ਰਹੇ ਹਾਂ, ਇਹਦੀ ਭੂਮਿਕਾ ਬਹੁਤ ਧਿਆਨ ਨਾਲ ਪੜ੍ਹਨੋ, ਤਾਂ ਕਿ ਉਹਨੂੰ ਸਾਡੇ ਇਤਿਹਾਸਕਾਰਾਂ ਦਾ ਪਤਾ ਲੱਗੇ, ਇਹਨਾਂ ਦੀ ਕੀ ਥਾਂ, ਹਰਿੰਦਰ ਦੀ ਕੀ ਥਾਂ, ਅਸਲ ਇਤਿਹਾਸ ਕੀ ਆ, ਦੁਨੀਆ ਦੇ ਇਤਿਹਾਸਕਾਰ ਕੀ ਨੇ, ਉਹ ਪੜ੍ਹਨਾ ਬਹੁਤ ਜ਼ਰੂਰੀ ਆ। ਪਹਿਲੇ ਮਹਾਕਾਵ ਦੀ ਭੂਮਿਕਾ, ਦੂਜੇ ਮਹਾਕਾਵ ਦੀ ਭੂਮਿਕਾ, ਤੇ ਜੇ 4ਥੇ ਦੀ, ਤੇ ਜੇ ਪੋਇਟਰੀ ਸਮਝਣੀ ਆ, ਉਹ ਚਨਾਹ ਦੀ ਰਾਤ ਦੀ ਭੂਮਿਕਾ ਪੜ੍ਹ ਲਓ। ਜਿਹੜੀ ਸਹਿਜੇ ਰਚਿਓ ਖਾਲਸਾ ਦੀ ਭੂਮਿਕਾ, ਉਹ ਮਜ਼ਹਬਾਂ ਦੀ ਇੱਕ ਸੰਕੇਤਕ ਜਾਣਕਾਰੀ ਦਿਖਾਉਂਦੀ ਆ, ਬਹੁਤ ਵੱਡੀ, ਉਹਦੇ 'ਚ ਸਾਰਾ ਕੁਛ ਆ, ਪਰ ਉਹ ਸੰਕੇਤਕ ਆ, ਉਹ ਵਿਆਖਿਆ ਨਹੀਂ। ਪਰ ਜਿਹੜੀ ਚਨਾਹ ਦੀ ਰਾਤ ਦੀ ਭੂਮਿਕਾ, ਉਹਦੇ ਵਿੱਚ ਮਹਾਕਾਵ ਤੇ ਦੁਨੀਆ ਦੀ ਪੋਇਟਰੀ ਬਹੁਤ ਕਮਾਲ ਦਾ, ਵਰਲਡ ਦੀ। ਜਿਹੜੀ ਇਲਾਹੀ ਨਦਰ ਦੇ ਪੈਂਡੇ ਮਹਾਕਾਵ ਨੇ ਦੋਨੇ, ਵਿੱਚ ਹਿਸਟਰੀ ਦੱਸੀ, ਸਾਡੇ ਇਤਿਹਾਸਕਾਰਾਂ ਨੂੰ ਵੀ ਦੱਸਿਆ, ਕਮਾਲ ਦੱਸਿਆ, ਦੇਖ ਲਓ ਪੜ੍ਹ। ਤੇ ਉਹ ਕਿੰਨੀ ਵਾਰੀ ਪੜ੍ਹਨ ਦੀ ਲੋੜ ਆ, ਬਹੁਤ ਬਰੀਕ ਆ, ਕਿਉਂਕਿ ਇਨਵਿਜ਼ੀਬਲ ਹਿਸਟਰੀ ਆ ਉਹ, ਉਹਦੇ 'ਚ ਵਰਲਡ ਦੇ ਸਟੋਰੀਆਂ ਨੇ ਐਡੇ, ਤੇ ਉਹ ਬਹੁਤ ਧਿਆਨ ਨਾਲ ਪੜ੍ਹਨ ਦੀ ਲੋੜ ਆ। ਉਹ ਬੜੇ ਸਿਆਣੇ ਨੇ, ਬਹੁਤ ਸੋਹਣਾ ਲਿਖਦੇ ਨੇ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਬੜੇ ਸਿਆਣੇ ਨੇ ਉਹ, ਬਹੁਤ ਜ਼ਿਆਦਾ, ਤੇ ਉਹ ਇਹਨੂੰ ਜ਼ਰੂਰ ਧਿਆਨ ਨਾਲ ਪੜ੍ਹਦੇ ਨਾਲ।
ਤਾਂ ਕਿ ਫਿਰ ਉਹ ਹੋਰ ਜ਼ਿਆਦਾ ਵਧੀਆ ਸੇਵਾ ਕਰਨਗੇ। ਤੇ 7ਵੀਂ ਕਿਤਾਬ ਵੀ ਉਹਨਾਂ ਨੂੰ ਪੜ੍ਹ ਲੈਣੀ ਚਾਹੀਦੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗੁਰੂ ਦੀ ਨਿਗਾਹ ਦੇ ਵਿੱਚ ਬਾਕੀ ਪੈਗੰਬਰ ਕੀ ਨੇ, ਧਰਮ ਕੀ ਨੇ, ਇਤਿਹਾਸ ਕੀ ਆ, ਮਨੋਵਿਗਿਆਨ ਕੀ ਆ, ਫਿਲਾਸਫੀ ਕੀ ਆ, ਲਿਟਰੇਚਰ ਕੀ ਆ, ਸਭ ਕੁਝ ਤਾਂ ਪਤਾ ਲੱਗ ਜਾਵੇ। ਇਹ ਚੀਜ਼ਾਂ ਤੁਹਾਡੇ ਪੜ੍ਹਨ ਵਾਲੀਆਂ ਨੇ। ਤੁਸੀਂ ਲਿਖਦੇ ਹੋ, ਤੁਸੀਂ ਮਿਸ਼ਨਰੀ ਹੋ, ਜਿਹੜਾ ਕੋਈ ਸਾਡੇ ਕੋਲੇ ਪਿਆ ਉਹ ਤੇ ਆਉਣਾ ਚਾਹੀਦਾ। ਉਦੋਂ ਅੱਗੇ ਫਿਰ ਕੰਮ ਕਰੋ। ਅਸੀਂ ਪੀਰੀ ਜ਼ਾਹਰ ਕਰੋ ਜਾਂ ਕੋਸਾਂ, ਸਮ ਕਾਫਰ ਬਦਨੀਤਾ। ਔਰ ਔਰੰਗਜ਼ੇਬ ਕਹਿੰਦਾ 7ਵੇਂ ਗੁਰੂ ਦੇ ਬੇਟੇ ਰਾਮ ਰਾਏ ਨੂੰ, ਕਹਿੰਦਾ ਨਹੀਂ ਫਿਰ ਮੈਂ ਤੈਨੂੰ ਮਾਰ ਦੂੰਗਾ, ਕਹਿੰਦਾ ਦਿਖਾ ਮੈਨੂੰ ਪੀਰੀ। ਉਹ ਡਰ ਗਿਆ। ਗੁਰੂ ਨੇ ਉਹਨੂੰ ਨਾਮਨਜ਼ੂਰ ਕਰ ਦਿੱਤਾ। ਗੁਰੂ ਦਾ ਨਾ ਖਿਲਾਫ ਹੈ ਨਾ ਕਰਾਮਾਤਾਂ ਦੀ, ਉਹਨੇ ਪੁੱਤ ਨੂੰ ਹੀ ਨਹੀਂ ਮੰਨਿਆ, ਉਹ ਪੁੱਤ ਹੀ ਨਾ ਮਨਜ਼ੂਰ ਕਰ ਦਿੱਤਾ। ਕਿ ਉਹਨੇ ਘੱਟ ਤੋਂ ਘੱਟ ਗੱਲਾਂ ਤੇ ਗੁਰੂ ਦੀਆਂ ਹੀ ਕਰਾਂਗੇ। ਸਾਡਾ ਕਿੰਨਾ ਕੁ ਉਹ ਵਾਹਿਗੁਰੂ ਦੇ ਹੱਥ ਹੈ, ਉਹ ਸਾਡੀ ਕਮਾਈ ਹੈ ਕਿੱਡੀ ਕਾ, ਉਹ ਤੁਸੀਂ ਦੇਖਣੀ ਹੈ ਸਾਰਿਆਂ ਨੇ। ਬਾਕੀ ਤੁਹਾਡੇ ਹੱਥ 'ਚ ਹੀ ਹੈ। ਗੱਲਾਂ ਤੇ ਗੁਰੂ ਦੀਆਂ ਨੇ, ਜੀਨੀਅਸ ਬੰਦਿਆਂ ਦੇ ਰਾਹੀਂ ਆਈਆਂ ਨੇ। ਅਸੀਂ ਤੁਹਾਡੀਆਂ ਗੱਲਾਂ ਕਿਵੇਂ ਮੰਨ ਲਈਏ? ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਤੁਸੀਂ ਇਹਨਾਂ ਦੇ ਬੁਰੇ ਤੁਹਾਡੀ ਕੀ ਥਾਂ, ਤੁਸੀਂ ਕਿੰਨਾ ਕੁ ਕੁਝ ਪੜਿਆ ਹੋਇਆ। ਪੀਰੀ ਜ਼ਾਹਰ ਕਰੋ ਜਾਂ ਉਵੇਂ ਜਿਵੇਂ ਸ਼ਹਿਰ ਬਸ ਕੀਤੇ ਸੁਲੇਮਾਨ ਬਲਕੀਸਾਂ। ਪੀਰੀ ਜ਼ਾਹਰ ਕਰੋ ਜਾਂ ਕੋਸਾਂ, ਕਾਬਦਨੀਤਾ। ਔਰੰਗਜ਼ੇਬ ਕਹਿੰਦਾ ਸੁਲੇਮਾਨ ਨੇ ਬਲਕੀਸ ਨੂੰ ਰਾਹ ਦੱਸਿਆ ਸੀ, ਉਸ ਤਰ੍ਹਾਂ ਦੱਸੋ, ਤੇ ਨਹੀਂ ਤੇ ਕਹਿੰਦਾ ਫਿਰ ਮੈਂ ਬਦਨੀਤ ਵਾਲੇ ਬੰਦੇ ਵਾਂਗ ਸਜ਼ਾ ਦਊਂਗਾ। ਉਹ ਤਾਂ ਕਰਦਾ ਹੀ ਸੀ ਇਹ ਕੁਛ। ਰਾਮ ਰਾਏ ਦੇ ਸਹਿਰਾ ਅੱਗੇ ਸ਼ਾਹਜਹਾਂ ਸੀਸ ਨਵਾਵੇ। ਉਹਨੇ ਜਦੋਂ ਦੁਨੀਆਦਾਰ ਜਾਦੂ ਦਿਖਾਏ, ਬਾਦਸ਼ਾਹ ਝੁਕ ਗਿਆ। ਉਹ ਦੁਨੀਆਦਾਰ ਕਰਾਮਾਤਾਂ 'ਚ ਯਕੀਨ ਕਰਦਾ ਸੀ। ਰਾਮ ਰਾਏ ਦੇ ਸਹਿਰਾ ਅੱਗੇ ਸ਼ਾਹਜਹਾਂ ਸੀਸ ਨਵਾਵੇ। ਗੁਰੂ ਗ੍ਰੰਥ ਦਾ ਇੱਕੋ ਮਰਕਜ਼, ਸਭ ਮਸਤਕ ਰੁਸ਼ਨਾਵੇ। ਪਰ ਗੁਰੂ ਗ੍ਰੰਥ ਦੀ ਤਾਂ ਇੱਕੋ ਹੀ ਟਿਕਾਣਾ, ਰੱਬ ਅਕਾਲ ਪੁਰਖ, ਇੱਕ ਰੱਬ, ਉੱਥੋਂ ਹੀ ਕਰਾਮਾਤ। ਸਾਰੇ ਮਤਾਂ ਨੂੰ ਰੋਸ਼ਨ ਕਰਦਾ ਜਿਹੜਾ ਉਹਦੇ ਤੇ ਅਮਲ ਕਰਦਾ। ਇਹ ਕਿਸੇ ਇੱਕ ਲਈ ਨਹੀਂ, ਹਰ ਦੀਨ ਦਾ ਬੰਦਾ ਇਹ ਤੋਂ ਰੋਸ਼ਨੀ ਲੈ ਸਕਦਾ, ਪ੍ਰੇਰਨਾ ਲੈ ਸਕਦਾ। ਇਹ ਨਹੀਂ ਕਿ ਆਪਣਾ ਦੀਨ ਬਦਲੇ, ਉਹ ਪ੍ਰੇਰਨਾ ਜਿੰਨੀ ਇਹਦੇ ਵਿੱਚ, ਇਹਦੇ ਲੰਗਰ ਤੋਂ ਪ੍ਰੇਰਨਾ ਲਵੇ, ਇਹਦੇ ਸਿੱਖਾਂ ਦੀ ਸੁਹਿਰਦਤਾ ਤੋਂ ਪ੍ਰੇਰਨਾ ਲਵੇ। ਸਿੱਖ ਪੀਂਦਾ ਦੂਜੇ ਉਹ ਵੀ ਪੀ ਲਾ। ਸੁਭਾਅ ਉਹਦਾ ਹੈ ਕਿ ਵੰਡ ਕੇ ਖਾਣਾ। ਗੁਰੂ ਨੇ ਉਹਦੀ ਆਤਮਾ 'ਚ ਪਾਇਆ ਹੋਇਆ। ਸ਼ਬਦ ਆ ਜਿਹੜਾ ਉਹ ਵੀ ਸਭ ਲਈ ਸਾਂਝਾ। ਕੀਰਤਨ ਉਹ ਸਾਰਿਆਂ ਲਈ ਬਰਸਦਾ, ਸਭ ਲਈ ਆ। ਕਰਾਂ ਕੇਬਰ ਔਰ ਰੰਗ ਨਾਮ ਦਾਤ ਗੁਰ ਤੇਗ ਦੀ ਪਰਬਲ, ਸਾਂਭੀ ਮਿਹਰ ਹਦੀਸਾਂ। ਕਰਾਮਾਤ ਦੇ ਪੱਥਰ ਬਰਸੇ, ਸਿਖਰ ਕਿਬਰ ਅਵਲੀਸਾਂ। ਇਸ ਨੂੰ ਗੀਤ ਗਾ ਹੋਵਣ ਗੁਰ ਦੀ ਫਿਰ ਰੰਗ ਦਾ ਜੋ ਹੰਕਾਰ ਸੀ, ਹਜ਼ਾਰਾਂ ਸੀਸਾਂ ਨੇ ਜੁੜ ਜੁੜ ਕੇ ਉਹਦੇ ਕਹਿਰ ਚੱਲੇ, ਪਰ ਉਹਦਾ ਸਿਦਕ ਨਹੀਂ ਛੱਡਿਆ ਸਿੱਖਾਂ ਨੇ। ਜੁੜੇ ਸਹੰਸਰ ਸੀਸਾਂ, ਨਾਮ ਦਾਤ ਗੁਰ ਤੇਗ ਦੀ ਪਰਬਲ, ਸਾਂਭੀ ਮਿਹਰ ਹਦੀਸਾਂ। ਜਿਹੜੀ ਗੁਰੂ ਦੀ
ਨਾਮਦਾਤਾ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ, ਉਹ ਮੈਂ ਹਦੀਸ ਦੇ ਵਿੱਚ ਵੀ ਆ। ਹਦੀਸ ਕੀ ਆ? ਮੁਹੰਮਦ ਸਾਹਿਬ ਦੇ ਜਿਹੜੇ ਬਚਨ ਨੇ ਬਹੁਤ ਕਮਾਲ ਨੇ, ਉਹ ਪੜ੍ਹਨ ਵਾਲੇ ਨੇ, ਬਹੁਤ ਹੀ ਜ਼ਿਆਦਾ ਰੱਬ ਦੇ ਘਰ ਦੀਆਂ ਗੱਲਾਂ ਨੇ, ਬਹੁਤ ਮਿੱਠੀਆਂ ਤੇ ਰੱਬ ਦੇ ਘਰੋਂ ਆਈਆਂ ਹੋਈਆਂ। ਉਹ ਹਦੀਸਾਂ ਦੀ ਮਿਹਰ ਆ ਜਿਹੜੀ ਗੁਰੂ ਦੀ ਮਿਹਰ ਦੇ ਵਿੱਚ ਇੱਕ ਥਾਂ ਹੋ ਜਾਂਦੀ ਹੈ। ਕਰਾਮਾਤ ਦੇ ਪੱਥਰ ਬਰਸੇ, ਸਿਖਰ ਕਿਬਰ ਬਲੀਸਾਂ, ਇਸ ਨੂੰ ਤੱਕ ਗੀਤ ਗਾ ਹੋਣ ਗੁਰ ਦੀਆਂ ਉੱਚ ਅਸੀਸਾਂ। ਕਰਾਮਾਤ ਦੇ ਪੱਥਰ ਮੁਹੰਮਦ ਸਾਹਿਬ ਦੇ ਉੱਤੇ ਜਦੋਂ ਜੰਗ ਹੋਇਆ ਸੀ, ਜਿਹੜੇ ਪਾਪੀ ਬੰਦਿਆਂ ਨੇ ਉਹਨਾਂ ਤੇ ਕਹਿਰ ਚਲਾਇਆ ਸੀ, ਰੱਬ ਵੱਲੋਂ ਹੀ ਪੱਥਰ ਵਰਤੇ, ਰੱਬ ਵੱਲੋਂ ਹੀ ਕਰਾਮਾਤ ਵਰਤੀ। ਉਹ ਪੰਛੀਆਂ ਦੇ ਰੂਪ ਦੇ ਵਿੱਚ ਜਿਵੇਂ ਪੱਥਰ ਸਿੱਟੇ, ਇਸ ਤਰ੍ਹਾਂ ਪੱਥਰ ਡਿੱਗੇ, ਅੱਡ ਅੱਡ ਰੂਪ ਦੇ ਵਿੱਚ ਦੱਸੇ ਹੋਏ ਨੇ। ਮਾਰਟਨ ਲਿੰਗ ਨੇ ਆਪਣੀ ਤਰ੍ਹਾਂ ਨਾਲ ਦੱਸੇ ਨੇ। ਇਹਦੇ ਵਿੱਚ ਜਿਹੜੀ ਉਹਦੀ ਕਿਤਾਬ ਆ ਦੀ ਬੁੱਕ ਆਫ ਸਰਟੇਨਟੀ ਦੇ ਵਿੱਚ, ਜਿਹੜਾ ਬਹੁਤ ਵੱਡਾ ਦੁਨੀਆ ਦਾ ਸੂਫੀ ਆ, 20ਵੀਂ ਸਦੀ ਇਸਲਾਮ ਚ ਕਨਵਰਟ ਹੋ ਗਿਆ ਸੀ। ਤੇ ਇਹ ਜਿਹੜੀ ਮਤਲਬ ਰੱਬ ਕਰਾਮਾਤ ਵਰਤਾਉਂਦਾ, ਪੈਗੰਬਰਾਂ ਦੇ ਨਾਲ ਰੱਬੀ ਕਰਾਮਾਤਾਂ ਵਰਤਦੀਆਂ ਨੇ, ਉਹ ਅਸੀਂ ਨਹੀਂ ਵਰਤਾਉਣੀਆਂ, ਉਹ ਰੱਬ ਜ਼ਿੰਮੇਵਾਰ ਉਹਦੇ ਲਈ, ਉਸ ਨੇਮ ਚ ਆਉਂਦੀਆਂ ਨੇ। ਜਿਹੜੀ ਅਸੀਂ ਵਰਤਾਉਂਦੇ ਹਾਂ ਕਰਾਮਾਤ, ਉਹ ਦੁਨੀਆਦਾਰੀ ਨਫੇ ਨੁਕਸਾਨ ਵਾਲੀ ਹੈ, ਉਹ ਤੁਹਾਨੂੰ ਵਿਪਰ ਸੰਸਕਾਰ ਚ ਪਾਉਂਦੀ ਹੈ, ਉਹ ਰੱਬ ਤੋਂ ਕੁਰਾਹੇ ਪਾਉਂਦੀ ਹੈ, ਉਹ ਸਾਨੂੰ ਗਰਜ਼ਾਂ ਨਾਲ ਜੋੜਦੀ ਹੈ, ਸ਼ੋਹਰਤ ਨਾਲ ਜੋੜਦੀ ਹੈ, ਲਾਲਚ ਨਾਲ ਜੋੜਦੀ ਹੈ। ਇਸ ਨੂੰ ਤੱਕ ਗੀਤ ਗਾ ਹੋਮਣ ਗੁਰੂ ਧਰਮਾਂ ਦੀਆਂ ਕਰਾਮਾਤਾਂ ਕਿਵੇਂ ਰੱਬ ਦੀਆਂ ਉੱਚੀਆਂ ਅਸੀਸਾਂ ਦੇ ਵਿੱਚ ਆ ਕੇ ਅਮਰ ਦੀ ਦਾਤ ਦੇ ਵਿੱਚ ਵਰਤਦੀਆਂ। ਫਿਰ ਇੱਕ ਨੰਬਰ ਹੁਣ ਅੱਗੇ ਹੋਰ ਬਣੇਗਾ। ਸੋ ਮੈਂ ਇੰਨੀਆਂ ਗੱਲਾਂ ਕਰਕੇ ਤੁਹਾਡੇ ਨਾਲ ਤੁਹਾਤੋਂ ਸਾਰਿਆਂ ਤੋਂ ਮਾਫੀ ਮੰਗਦਾ। ਮੈਂ ਇਹ ਵੀ ਅਖੀਰ ਚ ਦੱਸਦਾ ਕਿ ਜਿਵੇਂ ਸਾਨੂੰ ਗੁਰੂ ਨੇ ਦਿੱਤਾ, ਸਾਰੇ ਇੰਡੀਆ ਦੇ ਵਿੱਚੋਂ ਖਾਲਸਾ ਸਾਜਿਆ, ਸਾਰੇ ਇੰਡੀਆ ਦੇ ਵਿੱਚ ਖਾਲਸੇ ਦੀ ਜੜ ਹੈ, ਗੁਰੂ ਦੀ ਜੜ ਹੈ। ਅਸੀਂ ਸਾਰੇ ਇੰਡੀਆ ਨੂੰ ਗੁਰੂ ਦੇ ਹੁਕਮ ਦੇ ਵਿੱਚ ਵਧੀਆ ਦੇਖਣਾ ਚਾਹੁੰਦੇ ਹਾਂ, ਨਿਆਂ ਦਾ ਰਾਜ ਦੇਖਣਾ ਚਾਹੁੰਦੇ ਹਾਂ, ਨਿਆਂ ਦੀ ਅਰਥ ਦੇਖਣੀ ਚਾਹੁੰਦੇ ਹਾਂ, ਲੋਕਾਂ ਦੇ ਵਿੱਚ ਵਰਤਾ ਅਮਲ ਚ ਆਇਆ ਦੇਖਣਾ ਚਾਹੁੰਦੇ ਹਾਂ, ਲੋਕ ਹਾਲ ਚਾਹੁੰਦੇ ਹਾਂ। ਭਾਵੇਂ ਕੋਈ ਸਾਡਾ ਭਾਵੇਂ ਦੀਨ ਚ ਜਿਹੜਾ ਜ਼ੁਲਮ ਕਰਦਾ, ਲੁੱਟਦਾ, ਸਾਡੇ ਲਈ ਉਹ ਕੁਰਾਹੇ ਪਿਆ ਹੋਇਆ ਬੇਦੀਨ ਬੰਦਾ, ਅਸੀਂ ਉਹਦੇ ਨਾਲ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ। ਕੋਈ ਸਾਡੇ ਤੇ ਗਿਲਾ ਕਰਦਾ, ਅਸੀਂ ਉਹ ਤੋਂ ਮਾਫੀ ਮੰਗਦੇ ਹਾਂ, ਕਿਉਂਕਿ ਗੁਰੂ ਦਾ ਹੁਕਮ ਮਾੜਾ ਮੋਟਾ ਸੀ ਵਜਾਉਣ ਵਾਲੇ ਆ, ਅਸੀਂ ਕਿਸੇ ਦਾ ਦਿਲ ਦਿਖਾਉਣ ਨਹੀਂ ਆਏ। ਅਸੀਂ ਗੁਰੂ ਜਿੰਨਾ ਕੁ ਸਾਡੇ ਚ ਤਾਕਤ ਆ ਉਹ ਦੱਸਣ ਲਈ ਆਏ ਆ। ਤੇ ਮੈਂ ਗੁਰਦੀਪ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਬਹੁਤ ਜ਼ਿਆਦਾ, ਜਿਨ੍ਹਾਂ ਨੇ ਇਹ ਮੈਨੂੰ ਇੰਨਾ ਸਹਿਯੋਗ ਦਿੱਤਾ। ਰਾਮ ਨਾਲ ਜਾਂਦੇ ਨੇ, ਬਹੁਤ ਹਿੰਮਤ ਦੇ ਪਿੱਛੇ ਇੰਨਾ ਟਾਈਮ ਲੱਗ, ਅੰਗਰੇਜ਼ੀ ਵੀ ਤਿਆਰੀ ਕਰ ਰਹੇ ਨੇ। ਉਹ ਮੰਗਦੇ ਵੀ ਨੇ ਉੱਥੇ ਅਕੈਡਮੀ ਦੇ ਵਿੱਚ ਕਿ ਤੁਸੀਂ ਜੇ ਤੁਹਾਡੀਆਂ ਯੂਟਿਊਬਾਂ ਨੇ ਇੱਥੇ ਪਾ ਦਿਓ, ਪਰ ਉਹ ਜੇ ਅੰਗਰੇਜ਼ੀ ਵਿੱਚ ਨਹੀਂ, ਜੇ ਅੰਗਰੇਜ਼ੀ ਚ ਜਾਣ ਉੱਥੇ ਪੈਣ ਚਾਹੀਦੀਆਂ ਨੇ, ਇਹ ਉੱਥੇ ਵੀ ਕੋਈ ਨਾ ਕੋਈ ਸਵਾਰ ਸਕਦੀਆਂ ਨੇ। ਸਾਡਾ ਜਿਸ ਦ੍ਰਿਸ਼ਟੀਕੋਣ ਅਸੀਂ ਇਹ ਕੰਮ ਕਰਦੇ ਹਾਂ, ਸੋ ਇਹ ਮੈਂ ਇੰਨੀਆਂ ਤੋਂ ਗੱਲਾਂ ਕਰਕੇ ਸਾਰਿਆਂ ਤੋਂ ਮਾਫੀ ਮੰਗਦਾ। ਤੇ ਮੈਂ ਵੀ ਬੇਨਤੀ ਕਰਦਾ, ਸਾਰਿਆਂ ਦਾ ਧੰਨਵਾਦੀ ਹਾਂ। ਬਹੁਤ ਜ਼ਿਆਦਾ ਯੂਟਿਊਬਰ ਸੁਣ ਰਹੇ ਨੇ ਲੋਕ, ਕਿਉਂਕਿ ਉਹਨਾਂ ਦੇ ਜਿਹੜੇ ਵਿਊਜ਼ ਨੇ ਉਹ ਚੱਲ ਰਹੇ ਨੇ। ਉਹ ਜਦੋਂ ਸੁਣਨਗੇ, ਜੀਨੀਅਸ ਬੰਦਿਆਂ ਦੇ ਘਰ ਚ ਆ ਜਾਣਗੇ, ਬੰਦਿਆਂ ਰਾਹੀਂ ਗੁਰੂ ਦੇ ਘਰ ਚ ਆ ਜਾਣਗੇ, ਉਸ ਅਕਲ ਰਾਹੀਂ ਆ ਜਾਣਗੇ ਜਿਹੜੀ ਜੀਨੀਅਸ ਬੰਦਿਆਂ ਕੋਲੇ ਆ, ਜਿਹੜੀ ਕੌਮਾਂ ਦੇ ਹਿੱਸੇ ਬਹੁਤ ਸਦੀਆਂ ਬਾਅਦ ਆਉਂਦੇ ਨੇ। ਸੋ ਸਾਡਾ ਯਕੀਨ ਹੈ ਥੋੜਾ ਥੋੜਾ ਕਰਕੇ ਅਸੀਂ ਵੀ ਆਪਣੀ ਤਰ੍ਹਾਂ ਦਾ ਯੋਗਦਾਨ ਪਾ ਰਹੇ ਹਾਂ, ਹੋਰ ਵੀ ਪਾ ਰਹੇ ਨੇ ਜਿੰਨੇ ਕੁ ਕੋਈ ਜੋਗਾ। ਤੇ ਇਸ ਕਰਕੇ ਮੈਂ ਹੁਣ ਸਾਰੀ ਸੰਗਤ ਤੋਂ ਮਾਫੀ ਮੰਗਦਾ ਤੇ ਸਰਦਾਰ ਗੁਰਦੀਪ ਸਿੰਘ ਜੀ ਨੂੰ ਅਖੀਰ ਤੇ ਬੇਨਤੀ ਕਰਦਾ
ਕੋ ਆਪਣੇ ਫਾਈਨਲ ਲਫ਼ਜ਼ਾਂ ਦੇ ਵਿੱਚ ਜੋ ਚਾਹੁੰਦੇ ਨੇ ਉਹ ਆਪਣੀ ਤਰ੍ਹਾਂ ਨਾਲ ਇਹਨੂੰ ਸਮਾਪਤੀ ਦਾ ਰੂਪ ਦੇਣ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਫਿਰ ਤੋਂ ਕਈ ਚੀਜ਼ਾਂ ਨੇ ਜਿਹਦੇ ਵਿੱਚ ਕੱਲ ਹੀ ਸ਼ਾਇਦ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਸਾਡੇ ਸਟੂਡੈਂਟਸ ਨੂੰ ਐਲੀ ਵੀਜ਼ਾ, ਰੋਮੇਨੀਅਨ ਰਾਈਟਰ ਸੀਗੇ, ਬਾਅਦ ਦੇ ਵਿੱਚ ਇੱਥੇ ਅਮਰੀਕਾ ਆ ਗਏ ਸੀਗੇ, ਮਿਸਟਰ ਐਲੀ ਵੀਜ਼ਲ। ਇਹਨਾਂ ਨੂੰ ਨੋਬੇਲ ਪ੍ਰਾਈਜ਼ ਮਿਲਿਆ ਹੋਇਆ, ਲੇਕਿਨ ਉਹ ਮਿਲਿਆ ਪੀਸ ਦੇ ਉੱਤੇ, ਉਹ ਲਿਟਰੇਚਰ ਤੇ ਨਹੀਂ ਮਿਲਿਆ ਹੋਇਆ। ਉਹਨਾਂ ਦਾ ਨੋਵਲ ਹੈ ਜੀ ਜਿਹੜਾ ਨਾਈਟ, ਉਹ ਮੈਂ ਪੜ੍ਹਿਆ ਨੀਗਾ ਬਾਏ ਦ ਵੇ, ਉਹ ਬਟ ਉਹ ਪੜਾਉਣਾ ਪੈਣਾ ਹੁਣ, ਤੇ ਉਹ ਮੈਂ ਉਹਦੀ ਵੀ ਤਿਆਰੀ ਮੈਨੂੰ ਕਰਨੀ ਪੈਣੀ ਹੈ। ਉਹਦੇ ਵਿੱਚ ਦੋਸਤੋ ਪੜ੍ਹਨ ਤੋਂ ਪਹਿਲਾਂ ਮੈਂ ਇੱਕ ਦੋ ਕੋਟਸ ਉਹਦੀਆਂ ਪੜ੍ਹੀਆਂ ਸੀ, ਬਾਬਾ ਜੀ ਨਾਲ ਮੈਂ ਸਾਂਝੀ ਵੀ ਕੀਤੀ ਕੋਟ। ਉਹ ਕਹਿੰਦਾ ਕਿ ਜਿਹੜੇ ਮਰੇ ਹੋਏ ਬੰਦੇ ਨੂੰ ਭੁੱਲ ਜਾਣਾ ਜਾਂ ਭੁਲਾ ਦੇਣਾ, ਉਹ ਮਰੇ ਬੰਦੇ ਨੂੰ ਦੁਬਾਰਾ ਮਾਰਨ ਦੀ ਨਿਆਈ ਹੁੰਦਾ, ਦੁਬਾਰਾ ਮਾਰਨ ਦੇ ਵਾਂਗੂ ਹੁੰਦਾ। ਪਰ ਆਪਾਂ ਤੁਸੀਂ ਦੇਖੋ ਬਾਬਾ, ਜੇ ਤੁਸੀਂ ਕੰਪੈਰੀਜ਼ਨ ਕਰੋ ਤਾਂ ਆ 1 ਸਾਲ ਆਪਾਂ ਨੂੰ ਹੋ ਗਿਆ ਲਗਭਗ ਇਹ ਸੇਵਾ ਕਰਦਿਆਂ ਨੂੰ ਇਹ ਵਾਲੀ, ਔਰ ਤੁਸੀਂ ਦੇਖੋ ਕਿ ਹੁਣ ਹਰਿੰਦਰ ਮਹਿਬੂਬ ਸਾਹਿਬ ਦੇ, ਪ੍ਰੋਫੈਸਰ ਹਰਿੰਦਰ ਮਹਿਬੂਬ ਸਾਹਿਬ ਦੇ ਕਿੰਨਾ ਸਾਰਾ ਲਿਟਰੇਚਰ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ, ਚਾਹੇ ਉਹ YouTube ਜ਼ੋਨ, ਚਾਹੇ ਉਹ ਫੇਸਬੁੱਕ ਹੋਣ, ਉਹ ਮੁੜ ਸੁਰਜੀਤ ਹੋ ਗਿਆ। ਉਹਦਾ ਸਾਰਾ ਸਿਰਾ ਜਿਹੜਾ ਮੈਂ ਜਿਹੜਾ ਦੇਖ ਰਿਹਾ, ਚਾਹੇ ਮੈਂ ਗਲਤ ਹੋਇਆ ਤੇ ਮੈਂ ਵੱਡਾ ਪੱਖ ਉਹਦਾ, ਮੈਂ ਉਹਦਾ ਸਿਰਾ ਜਿਹੜਾ ਤੁਹਾਨੂੰ ਦਿੰਦਾ ਇਹਦਾ, ਤੁਸੀਂ ਆਪਣੇ ਸੱਜਣ, ਆਪਣੇ ਦੋਸਤ ਨੂੰ ਜਿਹੜਾ ਇੰਨਾ ਜਿਹੜੀ ਰਿਸਪੈਕਟ, ਇੰਨੀ ਡੈਡੀਕੇਸ਼ਨ, ਇੰਨੀ ਡਿਵੋਸ਼ਨ ਜਿਹੜੀ ਦਿਖਾਈ ਆ, ਉਹ ਵਾਕਈ ਇੱਕ ਬਾਕਮਾਲ ਚੀਜ਼ ਜਿਹੜੀ ਰਹੀ ਹੈ ਉਹ। ਤਾਂ ਦੋਸਤੋ ਆਪਾਂ ਇਹ ਜਿਹੜਾ ਲਿਟਰੇਚਰ, ਫਿਰ ਆਪਾਂ ਉਹਦੀ ਗੱਲ ਕਰੀਏ ਵੀ ਇਹਦਾ ਜਿਹੜਾ ਫਾਇਦਾ ਆਪਣੇ ਆਪ ਹੀ ਚੱਲਦਾ ਰਹਿੰਦਾ। ਕਈ ਵਾਰ ਉਹ ਜ਼ਿੰਦਗੀ ਖੁਦ ਤੋਂ ਜੋ ਹੀ ਨਹੀਂ ਜਾਂਦੀ ਹੁੰਦੀ, ਜਿਹੜੀ ਆਪਾਂ ਜ਼ਿੰਦਗੀ ਨੂੰ ਪੜ੍ਹ ਲੈਂਦੇ ਆ ਲਿਟਰੇਚਰ ਦੇ ਵਿੱਚੋਂ ਹੀ, ਸਮਝ ਲੈਂਦੇ ਆ ਲਿਟਰੇਚਰ ਦੇ ਵਿੱਚੋਂ ਹੀ, ਉਹ ਇੱਕ ਤੋਂ ਜ਼ਿਆਦਾ ਜ਼ਿੰਦਗੀ ਜਿਉਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ। ਉਹ ਵਿੱਚ ਮੈਨੂੰ ਵੀ ਗੱਲ ਯਾਦ ਆ ਗਈ ਕਿ ਇੱਕ ਆਪਾਂ ਇਦੋਂ ਬਾਬਾ ਜੀ ਸ਼ਾਇਦ 12ਵੀਂ ਅੰਮ੍ਰਿਤ ਦੇ 12ਵੀਂ ਵੋਲਿਊਮ ਦੇ ਵਿੱਚ ਆਪਾਂ ਜਿਹੜਾ ਮੈਂ ਸਵਾਲ ਇੱਕ ਪੁੱਛ ਰਿਹਾ ਸੀ ਕਿ ਆਪਣੇ ਗੁਰਦੁਆਰਾ ਸਾਹਿਬ ਵਿੱਚ ਘੜਿਆਲ ਸਾਹਿਬ ਵੱਜ ਰਹੇ ਨੇ, ਤਾਂ ਉਹ ਦੋਸਤੋ ਉਹ ਸ਼ਬਦ ਜਿਹੜਾ ਇੱਥੇ ਵਰਡ ਇੱਕ ਜਿਹੜਾ ਨਹੀਂ ਆਏਗਾ ਦਿਮਾਗ ਦੇ ਵਿੱਚ, ਜੇਕਰ ਜੋ ਆਪਾਂ ਲਿਟਰੇਚਰ ਨੂੰ ਜਾਂ ਕਹਿ ਲਓ ਕਿ ਉਸਦੀ ਜਿਹੜੀ ਇੰਟੈਂਸਿਟੀ ਨੂੰ ਨਾ ਜਿਹੜਾ ਸਮਝਿਆ ਹੋਵੇ, ਉਹ ਵਰਡ ਹੁੰਦਾ ਬਾਬਾ ਜੀ ਟੋਲ, TOLL, ਕਿ ਜੇਕਰ ਘੰਟੀ ਨੇ ਜਾਂ ਜਿਹੜੇ ਆਪਣੇ ਘੜਿਆਲ ਸਾਹਿਬ ਹੈ, ਜੇਕਰ ਉਹਨੇ ਧਿਆਨ ਨੂੰ ਜੋੜਦਾ ਹੈ, ਬੰਦੇ ਦੇ ਧਿਆਨ ਨੂੰ ਜੋੜਨਾ ਹੈ ਉਸ ਇਮਾਰਤ ਦੇ ਵੱਲ, ਤਾਂ ਉਹ ਜਿਹੜੀ ਬੈਲ ਹੈ ਉਹ ਟੋਲ ਕਰਨੀ ਚਾਹੀਦੀ ਹੈ, ਉਹ ਰਿੰਗ ਨਹੀਂ ਹੋਣੀ ਚਾਹੀਦੀ। ਦੈਟ ਸ਼ੁੱਡ ਬੀ ਟੋਲਿੰਗ। ਤੋ ਉਹ ਲੈ ਦੇ ਵਿੱਚ ਜਿਹੜੀ ਵੱਜਦੀ ਰਹਿੰਦੀ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਲਿਟਰੇਚਰ ਦੇ ਵਿੱਚੋਂ, ਜਾਂ ਤਾਂ ਆਪਾਂ ਨੂੰ ਇੱਕ ਬੰਦੇ ਇਦਾਂ ਦੇ ਮਿਲ, ਜਾਂ ਇਦਾਂ ਦੀ ਸੁਸਾਇਟੀ ਮਿਲੇ ਜਿਹਦੇ ਵਿੱਚ ਆਪਾਂ ਰਹਿ ਪੀਏ ਔਰ ਇੰਨੀਆਂ ਸੋਹਣੀਆਂ ਚੀਜ਼ਾਂ ਦਾ ਪਤਾ ਲੱਗ ਜਾਏ। ਲੇਕਿਨ ਉਹ ਸੁਸਾਇਟੀ ਦੇ ਜੇਕਰ ਉਹਦੇ ਉੱਤੇ ਸਮੇਂ ਦਾ ਬਾਉਂਡ ਇੱਕ ਵੱਡਾ ਹੁੰਦਾ ਵਾ, ਬਾਈਂਡਿੰਗ ਹੁੰਦੀ ਹੈ ਸਮੇਂ ਦੀ। ਹੁਣ ਆਪਾਂ 16ਵੀਂ ਸਦੀ ਦੇ ਵਿੱਚ ਜੀ ਨਹੀਂ ਸਕਦੇ, ਲੇਕਿਨ 16ਵੀਂ ਸਦੀ ਜਦੋਂ ਆਪਾਂ ਲਿਟਰੇਚਰ ਪੜ੍ਹਦੇ ਹਾਂ ਤਾਂ ਉਹ ਸੋਹਣੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਆਪਾਂ ਸਿੱਖਦੇ ਹਾਂ। ਜਿੱਦਾਂ ਕਿ ਇੱਕ ਹੋਰ ਵਰਡ ਹੁੰਦਾ ਵਾ ਬਈ ਟ੍ਰੇਨ, TRAIN। ਹੁਣ ਟ੍ਰੇਨ ਜੇਕਰ ਸਿੱਧਾ ਸਿੰਪਲ ਵਰਡ ਲੈ ਕੇ ਚੱਲੀਏ, ਕੰਟੈਕਸਟ ਨੂੰ ਉਹਦੇ ਵਿੱਚ ਨਾ ਰੱਖੀਏ, ਤਾਂ ਉਹਦਾ ਸਮਝ ਨਹੀਂ ਆਣਾ। ਤਾਂ ਜਿਹੜੇ ਗਾਊਨ ਪਾਏ ਹੁੰਦੇ ਨੇ ਆਪਣੇ ਬਾਬਾ ਜੀ, ਜਿਹੜੇ ਇਹ ਕ੍ਰਿਸਚੀਅਨ ਬ੍ਰਾਈਡਸ ਦੇ, ਉਹ ਗਾਊਨ ਦੇ ਪਿੱਛੇ ਜਿਹੜੇ ਉਹਦੇ ਪੈਰਾਂ ਦੇ ਕੋਲੇ ਕੱਪੜਾ ਲਮਕ ਆ ਰਿਹਾ ਹੁੰਦਾ ਨਾਲ ਨਾਲ, ਉਹਨੂੰ ਟ੍ਰੇਨ ਕਹਿੰਦੇ ਆ ਜੀ। ਬੰਦੇ ਪਿੱਛੇ ਜਿਹੜਾ ਲੱਗਾ ਹੁੰਦਾ ਉਹਨੂੰ ਕੇਪ ਕਹਿੰਦੇ ਨੇ, ਰਾਈਟ, ਕੇਪ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਮੈਨੂੰ ਫਿਰ ਤੁਹਾਡੇ ਲਈ ਉਹਦੀ ਯਾਦ ਆ ਜਾਂਦੀ ਆ ਆਪਣੇ ਤੁਹਾਡੀ ਕੀਤੀ ਹੋਈ ਜਿਹੜੀ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਦੀ, ਕਿ ਟ੍ਰਾਂਸਲੇਸ਼ਨ ਦੇ ਵਿੱਚ ਕਿੰਨੇ ਇਹੋ ਜਿਹੇ ਸ਼ਬਦ ਜਿਹੜੇ ਤੁਹਾਨੂੰ ਬਾਰ-ਬਾਰ ਲੱਭਣੇ ਪਏ ਹੋਣਗੇ, ਜਿਹੜਾ ਕਿ ਉਸ ਸ਼ਬਦ ਨਾਲ ਇੱਕ ਤਰ੍ਹਾਂ ਕਹਿ ਲਓ ਕਿ ਜਸਟਿਸ ਕਰੇ। ਉਹ ਜਸਟਿਸ ਕਰਾਉਣ ਵਾਸਤੇ ਕਿੱਡੀ ਤੁਹਾਡੀ ਦੌੜ ਲੱਗੀ ਹੋਏਗੀ। ਮੈਂ ਉਹ ਚੀਜ਼ ਨੂੰ ਵੀ ਸਲਾਮ ਕਰਨਾ ਜੀ। ਤੋ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ। ਫਿਰ ਆਪਾਂ ਮਿਲਾਂਗੇ ਅਗਲੇ ਐਪੀਸੋਡ ਤੱਕ ਵਿੱਚ, ਤੇ ਉਦੋਂ ਤੱਕ ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ।